हाँ जी, हेलो, लेट स्टार्ट। आवाज आ रही कहीं में? आ रही है। ओके ओके गुड मॉर्निंग नहीं आ रही जी। गुड मॉर्निंग जी। गुड मॉर्निंग। किनू आवाज नहीं आ रही? हेलो, आवाज नहीं आ रही जी। आवाज नहीं आ रही, तुसी अपना मैक चेक करो। बाकी मेरे को लोगों तो आ रही है जी आवाज। बाकी ਨੂੰ ਆਵਾਜ਼ ਆ ਰਹੀ ਹੈ ਜੀ? हाँ बाकी ਨੂੰ आ रही है। आ रही चलो। ओके लेट अस ਤੁਸੀਂ ਆਪਣਾ ਚੈੱਕ ਕਰੋ ਜੀ, ਆਪਣਾ ਸਿਸਟਮ ਚੈੱਕ ਕਰੋ। हेलो, हाँ, टुडे वी विल डिस्कस। गुड मॉर्निंग ਸਾਰਿਆਂ ਨੂੰ ਜੀ ਦੁਬਾਰਾ। ਅੱਜ ਅਸੀਂ ਡਿਸਕਸ ਕਰਾਂਗੇ ਇੰਡੀਅਨ ਸਟੈਂਪ ਐਕਟ 1899, ਪੇਪਰ ਨੰਬਰ 4 ਆਫ ਦਾ ਐਗਜ਼ਾਮੀਨੇਸ਼ਨ। ਪੇਪਰ ਨੰਬਰ 4 ਆਫ ਦਾ ਐਗਜ਼ਾਮੀਨੇਸ਼ਨ, ਜਿਹਦੇ ਵਿੱਚ ਅਸੀਂ ਪਹਿਲਾਂ ਡਿਸਕਸ ਕੀਤਾ ਸੀਗਾ ਲੈਂਡ ਰਿਫਾਰਮਸ ਐਕਟ, ਕੈਪਸੂਲ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ ਤੇ ਆਪਣਾ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨੋਰ ਐਕਟ ਪੜ੍ਹਿਆ ਸੀਗਾ, ਤੇ ਫਿਰ ਆਪਾਂ ਰਜਿਸਟ੍ਰੇਸ਼ਨ ਐਕਟ ਪੜ੍ਹ ਚੁੱਕੇ ਹਾਂ। ਤੇ ਅੱਜ ਅਸੀਂ ਸ਼ੁਰੂ ਕਰਾਂਗੇ ਸਾਡਾ ਸਟੈਂਪ ਐਕਟ ਦ ਇੰਡੀਅਨ ਸਟੈਂਪ ਐਕਟ 1899। ਇਹਦੀ ਸਭ ਤੋਂ ਪਹਿਲਾਂ ਹੈਗੀ ਡੈਫੀਨੇਸ਼ਨ ਕਲਾਸ। ਅਸੀਂ ਡੈਫੀਨੇਸ਼ਨ ਡਿਸਕਸ ਕਰਾਂਗੇ ਤਾਂ ਕਿ ਸਾਨੂੰ ਜਿਹੜਾ ਨੈਕਸਟ ਜਿਹੜਾ ਐਕਟ ਹੈਗਾ ਉਹ ਸਾਰਾ ਸਮਝ ਆ ਸਕੇ। ਡੈਫੀਨੇਸ਼ਨ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਜੀ ਸੈਕਸ਼ਨ 2 ਹੈਗੀ ਹੈ ਡੈਫੀਨੇਸ਼ਨ ਕਲਾਸ। ਡੈਫੀਨੇਸ਼ਨ ਦੇ ਵਿੱਚ ਹੈਗਾ ਬੈਂਕਰ। ਆਪਾਂ ਸਾਨੂੰ ਪਤਾ ਹੈ ਬੈਂਕ ਕੀ ਹੁੰਦਾ ਹੈ। ਇਨਕਲੂਡਸ ਅ ਬੈਂਕ ਆਫ ਐਨੀ ਪਰਸਨ ਐਕਟਿੰਗ ਐਜ਼ ਅ ਬੈਂਕਰ। ਬਿਲ ਆਫ ਐਕਸਚੇਂਜ। ਬਿਲ ਆਫ ਐਕਸਚੇਂਜ ਕੀ ਹੁੰਦਾ ਜੀ? ਦੇਖੋ, ਬਿਲ ਆਫ ਐਕਸਚੇਂਜ ਕੀ ਹੁੰਦਾ ਹੈ? ਬਿਲ ਆਫ ਐਕਸਚੇਂਜ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਹੋਗਾ, ਡਰਾਫਟ ਬਣਾਉਣੇ ਅਸੀਂ ਬੈਂਕ ਦੇ ਵਿੱਚੋਂ। ਇੱਕ ਪਰਸਨ ਇੱਕ ਆਰਡਰ ਕਰਦਾ ਹੈ। ਕਿਹਨੂੰ ਆਰਡਰ ਕਰਦਾ ਹੈ? ਬੈਂਕ ਨੂੰ ਆਰਡਰ ਕਰਦਾ ਹੈ। ਕੀ ਆਰਡਰ ਕਰਦਾ ਹੈ? ਵੀ ਫਾਰ ਦਾ ਸੱਚ ਐਂਡ ਸੱਚ ਪੇਮੈਂਟ ਇਸ਼ੂ ਟੂ ਦਾ ਸੋ ਐਂਡ ਸੋ ਪਰਸਨ। ਇਹ ਜਿਹੜੀ ਅਮਾਊਂਟ ਹੈਗੀ ਹੈ ਇਹ ਫਲਾਣੇ ਵਿਅਕਤੀ ਨੂੰ ਜਾਰੀ ਕੀਤੀ ਜਾਵੇ। ਠੀਕ ਹੈ, ਮਤਲਬ ਬੈਂਕ ਆਫ ਡਰਾਫਟ ਇਜ਼ ਅ ਕਾਈਂਡ ਆਫ ਬਿਲ ਆਫ ਐਕਸਚੇਂਜ। ਜਦੋਂ ਅਸੀਂ ਕੋਈ ਅਮਾਊਂਟ ਕਿਸੇ ਨੂੰ ਪੇ ਕਰਨ ਦੀ ਗੱਲ ਕਰਦੇ ਹਾਂ ਤੇ ਅਸੀਂ ਕਿਸੇ ਬੈਂਕ ਨੂੰ ਆਰਡਰ ਕਰਦੇ ਹਾਂ ਵੀ ਫਲਾਣੇ ਬੰਦੇ ਨੂੰ ਇਹ ਜਿਹੜੀ ਪੇਮੈਂਟ ਹੈਗੀ ਹੈ ਉਹਨੂੰ ਦਿੱਤੀ ਜਾਵੇ। ਠੀਕ ਹੈ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਬਿਲ ਆਫ ਐਕਸਚੇਂਜ। ਮੀਨਸ ਇਹ ਬਿਲ ਆਫ ਐਕਸਚੇਂਜ ਐਜ਼ ਡਿਫਾਈਨਡ ਇਨ ਦਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਹੈਗਾ। ਇਹ ਜਿਹੜੇ ਬਿਲ ਆਫ ਐਕਸਚੇਂਜ ਨੇ, ਇੰਸਟਰੂਮੈਂਟਸ ਨੇ, ਨੈਗੋਸ਼ੀਏਬਲ ਇੰਸਟਰੂਮੈਂਟ ਹੈ, ਚੈੱਕ ਹੈ, ਹੁੰਡੀ ਹੈ, ਹਾਂਜੀ, ਪ੍ਰੋਮਾਈਜ਼ਰੀ ਨੋਟ ਹੈ, ਇਹ ਸਾਰੇ ਜਿਹੜੇ ਡੀਲ ਕਰਦੇ ਇਹਨਾਂ ਨੂੰ ਕਿਹੜਾ ਐਕਟ ਡੀਲ ਕਰਦਾ ਹੈ? ਇਹ ਡੀਲ ਕਰਦਾ ਹੈਗਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ। ਨੈਗੋਸ਼ੀਏਬਲ ਕੀ ਹੁੰਦਾ ਹੈ? ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਕੀ ਚੀਜ਼ ਹੈ? ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਉਹ ਹੈਗਾ ਐਕਟ ਹੈ ਜਿਹਦੇ ਵਿੱਚ ਜੋ ਵੀ ਬਿਜ਼ਨਸ ਹੁੰਦੇ ਆ, ਟ੍ਰਾਂਜੈਕਸ਼ਨ ਹੁੰਦੀਆਂ, ਮਰਕੈਂਟਾਈਲ ਲਾ, ਜਿਹਦੇ ਵਿੱਚ ਬਿਜ਼ਨਸ ਸਾਰਾ ਚੱਲਦਾ ਹੈਗਾ, ਜਿਹਦੇ ਆਧਾਰ ਤੇ ਬਿਜ਼ਨਸ ਚੱਲਦਾ, ਉਹਦੇ ਵਿੱਚ ਕੀ ਹੈਗਾ, ਜਦੋਂ ਅਸੀਂ ਕੋਈ ਕਿਸੇ ਇੱਕ ਬੰਦੇ ਨੇ ਕਿਸੇ ਨੂੰ ਦੂਜੇ ਨੂੰ ਪੇਮੈਂਟ ਦੇਣੀ ਹੋਵੇ, ਚਾਹੇ ਉਹਦੇ ਸਰਵਿਸ ਦੇ ਰਿਗਾਰਡਿੰਗ ਪੇਮੈਂਟ ਦੇਣੀ ਹੋਵੇ, ਚਾਹੇ ਉਹਦੇ ਕੋਈ ਪਰਚੇਜ ਕੀਤੀ ਹੋਵੇ ਉਹਦੀ ਪੇਮੈਂਟ ਦੇਣੀ ਹੋਵੇ, ਠੀਕ ਹੈ, ਚਾਹੇ ਉਹਦਾ ਕੋਈ ਉਧਾਰ ਲੈਣੀ ਹੋਵੇ ਉਹਦੀ ਪੇਮੈਂਟ ਕੀਤੀ ਜਾਣੀ ਹੋਵੇ, ਤਾਂ ਜਿਹੜੇ ਇਹ ਹੈਗੇ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਾਧਨ ਹੈਗੇ ਨੇ, ਨੋਟ ਹੈਗੇ ਨੇ, ਜਿਹਨੂੰ ਅਸੀਂ ਬਿਲ ਆਫ ਐਕਸਚੇਂਜ ਕਹਿ ਦਿੰਦੇ ਹਾਂ। ਠੀਕ ਹੈ, ਚੈੱਕ ਵੀ ਕਹਿ ਦਿੰਦੇ ਹਾਂ, ਪ੍ਰੋਮਾਈਜ਼ਰੀ ਨੋਟ ਵੀ ਕਹਿ ਦਿੰਦੇ ਹਾਂ, ਇੱਥੇ ਯੂਜ਼ ਹੁੰਦੇ ਆ। ਇਹਦੀਆਂ ਡੈਫੀਨੇਸ਼ਨ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਨੈਗੋਸ਼ੀਏਬਲ ਇੰਸਟਰੂਮੈਂਟ ਦੇ ਐਕਟ ਵਿੱਚ ਆਉਂਦੀਆਂ ਨੇ। ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਕੀ ਹੈਗਾ? ਜਦੋਂ ਅਸੀਂ ਨੈਗੋਸ਼ੀਏਟ ਦਾ ਮਤਲਬ ਇਹ ਨਹੀਂ ਹੈਗਾ ਕਿ ਸਮਝੌਤਾ। ਨੈਗੋਸ਼ੀਏਟ ਦਾ ਮਤਲਬ ਇੱਥੇ ਸਮਝੌਤੇ ਵਾਲੀ ਗੱਲ ਨਹੀਂ ਹੈਗੀ। ਨੈਗੋਸ਼ੀਏਟ ਦਾ ਮਤਲਬ ਹੈਗਾ ਵੀ ਜਦੋਂ ਅਸੀਂ ਕੋਈ ਰਾਈਟਸ ਕਿਸੇ ਨੂੰ ਦਿੰਦੇ ਹਾਂ, ਕਿਸੇ ਨੋਟ ਰਾਹੀਂ ਦਿੰਦੇ ਹਾਂ ਵੀ ਇਹ ਪੇਮੈਂਟ ਫਲਾਣੇ ਨੂੰ ਕਰ ਦਿੱਤੀ ਜਾਵੇ, ਆਪਣੇ ਰਾਈਟਸ ਨੂੰ ਟ੍ਰਾਂਸਫਰ ਕਰਨਾ ਜਾਂ ਕਿਸੇ ਇੱਕ ਵਿਅਕਤੀ ਨੂੰ ਕਹਿਣਾ ਵੀ ਆਹ ਜਿਹੜੀ ਪੇਮੈਂਟ ਹੈਗੀ ਹੈ ਇਸ ਨੂੰ ਕਰ ਦਿੱਤੀ ਜਾਵੇ, ਫਰਦਰ ਕਿਸੇ ਹੋਰ ਨੂੰ ਕਰ ਦਿੱਤੀ ਜਾਵੇ, ਉਹ ਅੱਗੇ ਉਹਦੇ ਤੇ ਥੱਲੇ ਨੋਟਿੰਗ ਦੇ ਦਿੰਦਾ ਹੈਗਾ ਵੀ ਇਹ ਪੇਮੈਂਟ ਕਿਸੇ ਹੋਰ ਨੂੰ ਕਰ ਦਿੱਤੀ ਜਾਵੇ। ਠੀਕ ਹੈ, ਦੈਨ ਇਟ ਇਜ਼ ਕਾਲਡ ਦਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ। ਜਿਹੜਾ ਇਹ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਹੈਗਾ ਇਹ ਸਾਰਾ ਬਿਜ਼ਨਸ ਦੇ ਵਿੱਚ ਯੂਜ਼ ਹੁੰਦਾ। ਬਿਜ਼ਨਸ ਜਿਹੜੇ ਪਾਰਟੀਆਂ ਕਰਦੀਆਂ ਨੇ, ਚਾਹੇ ਉਹ ਫੋਰਨ ਦਾ ਇੰਪੋਰਟ ਦਾ ਐਕਸਪੋਰਟ ਦਾ ਬਿਜ਼ਨਸ ਕਰਦੇ ਹੈਗੇ ਆ, ਜਿਹੜੀ ਬਿਲ ਆਫ ਐਕਸਚੇਂਜ ਹੁੰਦੇ ਆ ਜ਼ਿਆਦਾਤਰ ਜਿਹੜੇ ਐਕਸਪੋਰਟ ਇੰਪੋਰਟ ਦਾ ਬਿਜ਼ਨਸ ਕਰਦੇ ਨੇ ਉਹ ਯੂਟੀਲਾਈਜ਼ ਕਰਦੇ ਆ, ਉਹਨਾਂ ਦੀ ਲੋੜ ਪੈਂਦੀ ਹੈਗੀ ਇਹਨਾਂ ਨੂੰ। ਹੁੰਡੀ ਇੱਕ ਪੁਰਾਣਾ ਮੈਥਡ ਹੈਗਾ ਸਾਡਾ ਸਿਸਟਮ, ਜਿਵੇਂ ਕਸਟਮਰੀ ਲਾਅ ਹੈਗਾ ਸੀ। ਕਸਟਮਰ ਲਾਅ ਦੇ ਵਿੱਚ ਕੀ ਸੀਗਾ, ਇਹ ਹੁੰਡੀ ਵਰਡ ਯੂਜ਼ ਕੀਤਾ ਜਾਂਦਾ ਸੀ। ਹੁੰਡੀ ਵਰਡ ਚੇਂਜ ਕਰਦੇ ਹੁਣ ਸਾਡੇ ਡਰਾਫਟ ਆ ਗਏ, ਚੈੱਕ ਆ ਗਏ, ਪ੍ਰੋਮਾਈਜ਼ਰੀ ਨੋਟ ਆ ਗਏ। ਠੀਕ ਹੈ, ਹੁੰਡੀ ਵੀ ਇੱਕ ਲੈਣ ਦੇਣ ਦਾ
ਜਿਹੜਾ ਐਗਰੀਮੈਂਟ ਹੈ ਪਾਰਟੀਆਂ ਦੇ ਵਿਚਕਾਰ, ਇੱਕ ਪਾਰਟੀ ਨੇ ਪੈਸੇ ਦੇਣੇ ਨੇ, ਦੂਜੀ ਪਾਰਟੀ ਨੇ ਪੈਸੇ ਲੈਣੇ ਨੇ, ਇਟ ਇਜ਼ ਆਲਸੋ ਕਾਲਡ ਏ ਹੁੰਡੀ। ਇਹਦੇ ਵਿੱਚ ਕੀ ਹੈਗਾ, ਐਨੀ ਅਦਰ ਡਾਕੂਮੈਂਟ ਇੰਟਾਈਟਲਿੰਗ ਔਰ ਪਰਪੋਰਟਿੰਗ ਟੂ ਇੰਟਾਈਟਲ ਐਨੀ ਪਰਸਨ, ਕੋਈ ਡਾਕੂਮੈਂਟ ਹੈਗਾ ਜਿਹੜਾ ਕਿਸੇ ਬੰਦੇ ਨੂੰ ਇੰਟਾਈਟਲ ਕਰਦਾ ਹੈ, ਕਾਹਦੇ ਲਈ, ਵੈਦਰ ਨੇਮ ਦੇਅਰ ਇਨ ਔਰ ਨਾਟ, ਚਾਹੇ ਉਹਦੇ 'ਚ ਨਾਮ ਲਿਖਿਆ ਹੋਵੇ ਚਾਹੇ ਨਾ ਲਿਖਿਆ ਹੋਵੇ, ਚਾਹੇ ਵਿਦਆਊਟ ਨਾਮ ਤੋਂ ਵੀ ਅਸੀਂ ਦੇ ਸਕਦੇ ਹਾਂ, ਜਿਵੇਂ ਅਸੀਂ ਚੈੱਕ ਦਿੰਦੇ ਹਾਂ ਬਿਨਾਂ ਨਾਮ ਤੋਂ ਦੇ ਦਿੰਦੇ ਹਾਂ, ਬਿਰਡ ਚੈੱਕ ਹੁੰਦਾ ਹੈ, ਬਿਨਾਂ ਨਾਮ ਤੋਂ ਦਿੰਦੇ ਹਾਂ ਵੀ ਜਿਹੜਾ ਬੰਦਾ ਲੈ ਕੇ ਆਏਗਾ ਉਸ ਨੂੰ ਪੇਮੈਂਟ ਕਰ ਦੇਣੀ ਹੈ, ਠੀਕ ਹੈ। ਉਹਦਾ ਚਾਹੇ ਨਾਮ ਵਿੱਚ ਲਿਖਿਆ ਹੋਵੇ ਚਾਹੇ ਨਾ ਲਿਖਿਆ ਹੋਵੇ, ਵੈਦਰ ਨੇਮ ਦੇਅਰ ਇਨ ਔਰ ਨਾਟ ਟੂ ਪੇਮੈਂਟ ਬਾਈ ਐਨੀ ਅਦਰ ਪਰਸਨ, किसी बंदे ने पेमेंट करनी है, ठीक है। और टू ड्रा अपॉन एनी अदर पर्सन एनी सम ऑफ मनी, कोई मनी के संबंध में एक व्यक्ति किसी बंदे बिल ऑफ एक्सचेंज दिंदा हैगा भी ये वाली पेमेंट जी हैगी है, तुसी यही समझ लो, उलझन की जरूरत नहीं है, तुसी ये समझो भी बैंक ड्राफ्ट हैगा, ठीक है। बैंक ड्राफ्ट हैगा जो फॉरेन एक्सचेंज चलती है, एक्सपोर्ट इंपोर्ट दियां जो बिजनेस चलता है उत्थे ज़्यादातर ये बिल ऑफ एक्सचेंज है उत्थे यूटिलाइज होंदे ने। फिर हैगा सबसैक्शन 3 बिल ऑफ एक्सचेंज पेएबल ऑन डिमांड। देखो जिवें चैक हैगा, चैक सानू किसी बंदे ने दे दिता, ठीक है, जे चैक असीं जाके बैंक च लगावांगे सानू पेमेंट दित्ती जावे तभी चैक पे होएगा ना, मतलब पेमेंट ऑन डिमांड। जे डिमांड करांगे असीं, जे साडे कोल पिया 3 महीने पिया 4 महीने पिया दैन पिया तो पेमेंट नहीं होएगी, ठीक है। बिल ऑफ एक्सचेंज पेएबल ऑन डिमांड, जो बिल ऑफ एक्सचेंज जिहड़े हुंदे ने, जे कोई व्यक्ति आके जिसके हक दे कोई बिल ऑफ एक्सचेंज बनया हुआ हैगा, एक व्यक्ति ने पेमेंट देनी है, दूजे व्यक्ति के लिए पेमेंट देनी है, तो देने वाला कौन है, इन बिटवीन कोई बैंक है, ठीक है, उन्हें पे करनी है। तो जो तक जिस व्यक्ति के हक दे बिल ऑफ एक्सचेंज जिनके ड्राफ्ट जारी होया हैगा, जब तक वो जाके किते दंदा नहीं पेमेंट की डिमांड नहीं करता, बैंक को डिमांड नहीं करता, उद तक ये पेएबल नहीं होंदा। बिल ऑफ एक्सचेंज पेएबल ऑन डिमांड इनकलूड्स एन ऑर्डर फॉर द पेमेंट ऑफ एनी सम। ऑर्डर किया जाता है, जो व्यक्ति पेमेंट करता है, जो व्यक्ति ने पेमेंट देनी है वो किसी बैंक को ऑर्डर करता है भी आ दिस सम ऑफ अमाउंट पे टू द सो एंड सो पर्सन, जिस व्यक्ति को पे करनी है वो नाम से चैक दिता जाता है, ड्राफ्ट दिता जाता है। जिवें हुण असीं बैंक च जाने असीं पैसे दे के ड्राफ्ट बनवा लैणे आ, पेमेंट करने वाला कौन है, जिसने ड्राफ्ट बनवाया, ठीक है। अगे इन बिटवीन व्यक्ति कौन आ गया, बैंक आ गया। अगे पे किनू करना है, किसी कॉलेज को करना है, किसी यूनिवर्सिटी को करना है, या किसी व्यक्ति को करना है, ठीक है, वो ड्राई हो गया, पे ही हो गया, उन्होंने पेमेंट होनी है। जो तक वो पेमेंट दे लई अपने बैंक के चैक नहीं ड्राफ्ट नहीं लगाता है उद तक उसको पेमेंट नहीं होती। एन ऑर्डर फॉर द बिल ऑफ एक्सचेंज पेएबल ऑन डिमांड इनकलूड्स एन ऑर्डर फॉर द पेमेंट ऑफ एनी सम ऑफ मनी by a bill of exchange or promissory note or for the delivery of any bill of exchange, payment of any sum of money out of any particular fund, कोई फंड हैगे है, ठीक है, जिवें खजाने नूं दे दईए असीं ड्राफ्ट बना के दे दईए भी आ पार्टिकुलर हैड दे विचों जिहड़ी पेमेंट इहनूं फलाने व्यक्ति नूं कीती जावे, ठीक है। कोई नोट बना के दे दईए, कोई ऑर्डर बना के दे दईए, कोई GPF चो पेमेंट होनी है, ठीक है, इदा का कोई बिल बना के दे दिए, दीज आर कॉल्ड बिल ऑफ एक्सचेंज। निगोशिएबल इंस्ट्रूमेंट मैं फिर दोबारा दसदा भी निगोशिएबल जिहड़े इंस्ट्रूमेंट होंदे ने, जो किसी हक दे विच कोई बिल ऑफ एक्सचेंज आंदा हैगा जां तां ओह अगे फर्दर भी किसी नूं ट्रांसफर किया जा सकदा है, पिछले पासे ओहदी नोटिंग लगा के। मान लो ए ने बी नूं दिता बिल ऑफ एक्सचेंज दिता ए ने बी नूं, ते बी अगे फर्दर किसी नूं होर नूं पेमेंट करनी है, उसने भी थल्ले नोटिंग लगा के दे सकदा भी ये वाली पेमेंट हैगी जिहदे लई मैं एंटाइटल सीगा, ये फर्दर सी नूं दित्ती जावे। वो थल्ले आके नोटिंग फेल करके दे दिंदा है, तां जिहड़ा बैंक हैगा वो सी नूं पेमेंट करेगा। मतलब कि ये निगोशिएट हो सकदा हैगा। निगोशिएट का मतलब अगे ट्रांसफर किया जा सकता है। यदि अगे सब क्लॉज की है, एन ऑर्डर फॉर द पेमेंट ऑफ एनी सम मनी वीकली मंथली, जिवें हुण असीं कोई ऑर्डर बना के देता जिन्हों असीं बिल ऑफ एक्सचेंज करांगे भी आ एनी अमाउंट फलाने हैड दे विचों मंथली तौर ते जां वीकली तौर ते जिन्हों असीं ऑर्डर कह दिंदे आ भी फलाने बंदे नूं पे कीती जावे। जिवें मंथली असीं ऑर्डर दे दिंदे आ, कंसेंट लैटर दे दिंदे एक, वो भी इट इज़ कॉल्ड बिल ऑफ एक्सचेंज। जिवें साडी अकाउंट दे विचों LIC नूं इन्ने पैसे हर महीने भेजे जाण,
ठीक है, ਅਸੀਂ ਬੈਂਕ ਨੂੰ ਲਿਖ ਕੇ ਦੇ ਦਿੰਦੇ ਆ। दैट इज आल्सो बिल ऑफ एक्सचेंज कहांगे, ਉਹਨੂੰ ਅਸੀਂ ਬਿਲ ਆਫ ਐਕਸਚੇਂਜ ਕਹਾਂਗੇ ਵੀ ਵੀਕਲੀ ਪੈਸੇ ਕੱਟੇ ਜਾਣ ਜਾਂ ਮੰਥਲੀ ਕੱਟੇ ਜਾਣ ਜਾਂ ਐਨੂਅਲ ਕੱਟੇ ਜਾਣ। ਇਹ ਲੈਟਰ ਆਫ ਕ੍ਰੈਡਿਟ ਇੱਕ ਲੈਟਰ ਵੀ ਹੋ ਸਕਦਾ ਹੈ credit, that is to say any instrument by which one person authorizes another to give credit to the person in whose favor it is drawn, मतलब कि कोई ਲੈਟਰ ਵੀ ਦਿੱਤਾ ਜਾਂਦਾ ਵੀ ਇੰਨੀ ਪੇਮੈਂਟ ਫਲਾਣੇ ਨੂੰ ਦਿੱਤੀ ਜਾਵੇ। ਹੁਣ ਬਿਲ ਆਫ ਲੀਡਿੰਗ ਕੀ ਹੁੰਦਾ ਹੈ? ਬਿਲ ਆਫ ਲੀਡਿੰਗ includes through will ਲੀਡਿੰਗ but does not include mates receipt। ਬਿਲ ਆਫ ਲੀਡਿੰਗ ਸਿੰਪਲ ਜੀ ਗੱਲ ਦੱਸਾਂ ਤੁਹਾਨੂੰ ਕੀ ਹੁੰਦਾ ਹੈ, ਜਦੋਂ ਕਿਤੇ ਕੋਈ ਕੰਪਨੀ ਹੈ, ਕੋਈ ਸ਼ਿਪਿੰਗ ਕੰਪਨੀ ਹੈ, ਮੰਨ ਲਓ ਕਿਸੇ ਕੋਈ ਇੰਡੀਆ ਦੀ ਕੰਪਨੀ ਹੈ, ਕੋਈ ਹੋਰ ਕੰਪਨੀ ਬੰਬੇ 'ਚ ਹੈ, ਕੋਈ ਦਿੱਲੀ ਦੇ ਵਿੱਚ ਹੈਗੀ ਹੈ, ਠੀਕ ਹੈ। ਦਿੱਲੀ ਵਾਲੀ ਕੰਪਨੀ ਨੇ ਕੋਈ ਮਾਲ ਮੰਗਵਾਉਣਾ ਹੈ ਬੰਬੇ ਵਾਲੀ ਕੰਪਨੀ ਤੋਂ, ਬੰਬੇ ਜਿਹੜੀ ਸ਼ਿਪਿੰਗ ਕੰਪਨੀ ਹੈ, ਸ਼ਿਪਿੰਗ ਕੰਪਨੀ ਕੋ ਓਨਰ ਹੈ ਜਿਹੜਾ ਦੁਕਾਨਦਾਰ ਉਹ ਹੈਗਾ, ਉਹ ਸ਼ਿਪਿੰਗ ਕੰਪਨੀ ਦੇ ਜਿਹੜੇ ਹੈਗਾ ਕੋਈ ਬਿਜ਼ਨਸ ਕਰਦਾ ਸ਼ਿਪਿੰਗ ਕੰਪਨੀ ਦਾ, ਸ਼ਿਪਿੰਗ ਦੇ ਵਿੱਚ ਮਾਲ ਨੂੰ ਲੋਡ ਕਰਵਾਉਣਾ ਹੋਰ ਕਰਵਾਉਣਾ, ਠੀਕ ਹੈ, ਉਹਦੇ ਨਾਲ ਉਹਦੀ ਡੀਲ ਹੁੰਦੀ ਹੈ। ਜਦੋਂ ਸ਼ਿਪਿੰਗ ਕੰਪਨੀ ਨੂੰ ਡੀਲ ਕਰਨ ਵਾਲਾ ਵਿਅਕਤੀ ਜਾ ਕੇ ਸ਼ਿਪ ਦੇ ਮੈਨੇਜਰ ਨੂੰ ਕੋਈ ਸਮਾਨ ਦਿੰਦਾ ਹੈ ਲੋਡਿੰਗ ਵਾਸਤੇ, ਠੀਕ ਹੈ, ਤਾਂ ਸ਼ਿਪਿੰਗ ਕੰਪਨੀ ਦਾ ਜਿਹੜਾ ਮੈਨੇਜਰ ਹੁੰਦਾ ਹੈ ਉਹਦੇ ਵੱਲੋਂ ਇੱਕ ਨੋਟ ਦਿੱਤਾ ਜਾਂਦਾ ਬਣਾ ਕੇ, ਇੱਕ ਰਸੀਦ ਬਣਾ ਕੇ ਦਿੱਤੀ ਜਾਂਦੀ ਹੈ ਵੀ ਸੋ ਐਂਡ ਸੋ ਜਿਹੜੀ ਬਿੱਲ ਜਿਹੜਾ ਮਾਲ ਹੈਗਾ, ਠੀਕ ਹੈ, ਕਿੰਨੇ ਬਾਕਸ ਨੇ, ਕਿੰਨੇ ਨਹੀਂ, ਕਿੰਨੇ ਵੀ ਹੈਗੇ ਆ, ਜੋ ਵੀ ਮਟੀਰੀਅਲ ਉਹਨੇ ਦਿੱਤਾ ਹੈਗਾ ਉਹਦੇ ਰੂਪ ਦੇ ਵਿੱਚ ਉਹਨੂੰ ਇੱਕ ਬਿੱਲ ਦਿੰਦਾ ਹੈ, ਬਿਲਟੀ ਜਿਹਨੂੰ ਕਹਿ ਲਈਏ ਬਿਲਟੀ ਦਿੰਦਾ ਹੈ, ਠੀਕ ਹੈ, ਵੀ ਇੰਨਾ ਮਾਲ ਸਾਡੇ ਕੋਲ ਰਿਸੀਵ ਹੋ ਗਿਆ ਫਾਰ ਦਾ ਟਰਾਂਸਪੋਰਟ ਫਰੋਮ ਬੰਬੇ ਟੂ ਅਨਦਰ ਕੋਈ ਪੋਰਟ ਜਿੱਥੇ ਵੀ ਉਹ ਬਿੱਲ ਜਾਣਾ ਹੈਗਾ। ਜਿਹੜੀ ਬਿਲਟੀ ਹੁੰਦੀ ਹੈ ਯਾਨੀ ਕਿ ਉਹ ਜਿਵੇਂ ਕਿ ਆਪਾਂ ਟਰੱਕ ਦੀ ਗੱਲ ਕਰ ਲਈਏ, ਉਹ ਤਾਂ ਸ਼ਿਪਿੰਗ ਦੀ ਗੱਲ ਕਰਦੇ ਸੀ, ਕਿਸੇ ਟਰੱਕ ਦੇ ਲਈ ਕੋਈ ਮਾਲ ਲੋਡ ਕਰਾਤਾ ਕਿਸੇ ਟਰਾਂਸਪੋਰਟ 'ਚ ਜਾ ਕੇ, ਠੀਕ ਹੈ, ਜਿਹੜਾ ਟਰਾਂਸਪੋਰਟ ਚਲਾਉਣ ਵਾਲਾ ਵਿਅਕਤੀ ਹੈਗਾ ਉਹ ਬਿਲਟੀ ਬਣਾ ਕੇ ਦੇ ਦਿੰਦਾ ਤੁਹਾਨੂੰ, ਠੀਕ ਹੈ। ਅੱਗੇ ਜਾ ਕੇ ਤੁਸੀਂ ਬਿਲਟੀ ਜਿਹੜੀ ਹੈਗੀ ਜਿਸ ਵਿਅਕਤੀ ਕੋਲ ਮਾਲ ਜਾਣਾ ਹੈਗਾ ਤੁਸੀਂ ਉਹਦੇ ਕੋਲ ਬਿਲਟੀ ਭੇਜੋਗੇ, ਉਹ ਬਿਲਟੀ ਦਾ ਕੇ ਜਦੋਂ ਮਾਲ ਜਾਏਗਾ ਉਸ ਟਰਾਂਸਪੋਰਟ ਦੇ, ਜਦੋਂ ਟਰਾਂਸਪੋਰਟ ਹੋ ਗਿਆ ਉਸ ਦੇ ਸ਼ਹਿਰ 'ਚ ਜਾਏਗਾ ਤਾਂ ਬਿਲਟੀ ਦਿਖਾ ਕੇ ਜਿਹੜੀ ਪੇਮੈਂਟ ਮਾਲ ਮਿਲਣਾ ਹੈਗਾ ਉਸ ਨੂੰ ਅਸੀਂ ਬਿਲ ਆਫ ਲੀਡਿੰਗ ਕਹਿ ਦਿੰਦੇ ਹਾਂ, ਜਿਹਨੂੰ ਬਿਲਟੀ ਵੀ ਕਹਿ ਸਕਦੇ ਹਾਂ, ਬਿਲ ਆਫ ਲੀਡਿੰਗ ਵੀ ਕਹਿ ਸਕਦੇ ਹਾਂ। ਨੈਕਸਟ ਬੌਂਡ ਕੀ ਹੁੰਦੇ ਆ? ਬੌਂਡ ਸਾਨੂੰ ਸਾਰਿਆਂ ਨੂੰ ਪਤਾ ਹੈ ਬੌਂਡ ਕੀ ਹੁੰਦੇ ਆ। ਜਦੋਂ ਕਿਸੇ ਕੰਮ ਦੇ ਕਰਨ ਦੇ ਵਿੱਚ ਜਾਂ ਨਾ ਕਰਨ ਦੇ ਵਿੱਚ ਅਸੀਂ ਕੋਈ ਬੌਂਡ ਲਿਖ ਕੇ ਦਿੰਦੇ ਹਾਂ, ਆਪਦੀ ਕੋਈ ਐਗਰੀਮੈਂਟ ਕਰਦੇ ਹਾਂ, ਜਿਵੇਂ ਕਿਸੇ ਨੂੰ ਕੋਈ ਜੋਬ ਮਿਲਦੀ ਹੈਗੀ ਹੈ ਉਹ ਬੌਂਡ ਭਰ ਕੇ ਦਿੰਦਾ ਮੈਂ 2 ਸਾਲ ਤੱਕ ਇਸ ਕੰਪਨੀ 'ਚ ਕੰਮ ਕਰਾਂਗਾ, ਕਿਤੇ ਹੋਰ ਬਾਹਰ ਨਹੀਂ ਕੰਮ ਕਰਾਂਗਾ, ਠੀਕ ਹੈ। ਉਹ ਬੌਂਡ ਜਿਵੇਂ ਕਿ ਆਪਦੀਆਂ ਜੋ ਹੈਗੀਆਂ ਨੇ ਸ਼ਰਤਾਂ ਹੈਗੀਆਂ ਨੇ ਉਹ ਕਬੂਲ ਕਰਦਾ ਕੋਈ ਵਿਅਕਤੀ, ਬੌਂਡ ਭਰ ਕੇ ਦਿੰਦਾ, ਉਹਨੂੰ ਅਸੀਂ ਬੌਂਡ ਕਹਿੰਦੇ ਹਾਂ। ਐਨੀ ਇੰਸਟਰੂਮੈਂਟ ਵੇਅਰ ਬਾਈ ਅ ਪਰਸਨ ਓਬਲਾਈਜ਼ਡ ਹਿਮਸੈਲਫ ਟੂ ਪੇ ਮਨੀ ਟੂ ਅਨਦਰ, ਜਦੋਂ ਕਹਿੰਦਾ ਵੀ ਮੈਂ ਜੇਕਰ ਮੈਂ ਆਪਣੀ ਸ਼ਰਤਾਂ ਤੋੜਾਂਗਾ ਤਾਂ ਮੈਂ ਇੰਨੇ ਪੈਸੇ ਦੇਣ ਦਾ ਹੱਕਦਾਰ ਹੋਵਾਂਗਾ, ਵੀ 5 ਲੱਖ ਰੁਪਏ ਦਾ ਬੌਂਡ ਭਰ ਕੇ ਦੇ ਦਿੱਤਾ, ਠੀਕ ਹੈ। ਜੇ ਮੈਂ ਤੁਹਾਡੇ ਕੋਲ 1 ਸਾਲ ਦੇ ਲਈ ਕੰਮ ਕਰਾਂਗਾ, ਜੇ ਮੈਂ ਨਹੀਂ ਕਰਾਂਗਾ ਤਾਂ ਮੈਂ 5 ਲੱਖ ਰੁਪਏ ਪੇ ਕਰਾਂਗਾ। ਇਹ ਬੌਂਡ, ਇਸ ਨੂੰ ਅਸੀਂ ਬੌਂਡ ਕਹਿ ਦਿੰਦੇ ਹਾਂ। Any instrument attested by a witness and not payable to order or bearer, ਇਹ ਜਿਹੜਾ ਬੌਂਡ ਹੁੰਦਾ ਹੈ ਇਹ ਪੇਬਲ ਟੂ ਬੀਰਰ ਨਹੀਂ ਹੁੰਦਾ। ਇਹ ਨਹੀਂ ਹੈਗਾ ਵੀ ਚੈੱਕ ਹੈ ਜਾ ਕੇ ਬੈਂਕ 'ਚ ਲਗਾਤਾ ਨੇ ਲੈ ਲਿਆ, ਠੀਕ ਹੈ। ਕੋਈ ਆਰਡਰ ਨਹੀਂ ਹੈਗਾ, ਜਿਸ ਬੰਦੇ ਨੇ ਇਹ ਬੌਂਡ ਭਰ ਕੇ ਦਿੱਤਾ ਉਹਦੇ ਵੱਲੋਂ ਇਹ ਕੋਈ ਆਰਡਰ ਨਹੀਂ ਹੈਗਾ ਵੀ ਇਹਨੂੰ ਇੰਨੀ ਪੇਮੈਂਟ ਕਰ ਦੇ, ਉਹ ਵੀ ਨਹੀਂ ਹੈਗਾ, ਠੀਕ ਹੈ। ਇਹ ਤਾਂ ਬੌਂਡ ਹੈ ਕਿ ਸ਼ਰਤਾਂ ਪੂਰੀਆਂ ਕਰਨ ਵਾਸਤੇ ਹੈਗਾ, ਵੀ ਜੇ ਸ਼ਰਤਾਂ ਤੇ ਜਿਹੜੀਆਂ ਕਰਨੀਆਂ ਸੀਗੀਆਂ ਉਹ ਨਹੀਂ ਕੀਤੀਆਂ ਪੂਰੀਆਂ, ਜਾਂ ਜਿਹੜੀਆਂ ਨਹੀਂ ਸੀ ਕਰਨੀਆਂ ਉਹ ਨਹੀਂ ਕਰ ਦਿੱਤੀਆਂ, ਠੀਕ ਹੈ, ਤਾਂ ਉਹ ਸ਼ਰਤਾਂ ਨੂੰ ਜਦੋਂ ਕੋਈ ਵਿਅਕਤੀ ਤੋੜਦਾ ਹੈਗਾ ਤਾਂ ਉਹ ਜਿਹੜਾ ਬੌਂਡ ਭਰ ਕੇ ਦਿੱਤਾ ਹੈ ਹੁੰਦਾ ਫਿਰ ਹੀ ਉਹ ਜਿਹੜਾ ਹੈਗਾ ਉਹ ਬੌਂਡ ਦੀ ਪੇਮੈਂਟ ਹੋ ਸਕਦੀ ਹੈ, ਅਦਰਵਾਈਜ਼ ਨਹੀਂ ਹੋ ਸਕਦੀ। Any instrument so attested whereby a person obliges himself to deliver grain or other agriculture produce, ਜਾਂ ਫਿਰ ਕੋਈ ਵਿਅਕਤੀ ਜਿਸਨੇ ਕੋਈ ਐਗਰੀਕਲਚਰ ਪ੍ਰੋਡਿਊਸ ਪਰਚੇਜ ਕਰਨੀ ਹੈ, ਠੀਕ ਹੈ, ਉਹ ਬੌਂਡ ਭਰ ਕੇ ਦਿੰਦਾ ਵੀ ਹਾਂ ਮੈਂ ਤੇਰੀ ਸਾਰੀ ਦੀ ਸਾਰੀ ਜਿਹੜੀ ਪ੍ਰੋਪਰਟੀ ਇਹ ਜਿਹੜੀ ਫਸਲ ਹੈਗੀ ਹੈ ਮੈਂ ਇਹ ਪਰਚੇਜ ਕਰਦਾ ਜ਼ਿੰਮੇਵਾਰ ਹੋਵਾਂਗਾ, ਖਰੀਦਾਂਗਾ, ਇਸ ਰੇਟ ਤੇ ਖਰੀਦਾਂਗਾ। ਮਤਲਬ ਜਸਟ ਇੱਕ ਐਗਰੀਮੈਂਟ ਹੈ। ਜੇ ਉਹ ਬੰਦਾ ਆਪਣੀ ਇਹ ਸ਼ਰਤ ਤੇ ਪੂਰੀ ਨਹੀਂ ਉਤਰਦਾ ਤਾਂ ਜਿਹੜਾ ਬੌਂਡ ਹੈਗਾ ਉਹ ਫਿਰ ਉਹਦੇ ਹੱਕ ਦੇ ਵਿੱਚ ਉਹਦੀ ਪੇਮੈਂਟ ਲੈਣ ਦਾ ਜ਼ਿੰਮੇਵਾਰ ਬਣ ਜਾਂਦਾ ਹੈ, ਹੱਕਦਾਰ ਬਣ ਜਾਂਦਾ, ਜਿਸ ਦੇ ਹੱਕ ਦੇ ਵਿੱਚ ਬੌਂਡ ਭਰ ਕੇ ਦਿੱਤਾ ਜਾਂਦਾ ਹੈ। ਨੈਕਸਟ ਹੈ ਸਬਸੈਕਸ਼ਨ 6 ਚਾਰਜੇਬਲ। ਚਾਰਜੇਬਲ ਕੀ ਮਤਲਬ ਕਿ ਭਾਰ ਜਿਹਨੂੰ ਆਪਾਂ ਕਹਿ ਦਈਏ, ਮੀਨਸ as applied to an instrument executed or first executed. When such instrument was executed, where several persons executed the instrument at the different time first executed. ਜਦੋਂ ਕੋਈ ਵਿਅਕਤੀ ਕਿਸੇ ਦੇ ਹੱਕ ਦੇ ਵਿੱਚ ਕੋਈ ਆਪਣਾ ਐਗਰੀਮੈਂਟ ਬਣਾ ਕੇ ਦਿੰਦਾ ਹੈ, ਠੀਕ ਹੈ ਜੀ, ਮੈਂ ਇੰਨੇ ਪੈਸੇ ਦੇਣੇ ਜਾਂ ਇੰਨੇ ਪੈਸੇ ਲੈਣੇ ਆ, ਉਹ ਚਾਰਜੇਬਲ ਕਦੋਂ ਹੁੰਦਾ ਹੈ? ਜਦੋਂ ਉਹ ਐਗਜ਼ੀਕਿਊਟ ਹੋ ਜਾਂਦਾ, ਜਦੋਂ 2 ਪਾਰਟੀਆਂ ਵਿਚਕਾਰ ਐਗਰੀਮੈਂਟ ਹੋ ਗਿਆ,
दो पार्टियों विचकार एग्रीमेंट हो गया, ठीक है, एक पार्टी ने ਲੱਖ ਰੁਪਏ ਜਾਂ 2 ਲੱਖ ਰੁਪਏ ਲੈ ਲਿਆ, ਦੂਜੀ ਪਾਰਟੀ ਨੂੰ ਦੇਣਾ ਕਰ ਲਿਆ ਕਿ ਮੈਂ ਤੁਹਾਨੂੰ ਇੰਨੀ ਦੇਰ ਉਦੋਂ ਦੇਵਾਂਗਾ, ਮਹੀਨੇ ਨੂੰ ਦੇਵਾਂਗਾ, 2 ਮਹੀਨੇ ਨੂੰ ਦੇਵਾਂਗਾ, 6 ਮਹੀਨੇ ਨੂੰ ਦੇਵਾਂਗਾ। ਜਿੱਦਣ ਜਿਹੜਾ ਇੰਸਟਰੂਮੈਂਟ ਹੈਗਾ ਉਹ ਐਗਜ਼ੀਕਿਊਟ ਹੋ ਗਿਆ, ਉਦੋਂ ਹੀ ਉਹ ਚਾਰਜੇਬਲ ਹੋ ਗਿਆ। ਚਾਰਜੇਬਲ ਫਿਰ ਕਦੋਂ ਹੋਇਆ? ਜਦੋਂ ਜਿਹੜੀ ਸ਼ਰਤ ਸੀਗੀ ਉਹ ਜਦੋਂ ਪੂਰੀ ਹੋ ਜਾਂਦੀ ਹੈ, ਸ਼ਰਤ ਪੂਰੀ ਹੋਣ ਤੋਂ ਬਾਅਦ ਉਹ ਚਾਰਜੇਬਲ ਹੋ ਜਾਂਦਾ ਹੈ। ਚੈੱਕ ਬਾਰੇ ਆਪਾਂ ਸਾਰੇ ਜਾਣਦੇ ਹਾਂ, ਸਬਸੈਕਸ਼ਨ 7 ਹੈ ਚੈੱਕ ਕੀ ਹੁੰਦਾ। ਚੈੱਕ ਜਿਹੜਾ ਹੈਗਾ ਜਦੋਂ ਆਪਾਂ ਇੱਕ ਵਿਅਕਤੀ ਕਿਸੇ ਨੂੰ ਦੂਜੇ ਨੂੰ ਪੇਮੈਂਟ ਦੇਣੀ ਹੁੰਦੀ ਹੈ, ਠੀਕ ਹੈ, ਆਪਾਂ ਚੈੱਕ ਭਰ ਕੇ ਦਿੰਦੇ ਹਾਂ। ਚੈੱਕ ਕ੍ਰਾਸ ਚੈੱਕ ਵੀ ਹੁੰਦਾ ਹੈ, ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਜਿਸ ਦੇ ਨਾਮ ਤੇ ਚੈੱਕ ਬਿਲਡ ਚੈੱਕ ਵੀ ਹੋ ਸਕਦਾ ਹੈ। ਜਿਸ ਵਿਅਕਤੀ ਨੂੰ ਚੈੱਕ ਦਿੰਦੇ ਅਸੀਂ ਉਹ ਜਾ ਕੇ ਕੈਸ਼ ਜਾ ਕੇ ਕਾਊਂਟਰ ਤੋਂ ਕੈਸ਼ ਵੀ ਕਰਵਾ ਸਕਦਾ ਹੈ। ਜੇ ਚੈੱਕ ਬਿਲਡ ਹੋਵੇ, ਚੈੱਕ ਅਕਾਊਂਟ ਪੇ ਵੀ ਹੋ ਸਕਦਾ ਹੈ, ਚੈੱਕ ਤੁਹਾਡੇ ਖਾਤੇ 'ਚ ਜਾ ਕੇ ਜਮ੍ਹਾਂ ਹੋਏਗਾ, ਠੀਕ ਹੈ, ਜਿਸ ਵਿਅਕਤੀ ਦੇ ਨਾਂ ਤੇ ਦਿੱਤਾ ਹੁੰਦਾ ਉਹ ਬੰਦਾ ਜਾ ਕੇ ਚੈੱਕ ਕਢਵਾ ਸਕਦਾ ਹੈ। ਜੇ ਅਸੀਂ ਉਹਨੂੰ ਮਤਲਬ ਕਿ ਕ੍ਰਾਸ ਕਰ ਦਿੰਦੇ ਹਾਂ ਤਾਂ ਉਹਦੇ ਅਕਾਊਂਟ 'ਚ ਜਾ ਕੇ ਜਮ੍ਹਾਂ ਹੋ ਜਾਂਦਾ ਹੈ। ਕਲੈਕਟਰ ਬਾਰੇ ਸਾਨੂੰ ਪਤਾ ਹੈ, ਜ਼ਿਲ੍ਹੇ ਦਾ ਜਿਹੜਾ ਕਲੈਕਟਰ ਹੁੰਦਾ, ਡਿਪਟੀ ਕਮਿਸ਼ਨਰ, ਉਹਨੂੰ ਅਸੀਂ ਕਲੈਕਟਰ ਕਹਿੰਦੇ ਹਾਂ। ਕਨਵੈਂਸ ਕੀ ਹੁੰਦੀ ਹੈ? ਕਨਵੈਂਸ ਇੱਕ ਡੀਡ ਹੁੰਦੀ ਹੈ, ਮਤਲਬ ਕਿ ਕੋਈ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ ਜਾਂ ਪਾਰਟੀਆਂ ਵਿਚਕਾਰ ਜਾਰੀ ਕੀਤੀਆਂ ਜਾਂ ਕਿਸੇ ਸੈਮੀ ਗਵਰਨਮੈਂਟ ਨੇ ਜਾਰੀ ਦਿੱਤੀ ਹੁੰਦੀ ਹੈ। ਜੇ ਕੋਈ ਸੇਲ ਦੇ ਵਿੱਚ ਕੋਈ ਪਰਚੇਜ ਕਰਦਾ, ਕੋਈ ਆਕਸ਼ਨ 'ਚ ਕੋਈ ਪਰਚੇਜ ਕਰਦਾ ਹੈ, ਕੋਈ ਪ੍ਰਾਪਰਟੀ ਪਰਚੇਜ ਕਰਦਾ ਹੈ, ਠੀਕ ਹੈ, ਮੂਵਲ ਪ੍ਰਾਪਰਟੀ ਕਰਦਾ, ਕਿਸੇ ਆਕਸ਼ਨ 'ਚ ਪਰਚੇਜ ਕਰਦਾ, ਤਾਂ ਜਦੋਂ ਉਹ ਡਾਕੂਮੈਂਟ ਜਿਹੜਾ ਬਣਾ ਕੇ ਦਿੱਤਾ ਜਾਂਦਾ, ਕੰਸਰਨਡ ਜਿਹੜਾ ਆਕਸ਼ਨਰ ਹੈਗਾ, ਆਕਸ਼ਨਰ ਆਫੀਸਰ ਹੁੰਦਾ ਹੈਗਾ, ਉਹਦੇ ਵੱਲੋਂ ਜੋ ਡਾਕੂਮੈਂਟ ਬਣਾ ਕੇ ਦਿੰਦਾ, ਸੇਲ ਡੀਡ ਬਣਾ ਕੇ ਦਿੱਤੀ ਜਾਂਦੀ ਹੈ, ਉਸ ਨੂੰ ਅਸੀਂ ਕਨਵੈਂਸ ਕਹਿ ਦਿੰਦੇ ਹਾਂ। ਡਿਊਲੀ ਸਟੈਂਪਡ ਕੀ ਹੁੰਦਾ ਹੈ? ਕੋਈ ਡਾਕੂਮੈਂਟ ਜਿਹਦੇ ਉੱਪਰ ਸਟੈਂਪ ਲੱਗਣੀ ਹੁੰਦੀ ਹੈ। ਜੇਕਰ ਪੂਰੀ ਸਟੈਂਪ ਲੱਗੀ ਹੋਈ ਹੋਵੇ ਤਾਂ ਉਹਨੂੰ ਅਸੀਂ ਡਿਊਲੀ ਸਟੈਂਪਡ ਕਹਿੰਦੇ ਹਾਂ। ਜੇਕਰ ਸਟੈਂਪ ਘੱਟ ਲੱਗੀ ਹੋਈ ਹੋਵੇ ਤਾਂ ਉਹਨੂੰ ਡਿਊਲੀ ਸਟੈਂਪ ਨਹੀਂ ਕਿਹਾ ਜਾ ਸਕਦਾ। ਨਾਟ ਲੈਸ ਦੈਨ ਦਾ ਪ੍ਰੋਪਰ ਅਮਾਊਂਟ। ਜੇ ਪ੍ਰੋਪਰ ਅਮਾਊਂਟ ਦੀ ਜਿਹੜੀ ਸਟੈਂਪ ਹੈ ਉਹ ਨਹੀਂ ਲੱਗੀ ਹੁੰਦੀ ਤਾਂ ਉਹਨੂੰ ਅਸੀਂ ਡਿਊਲੀ ਸਟੈਂਪ ਨਹੀਂ ਕਹਿ ਸਕਦੇ। ਨੈਕਸਟ ਹੈ ਐਗਜ਼ੀਕਿਊਟਡ ਐਂਡ ਐਗਜ਼ੀਕਿਊਸ਼ਨ। ਇਹ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ। ਐਗਜ਼ੀਕਿਊਸ਼ਨ ਕੀ ਹੁੰਦੀ ਹੈ? ਐਗਜ਼ੀਕਿਊਸ਼ਨ ਤਾਂ ਉਹ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਲਾਗੂ ਕਰਨਾ ਹੋਵੇ। ਐਗਜ਼ੀਕਿਊਟਡ ਕਦੋਂ ਕੀ ਹੁੰਦੀ ਹੈ? ਜਦੋਂ ਦੋ ਪਾਰਟੀਆਂ ਆਪਸ ਦੇ ਵਿੱਚ, ਕੋਈ ਵਿਅਕਤੀ ਨੇ ਕੋਈ ਪ੍ਰੋਪਰਟੀ ਸੇਲ ਕਰਨੀ ਹੈ, ਮੌਰਗੇਜ ਕਰਨੀ ਹੈ, ਗਿਫਟ ਕਰਨੀ ਹੈ, ਜਦੋਂ ਉਹ ਪ੍ਰੋਪਰਟੀ ਤੇ ਜਦੋਂ ਉਹ ਡਾਕੂਮੈਂਟ ਦੇ ਉੱਪਰ ਸਾਈਨ ਕਰ ਦਿੰਦਾ ਹੈ, ਤਾਂ ਵਿਟਨੈਸ ਦੀ ਹਾਜ਼ਰੀ ਦੇ ਵਿੱਚ ਜਦੋਂ ਕੋਈ ਵਿਅਕਤੀ ਸਾਈਨ ਕਰ ਦਿੰਦਾ ਤਾਂ ਉਹਨੂੰ ਕਹਿੰਦੇ ਨੇ ਵੀ ਇਸ ਨੇ ਡਾਕੂਮੈਂਟ ਨੂੰ ਐਗਜ਼ੀਕਿਊਟ ਕਰ ਲਿਆ, ਠੀਕ ਹੈ। ਐਗਜ਼ੀਕਿਊਸ਼ਨ ਟੋਟਲੀ ਡਿਫਰੈਂਟ ਹੁੰਦੀ ਹੈ। ਐਗਜ਼ੀਕਿਊਸ਼ਨ ਉਹ ਹੁੰਦੀ ਹੈ ਕਿਸੇ ਆਰਡਰ ਨੂੰ ਐਗਜ਼ੀਕਿਊਟ ਕਰਨਾ। ਕੋਈ ਅਟੈਚਮੈਂਟ ਆ ਗਈ, ਕੋਈ ਸੇਲ ਕਰਦੀ, ਕੋਈ ਅਟੈਚਮੈਂਟ ਦਾ ਆਰਡਰ ਆ ਗਿਆ, ਕੋਈ ਵਾਰੰਟ ਆਫ ਪੋਜੈਸ਼ਨ ਦਾ ਆਰਡਰ ਆ ਗਿਆ, ਕੋਈ ਡਿਗਰੀ ਪਾਸ ਹੋ ਕੇ ਆ ਗਈ, ਡਿਗਰੀ ਦੇ ਅਗੇਂਸਟ ਕਿਸੇ ਨੂੰ ਕਬਜ਼ਾ ਦਿਵਾਉਣਾ ਹੈਗਾ ਜਾਂ ਕੋਈ ਅਮਾਊਂਟ ਪੇ ਕਰਵਾਉਣੀ ਹੈਗੀ ਹੈ ਕਿਸੇ ਕੋਰਟ ਦੇ ਆਰਡਰ ਦੇ ਨਾਲ, ਉਹਨੂੰ ਅਸੀਂ ਕਹਿੰਦੇ ਐਗਜ਼ੀਕਿਊਸ਼ਨ ਕਰਨੀ, ਜਿਹਨੂੰ ਕੋਈ ਅਜ਼ਰਾਏ ਕਰਨੀ। ਨੈਕਸਟ ਹੈ ਸਬਸੈਕਸ਼ਨ 13 ਇੰਪ੍ਰੈਸਡ ਸਟੈਂਪ। ਇੰਪ੍ਰੈਸਡ ਸਟੈਂਪ ਕੀ ਹੁੰਦੀਆਂ ਨੇ? ਇੰਪ੍ਰੈਸ ਸਟੈਂਪ ਜਿਹੜਾ ਆਪਣਾ ਅਸਟਾਮ ਹੁੰਦਾ ਹੈਗਾ, ਇਹਦੇ ਉੱਪਰ ਜੋ ਸਟੈਂਪ ਛਪੀ ਹੋਈ ਹੁੰਦੀ ਹੈ, ਠੀਕ ਹੈ, ਇਹਨੂੰ ਅਸੀਂ ਇੰਪ੍ਰੈਸ ਸਟੈਂਪ ਪੇਪਰ ਕਹਿੰਦੇ ਹਾਂ। ਅਸਟਾਮਾਂ ਨੂੰ ਅਸੀਂ ਇੰਪ੍ਰੈਸ ਸਟੈਂਪ ਲੈਬਲਸ ਅਫਿਕਸਡ ਐਂਡ ਇੰਪ੍ਰੈਸਡ ਬਾਈ ਦਾ ਪ੍ਰੋਪਰ ਆਫੀਸਰ। ਜਿਹੜੇ ਇਹ ਡਾਕੂਮੈਂਟ ਬਣੇ ਹੋਏ ਹੁੰਦੇ ਨੇ, ਸਟਾਮ ਬਣੇ ਹੋਏ ਹੁੰਦੇ ਨੇ, ਇਹਦੇ ਉੱਪਰ ਜੋ ਸਟੈਂਪ ਲੱਗਿਆ ਹੋਇਆ ਹੁੰਦਾ, ਉੱਪਰਲਾ ਇੰਪ੍ਰੈਸ ਕੀਤਾ ਹੈ ਉਹਦੇ ਵਿੱਚ ਹੀ ਪ੍ਰਿੰਟ ਕੀਤਾ ਹੋਇਆ ਹੁੰਦਾ, ਉਹਨੂੰ ਅਸੀਂ ਇੰਪ੍ਰੈਸ ਸਟੈਂਪ ਕਹਿ ਦਿੰਦੇ ਹਾਂ। ਸਟੈਂਪਸ ਇੰਬੋਸਡ ਔਰ ਇੰਗਰੇਵਡ ਔਨ ਦਾ ਸਟੈਂਪ ਪੇਪਰ। ਜਿਵੇਂ ਕਿ ਹੁਣ ਤੁਸੀਂ ਦੇਖਦੇ ਹੋ ਫੋਰਨ ਕੰਟਰੀ ਦੇ ਵਿੱਚੋਂ ਸਾਡੇ ਕੋਲ ਕੋਈ ਪਾਵਰ ਅਟਾਰਨੀਜ਼ ਆਉਂਦੀਆਂ ਨੇ, ਜਦੋਂ ਪਾਵਰ ਅਟਾਰਨੀਜ਼ ਆਉਂਦੀਆਂ ਤੇ ਅਸੀਂ ਕਮਿਸ਼ਨਰ ਆਫਿਸ ਜਾ ਕੇ ਉਹਨਾਂ ਨੂੰ ਇੰਬੋਸ ਕਰਵਾਉਂਦੇ ਹਾਂ। ਇੰਬੋਸ ਦਾ ਕੋਈ ਸਿਸਟਮ ਹੁੰਦਾ ਹੈਗਾ, ਇੰਬੋਸਿੰਗ ਹੁੰਦੀ ਹੈ, ਉਹ ਪ੍ਰਿੰਟਿੰਗ ਹੁੰਦੀ ਹੈ, ਇੱਕ ਮਸ਼ੀਨ ਇੰਬੋਸਿੰਗ ਮਸ਼ੀਨ ਹੁੰਦੀ ਹੈ, ਇੰਬੋਸਿੰਗ ਮਸ਼ੀਨ ਉਹਦੇ ਉੱਪਰ ਸਟੈਂਪਿੰਗ ਕਰ ਦਿੰਦੀ ਹੈ, ਠੀਕ ਹੈ, ਉਹਨੂੰ ਅਸੀਂ ਇੰਬੋਸਿੰਗ ਕਹਿ ਦਿੰਦੇ ਹਾਂ। ਉਹਦੇ ਉੱਪਰ ਸਟੈਂਪਿੰਗ ਕਰ ਦਿੰਦੇ ਤੇ ਜਿਹੜੇ ਡਿਊਲੀ ਜਿਹੜੇ ਚਾਰਜਸ ਹੁੰਦੇ ਨੇ, ਸਟੈਂਪ ਪੇਪਰਸ ਹੁੰਦੇ ਨੇ, ਜਾਂ ਉਹਦੇ ਆਪਾਂ ਅੱਜ ਕੱਲ੍ਹ ਡਾਕਖਾਨੇ ਚੋਂ ਜਿਹੜੇ ਹੁੰਦੇ ਆ ਉਹ ਲੈ ਕੇ ਲਗਾਏ ਜਾਂਦੇ ਨੇ ਕਿਸੇ ਆਪਣਾ ਜਦੋਂ ਅਟਾਰਨੀ ਨੂੰ ਅਸੀਂ ਟੈਸਟ ਕਰਵਾਉਣਾ ਹੈਗਾ। ਹੁਣ ਜਿਹੜੀਆਂ ਪਾਵਰਾਂ ਨੇ ਪਹਿਲਾਂ ਕਮਿਸ਼ਨਰ ਆਫਿਸ 'ਚ ਹੁੰਦੀਆਂ ਸੀਗੀਆਂ, ਠੀਕ ਹੈ, ਹੁਣ ਇਹ ਪਾਵਰ ਕੰਸਰਨ ਡੀਸੀਆਂ ਕੋਲ ਵੀ ਚਲੀਆਂ ਗਈਆਂ। ਆਪਣੇ ਜ਼ਿਲ੍ਹੇ ਦੇ ਵਿੱਚ ਜੇ ਕੋਈ ਪਾਵਰ ਅਟਾਰਨੀ ਵਗੈਰਾ ਹੁੰਦੀ ਹੈ ਤਾਂ ਉਹਦੀ ਜਿਹੜੀ ਇੰਬੋਸਿੰਗ ਹੁੰਦੀ ਹੈ ਉਹ ਕੰਸਰਨ ਡਿਪਟੀ ਕਮਿਸ਼ਨਰ ਕਲੈਕਟਰ ਵੱਲੋਂ ਕੀਤੀ ਜਾਂਦੀ ਹੈ। ਨੈਕਸਟ ਆ ਗਿਆ ਸੈਕਸ਼ਨ 13 ਇੰਡੀਆ ਕਿ ਚਲੋ ਇੰਸਟਰੂਮੈਂਟ ਕੀ ਹੁੰਦਾ ਹੈ? ਇੰਸਟਰੂਮੈਂਟ ਕੋਈ ਵੀ ਡਾਕੂਮੈਂਟ, ਚਾਹੇ ਉਹ ਸੇਲ ਦਾ ਹੈ, ਚਾਹੇ ਉਹ ਮੌਰਗੇਜ ਦਾ ਹੈ, ਚਾਹੇ ਉਹ ਗਿਫਟ ਦਾ ਹੈਗਾ, ਚਾਹੇ ਕੋਈ ਐਗਰੀਮੈਂਟ ਹੈਗਾ ਪਾਰਟੀਆਂ ਵਿਚਕਾਰ, ਠੀਕ ਹੈ, includes every document by which any right or liability, ਕੋਈ ਇੱਕ ਬੰਦਾ ਆਪਦੇ ਰਾਈਟ ਕਲੇਮ ਕਰਦਾ, ਦੂਜਾ ਬੰਦੇ ਦੀ ਲਾਇਬਿਲਿਟੀ ਬਣ ਜਾਂਦੀ ਹੈ, ਠੀਕ ਹੈ। purports to be created, ਜਦੋਂ ਕੋਈ ਡਾਕੂਮੈਂਟ ਕ੍ਰੀਏਟ ਹੁੰਦਾ ਹੈ, ਕੋਈ ਇੰਸਟਰੂਮੈਂਟ ਬਣਦਾ ਹੈ, ਤਾਂ ਉਹਦੇ ਨਾਲ ਕੀ ਹੁੰਦਾ ਹੈ? ਕ੍ਰੀਏਟ ਹੁੰਦੇ ਨੇ, ਕੀ ਹੁੰਦੇ ਨੇ? ਕ੍ਰੀਏਟ, ਕਿਸੇ ਦੇ ਰਾਈਟਸ ਕ੍ਰੀਏਟ ਹੋ ਜਾਂਦੇ ਨੇ, ਕਿਸੇ ਦੀ ਲਾਇਬਿਲਿਟੀਜ਼ ਕ੍ਰੀਏਟ ਹੋ ਜਾਂਦੀ ਹੈ, ਠੀਕ ਹੈ। ਟ੍ਰਾਂਸਫਰਡ ਲਿਮਟਡ, ਕੋਈ ਵਿਅਕਤੀ ਆਪਣੇ ਜਿਹੜੇ ਰਾਈਟਸ ਹੈ ਦੂਜੇ ਨੂੰ ਟ੍ਰਾਂਸਫਰ ਕਰ ਦਿੰਦਾ ਹੈ।
ਲਿਮਟਿਡ ਵੀ ਹੋ ਸਕਦੇ ਨੇ, ਫੁੱਲੀ ਵੀ ਹੋ ਸਕਦੇ ਨੇ। ਠੀਕ ਹੈ, ਇਹਨੂੰ ਅਸੀਂ ਇੰਸਟਰੂਮੈਂਟ ਕਹਿੰਦੇ ਆ। ਜਿੰਨੇ ਵੀ ਸਾਡੇ ਕੋਲ ਦਸਤਾਵੇਜ਼ ਆਉਂਦੇ ਨੇ ਦੋ ਪਾਰਟੀਆਂ ਦੇ ਆਪਸ 'ਚ, ਚਾਹੇ ਕੋਈ ਤਬਾਦਲਾਨਾਮਾ ਹੈਗਾ, ਚਾਹੇ ਕੋਈ ਗਹਿਣੇ ਦੀ ਰਜਿਸਟਰੀ ਹੈ, ਚਾਹੇ ਕੋਈ ਬੈਅ ਦੀ ਰਜਿਸਟਰੀ ਹੈ, ਇਹ ਸਾਰੇ ਨੂੰ ਅਸੀਂ ਇੰਸਟਰੂਮੈਂਟ ਕਹਿੰਦੇ ਆ। ਇੰਸਟਰੂਮੈਂਟ ਆਫ ਪਾਰਟੀਸ਼ਨ, ਇੰਸਟਰੂਮੈਂਟ ਆਫ ਪਾਰਟੀਸ਼ਨ ਕੀ ਹੈ? ਸਨਦ ਤਕਸੀਮ ਕਹਿ ਲਈਏ, ਜਾਂ ਫਿਰ ਜਾਂ ਪਾਰਟੀਆਂ ਦੇ ਵਿਚਕਾਰ ਜਿਹੜਾ ਐਗਰੀਮੈਂਟ ਹੁੰਦਾ ਤਕਸੀਮ ਦਾ, ਉਹਨੂੰ ਵੀ ਇੰਸਟਰੂਮੈਂਟ ਆਫ ਪਾਰਟੀਸ਼ਨ ਕਹਿ ਸਕਦੇ ਆ। ਜਾਂ ਤਹਿਸੀਲਦਾਰ ਵੱਲੋਂ ਜਾਰੀ ਕੀਤੀ ਜਿਹੜੀ ਸਨਦ ਹੁੰਦੀ ਹੈ ਤਕਸੀਮ ਦੀ, ਕੋਸ਼ੇਅਰ ਦੀ, ਜਿਹੜੇ ਸ਼ੇਅਰ ਹੋਲਡਰ ਹੁੰਦੇ ਉਹਨਾਂ ਦੀ ਜ਼ਮੀਨ ਦੀ ਜਦੋਂ ਤਕਸੀਮ ਹੁੰਦੀ ਹੈ, ਉਹਨੂੰ ਅਸੀਂ ਇੰਸਟਰੂਮੈਂਟ ਆਫ ਪਾਰਟੀਸ਼ਨ ਕਹਿ ਦਿੰਦੇ ਹਾਂ। ਲੀਜ਼ ਕੀ ਹੁੰਦੀ ਹੈ? ਲੀਜ਼ ਜਦੋਂ ਕੋਈ ਵਿਅਕਤੀ, ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਕੋਈ ਆਪਣੀ ਜਾਇਦਾਦ, ਕੋਈ ਪ੍ਰਾਪਰਟੀ, ਕੋਈ ਐਗਰੀਕਲਚਰ ਲੈਂਡ ਜਾਂ ਕੋਈ ਸ਼ਾਪ, ਕੋਈ ਕਮਰਸ਼ੀਅਲ ਪ੍ਰਾਪਰਟੀ ਜਾਂ ਕੋਈ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਕੁਝ ਸਮੇਂ ਦੇ ਲਈ, ਸਾਲ 2 ਸਾਲ ਲਈ, 10 ਸਾਲਾਂ ਲਈ, 5 ਸਾਲਾਂ ਲਈ, ਠੀਕ ਹੈ, ਕਿਸੇ ਫਿਕਸ ਟਰਮ ਦੇ ਲਈ ਕੋਈ ਅੱਗੇ ਲੀਜ਼ ਤੇ ਦਿੰਦਾ, ਪੱਟੇ ਤੇ ਦਿੰਦਾ, ਉਹਨੂੰ ਅਸੀਂ ਲੀਜ਼ ਕਹਿ ਦਿੰਦੇ। ਇਹਨੂੰ ਪੱਟਾ ਵੀ ਕਹਿ ਦਿੰਦੇ, ਇਹਨੂੰ ਕਬੂਲੀਅਤਨਾਮਾ ਵੀ ਕਹਿ ਦਿੰਦੇ ਆ। ਠੀਕ ਹੈ, ਇਹਦੇ ਵਿੱਚ ਨਾਲ ਇਹਨੇ ਕਿਹਾ ਵੀ ਇੰਸਟਰੂਮੈਂਟ ਬਾਈ ਵਿਚ ਟੋਲਸ ਆਫ ਐਨੀ, ਕੋਈ ਲੀਜ਼ ਦੇਣੀ ਜਾਂ ਕੋਈ ਜਿਵੇਂ ਟੋਲ ਪਲਾਜ਼ਾ ਕੋਈ ਬਣਿਆ ਹੈ ਹੁੰਦਾ, ਉਹਨੂੰ ਅੱਗੇ ਫਰਦਰ ਲੀਜ਼ ਤੇ ਦੇ ਦੇਣਾ। ਠੀਕ ਹੈ, ਐਨੀ ਰਾਈਟਿੰਗ on an application for the lease intended to signify that the application is granted। ਮਤਲਬ ਕਿ ਕੋਈ ਇਹ ਜ਼ਰੂਰੀ ਹੈਗਾ ਵੀ ਕੋਈ ਪ੍ਰੋਪਰਟੀ ਇਮੂਵੇਬਲ ਹੋ ਸਕਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲੀਜ਼ ਬਾਰੇ ਕੀ ਹੈਗਾ, ਪਰ ਇਹਦੇ ਵਿੱਚ ਨਾਲ ਇਹਨੇ ਟੋਲ ਪਲਾਜ਼ਾ ਦੀ ਗੱਲ ਕਰਦੀ ਹੈ। ਕੋਈ ਟੋਲ ਪਲਾਜ਼ਾ ਹੈਗਾ, ਉਹਨੂੰ ਅਸੀਂ ਕਿਰਾਏ ਤੇ ਅੱਗੇ ਦਿੰਦੇ ਹੈਗੇ ਆ, ਉਹ ਫਰਦਰ ਉਹ ਜਿਹੜਾ ਇੰਸਟਰੂਮੈਂਟ ਹੈ ਉਹਨੂੰ ਵੀ ਅਸੀਂ ਲੀਜ਼ ਹੀ ਕਹਿ ਸਕਦੇ ਹਾਂ। ਨੈਕਸਟ ਆ ਗਿਆ ਮਾਰਕੀਟੇਬਲ ਸਿਕਿਉਰਿਟੀ। ਸਿਕਿਉਰਿਟੀ ਕੀ ਹੈ? ਗਰੰਟੀ ਹੁੰਦੀ ਹੈ। ਮੀਨਸ ਸਿਕਿਉਰਿਟੀ ਆਫ ਸੱਚ description as to be capable of being sold in any stock market। ਸਟਾਕ ਮਾਰਕੀਟ ਦੇ ਜਿਹੜੇ ਅਸੀਂ ਸ਼ੇਅਰ ਵਗੈਰਾ ਸੇਲ ਕਰਦੇ ਹਾਂ, ਠੀਕ ਹੈ ਜੀ, ਉਹ ਮਾਰਕੀਟੇਬਲ ਸਿਕਿਉਰਿਟੀ ਹੁੰਦੀ ਹੈ। ਜਿਹੜੇ ਸ਼ੇਅਰ ਵਗੈਰਾ ਹੁੰਦੇ ਆ ਉਹਨਾਂ ਨੂੰ ਅਸੀਂ ਮਾਰਕੀਟ ਸੇਲ ਕਰਦੇ ਹੁੰਦੇ ਆ, ਤੇ ਉਹ ਮਾਰਕੀਟੇਬਲ ਸਿਕਿਉਰਿਟੀ ਉਹਨੂੰ ਕਈ ਵਿਅਕਤੀ ਹੈਗਾ, ਕੋਈ ਬੈਂਕ ਹੈਗਾ, ਉਹਨੂੰ ਐਜ਼ ਸਿਕਿਉਰਿਟੀ ਰੱਖ ਕੇ ਉਹਨੂੰ ਅੱਗੇ ਫਰਦਰ ਲੋਨ ਵੀ ਦੇ ਸਕਦੇ ਹੁੰਦੇ ਆ, ਤਦ ਇਸ ਨੂੰ ਮਾਰਕੀਟੇਬਲ ਸਿਕਿਉਰਿਟੀ ਕਿਹਾ ਹੈਗਾ। ਜਿਹੜੀ ਮਾਰਕੀਟ ਦੇ ਇਹ ਇੰਸ਼ੋਰੈਂਸ ਟਾਈਪ ਨਹੀਂ ਆਊਗੀ ਜਿੱਦਾਂ ਮਾਰਕੀਟੇਬਲ ਸਿਕਿਉਰਿਟੀ ਆ, ਅਸੀਂ ਜਿੱਦਾਂ ਇੰਸ਼ੋਰੈਂਸ ਕਿਸੇ ਚੀਜ਼ ਦੀ ਕਰਾ ਦਿੰਦੇ ਆ ਆਪਣੀ ਦੀ, ਇਹ ਇਸ ਪਰਪਸ ਲਈ ਨਹੀਂ ਸ਼ਬਦ ਹੈ ਮਾਰਕੀਟੇਬਲ ਸਿਕਿਉਰਿਟੀ ਸਰ? ਨਹੀਂ, ਜਿਹਨੂੰ ਅਸੀਂ ਮਾਰਕੀਟ 'ਚ ਸੇਲ ਕਰ ਪਾਈਏ। ਤੁਸੀਂ ਇੰਸ਼ੋਰੈਂਸ ਨੂੰ ਸੇਲ ਨਹੀਂ ਨਾ ਕਰ ਪਾਉਂਦੇ ਕਿਤੇ। ਅੱਛਾ ਜੀ। ਇੰਸ਼ੋਰੈਂਸ ਕਿਤੇ ਸੇਲ ਨਹੀਂ ਹੋ ਪਾਉਂਦੀ। ਸਟਾਕ ਮਾਰਕੀਟ ਦੇ ਵਿੱਚ ਆਪਾਂ ਸ਼ੇਅਰ ਹੀ ਸੇਲ ਕਰਦੇ ਆ ਨਾ ਜੀ, ਸ਼ੇਅਰ ਹੋਣ, ਡਿਬੈਂਚਰ ਹੋਣ, ਠੀਕ ਹੈ, ਉਹ ਸੇਲ ਕਰ ਪਾਉਂਦੇ ਆ। ਇਹ ਮਾਰਕੀਟੇਬਲ ਸਿਕਿਉਰਿਟੀ ਨੂੰ ਅਸੀਂ ਸਿਕਿਉਰਿਟੀ ਦੇ ਰੂਪ 'ਚ ਰੱਖ ਸਕੀਏ। ਪਰ ਉਹ ਗੱਲ ਵੱਖਰੀ ਹੈ ਵੀ ਤੁਹਾਡੀ ਲਾਈਫ, ਤੁਹਾਡੀ ਜਿਹੜੀ, ਜੇ ਤੁਸੀਂ ਕਿਤੇ ਲੋਨ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਸਿਕਿਉਰਿਟੀ ਨੂੰ ਵੀ, ਲਾਈਫ ਇੰਸ਼ੋਰੈਂਸ ਦੀ ਜਿਹੜੀ ਪਾਲਿਸੀ ਹੁੰਦੀ ਆ ਉਹਨੂੰ ਵੀ ਕਈ ਬੈਂਕ ਵਗੈਰਾ ਜਿਹੜੇ ਰੱਖ ਲੈਂਦੇ ਆ, ਪਰ ਉਹ ਤਾਂ ਰੱਖਦੇ ਹੈਗੇ ਵੀ ਜੇ ਬੰਦੇ ਦੀ ਡੈਥ ਹੋ ਗਈ ਤਾਂ ਅਸੀਂ ਪੈਸੇ ਤੋਂ ਵਸੂਲਾਂਗੇ, ਤਾਂ ਅਸੀਂ ਇੰਸ਼ੋਰੈਂਸ ਕੰਪਨੀ ਤੋਂ ਪੈਸੇ ਲੈਵਾਂਗੇ, ਪਰ ਉਹ ਸੇਲ ਨਹੀਂ ਹੈਗੀ। ਪਰ ਇੱਥੇ ਸਟੈਂਪਸ ਵਗੈਰਾ ਤਾਂ ਨਹੀਂ ਲੱਗਦੇ ਨਾ, ਜਿਹੜੇ ਸੇਲ ਕਰ ਦਿੰਦੇ, ਸ਼ੇਅਰ ਸੇਲ ਕਰਦੇ ਅੱਗੇ ਪਿੱਛੇ ਸ਼ੇਅਰ ਲੱਗਦੇ ਆ ਜੀ, ਲੱਗਦੇ ਆ, ਸਾਰਾ ਇਹ ਤੇ ਲੱਗਦੇ ਆ, ਥੋੜੇ ਲੱਗਦੇ ਆ, ਤੇ ਪ੍ਰਸਕ੍ਰਾਈਬਡ ਕੀ ਪਰਫਾਰਮ ਹੈ, ਲੱਗਦੇ ਆ। ਠੀਕ ਹੈ ਸਰ। ਹਾਂ, ਲੱਗਦੇ। ਮੌਰਗੇਜ ਡੀਡ ਬਾਰੇ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਜਦੋਂ ਕੋਈ ਪ੍ਰਾਪਰਟੀ ਆਪਦੀ ਕੋਈ ਕਿਸੇ ਬੈਂਕ ਕੋਲੇ, ਕੋਈ ਹੋਰ ਕੋਲੇ, ਠੀਕ ਹੈ, ਕੋਈ ਪੈਸਾ ਲੈਣ ਦੀ ਖਾਤਰ, ਲੋਨ ਲੈਣ ਦੀ ਖਾਤਰ ਅਸੀਂ ਕਿਸੇ ਕੋਲੇ ਮੌਰਗੇਜ ਡੀ ਲਿਖਦੇ ਆ, ਉਹਨੂੰ ਮੌਰਗੇਜ ਡੀ ਕਿਹਾ ਜਾਂਦਾ। ਪੇਪਰ, ਚਲੋ ਪੇਪਰ ਤਾਂ ਪੇਪਰ ਨੂੰ ਹੀ ਕਿਹਾ ਗਿਆ ਹੈਗਾ, ਇਨਕਲੂਡਸ ਐਨੀ ਵੈਲਿਊਮ। ਸਰ ਜੀ ਸਰ, ਮੈਂ ਲੇਟ ਜੁਆਇਨ ਕੀਤਾ ਹੈ, ਕਿਹੜਾ ਪੜ੍ਹਾ ਰਹੇ ਹੋ ਸਰ? ਆਪਾਂ ਸਟੈਂਪ ਐਕਟ ਪੜ੍ਹ ਰਹੇ ਹਾਂ ਜੀ। ਸਟੈਂਪ ਐਕਟ ਦਾ ਸ਼ੁਰੂ ਹੀ ਕੀਤਾ, ਡੈਫੀਨੇਸ਼ਨ ਕਲੌਜ਼ ਦਾ ਸ਼ੁਰੂ ਕੀਤਾ, ਸੈਕਸ਼ਨ ਨੰਬਰ 2 ਸਟੈਂਪ ਐਕਟ। ਠੀਕ ਹੈ ਸਰ। ਇੰਡੀਅਨ ਸਟੈਂਪ ਐਕਟ ਸੈਕਸ਼ਨ 2 ਇਹਦੀ ਡੈਫੀਨੇਸ਼ਨ ਕਲੌਜ਼ ਸ਼ੁਰੂ ਕੀਤੀ ਵੀ ਹੈਗੀ ਹੈ, ਅੱਜ ਸਟਾਰਟ ਹੀ ਕੀਤਾ ਹੈਗਾ, ਤੁਸੀਂ ਉਹ ਕੱਢ ਲਓ। ਓਕੇ। ਹਾਂ, ਸਬ ਸੈਕਸ਼ਨ 17 ਤੇ ਆ ਜਾਓ। ਸਬ ਸੈਕਸ਼ਨ 17 ਆਪਾਂ ਮੌਰਗੇਜ ਡੀਡ ਪੜ੍ਹ ਰਹੇ ਸੀਗੇ। ਜਦੋਂ ਕੋਈ ਬੈਂਕ ਆਪਣੀ ਜਿਹੜੀ ਮਨੀ ਹੈਗੀ ਹੈ, ਕੋਈ ਲੈਂਡ ਕਿਸੇ ਨੂੰ ਉਧਾਰ ਦਿੰਦਾ ਹੈਗਾ, ਉਹ ਆਪਦੀ ਮਨੀ ਨੂੰ ਸਿਕਿਉਰ ਕਰਨ ਦੀ ਖਾਤਰ, ਠੀਕ ਹੈ, ਜਦੋਂ ਕੋਈ ਨੋਟ ਬਣਾਇਆ ਜਾਂਦਾ, ਇੰਸਟਰੂਮੈਂਟ ਬਣਾਇਆ ਜਾਂਦਾ ਹੈਗਾ, ਬੈਂਕ ਬਣਾਉਂਦਾ ਹੈ ਪਾਰਟੀ ਤੋਂ, ਜਿਹੜੀ ਪਾਰਟੀ ਨੂੰ ਲੋਨ ਦਿੰਦਾ ਉਸ ਪਾਰਟੀ ਦੇ ਸਾਈਨ ਕਰਵਾਉਂਦਾ, ਤਾਂ ਉਹਨੂੰ ਆਪਾਂ ਕਹਿੰਦੇ ਆ ਮੌਰਗੇਜ ਡੀਡ ਟੂ ਸਿਕਿਉਰ ਦਾ ਪੇਮੈਂਟ ਗਿਵਨ ਬਾਈ ਦਾ ਬੈਂਕ ਟੂ ਦਾ ਪਰਸਨ। ਠੀਕ ਹੈ, ਉਸ ਵਿਅਕਤੀ ਤੋਂ ਜਿਹੜਾ ਮੌਰਗੇਜ ਡੀਡ ਲਿਖਵਾਈ ਜਾਂਦੀ ਹੈ ਬੈਂਕ ਦੇ ਹੱਕ ਦੇ ਵਿੱਚ, ਤਾਂ ਕਿ ਜਿਹੜੀ ਉਹਦੀ ਮਨੀ ਹੈਗੀ ਉਹਦੇ ਵੱਲੋਂ ਪੇ ਕੀਤੀ ਗਈ ਹੈ ਉਹ ਸਿਕਿਉਰ ਰਹੇ। ਪੇਪਰ ਦਾ ਜਿਹਦੇ ਉੱਪਰ ਕੋਈ ਇੰਸਟਰੂਮੈਂਟ ਲਿਖਿਆ ਜਾ ਸਕਦਾ ਉਹਨੂੰ ਪੇਪਰ ਕਹਿ ਸਕਦੇ ਹਾਂ। ਪਾਲਿਸੀ ਆਫ ਇੰਸ਼ੋਰੈਂਸ। ਪਾਲਿਸੀ ਆਫ ਇੰਸ਼ੋਰੈਂਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ, ਜਦੋਂ ਅਸੀਂ ਪ੍ਰੀਮੀਅਮ ਪੇ ਕਰਦੇ ਹਾਂ ਕਿਸੇ ਪਾਲਿਸੀ ਦੇ ਅਗੇਂਸਟ ਅਸੀਂ ਪ੍ਰੀਮੀਅਮ ਪੇ ਕਰਦੇ ਹਾਂ, ਜੇ ਕੋਈ ਲਾਸ ਹੁੰਦਾ, ਕੋਈ ਡੈਮੇਜਸ ਹੁੰਦੀ ਹੈ, ਜੇ ਉਹ ਕਾਰ ਦੀ ਪਾਲਿਸੀ ਹੋ ਸਕਦੀ ਹੈ, ਕਿਸੇ ਸਕੂਟਰ ਦੀ ਪਾਲਿਸੀ ਹੋ ਸਕਦੀ ਹੈ, ਤੁਹਾਡੀ ਹੈਲਥ ਦੀ ਪਾਲਿਸੀ ਵੀ ਹੋ ਸਕਦੀ ਹੈ, ਤੁਹਾਡੀ
ਤੁਹਾਡੀ ਮਤਲਬ ਡੈਥ ਕਲੇਮ ਵਾਸਤੇ ਕੋਈ ਅਚਾਨਕ ਇਦਾਂ ਦੀ ਹੁੰਦੀ ਹੈ, ਉਹ ਪਾਲਿਸੀ ਵੀ ਹੋ ਸਕਦੀ ਹੈ। ਜਿਹੜੀਆਂ ਪਾਲਿਸੀਜ਼ ਇੰਸ਼ੋਰੈਂਸ ਦੀਆਂ ਹੈ, ਇਹਦੀਆਂ ਬਹੁਤ ਸਾਰੀਆਂ ਕੈਟੇਗਰੀਜ਼ ਹੈਗੀਆਂ ਨੇ, ਜਿੱਥੇ ਕੋਈ ਕਲੇਮ ਜਿਸ ਵਾਸਤੇ ਕੋਈ ਕੰਪਨੀ ਮਤਲਬ ਕਿ ਤੁਹਾਨੂੰ ਕਲੇਮ ਦਿੰਦੀ ਹੈਗਾ, ਕਿਸ ਪਰਪਸ ਲਈ ਤੁਸੀਂ ਆਪਣੀ ਪਾਲਿਸੀ ਹੀ ਲੈ ਰਹੇ ਹੋ, ਠੀਕ ਹੈ। ਹੈਲਥ ਲਈ ਲੈ ਰਹੇ ਹੋ, ਲਾਈਫ ਲਈ ਲੈ ਰਹੇ ਹੋ, ਜਾਂ ਕਿਸੇ ਕੋਈ ਕਾਰ ਦੇ, ਕੋਈ ਸਕੂਟਰ ਦੇ, ਕੋਈ ਮੋਟਰਸਾਈਕਲ ਦੇ, ਕੋਈ ਬਿਲਡਿੰਗ ਦੇ ਲਈ ਲੈ ਰਹੇ ਹੋ, ਜਾਂ ਕੋਈ ਸ਼ਾਪ ਕਮਰਸ਼ੀਅਲ ਸ਼ਾਪ ਹੈ ਉਹਦੀ ਵੀ ਪਾਲਿਸੀ ਲਈ ਜਾ ਸਕਦੀ ਹੈ, ਤੇ ਕੋਈ ਆਪਣੇ ਘਰ ਦੀ ਚੋਰੀ ਹੋ ਜਾਏ, ਹੋਰ ਹੋ ਜਾਏ, ਉਹਦੀ ਵੀ ਪਾਲਿਸੀ ਲਈ ਜਾ ਸਕਦੀ ਹੈ। ਇਹ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਇੰਸ਼ੋਰੈਂਸ ਪਾਲਿਸੀਜ਼ ਆ ਜਾਂਦੀਆਂ ਨੇ। ਪਾਲਿਸੀ ਆਫ ਗਰੁੱਪ ਇੰਸ਼ੋਰੈਂਸ, ਇਹ ਗਰੁੱਪ ਇੰਸ਼ੋਰੈਂਸ ਪਾਲਿਸੀ ਕਿੱਥੇ ਹੁੰਦੀ ਹੈ ਜੀ? ਜਦੋਂ ਕੋਈ ਕੰਪਨੀ ਹੈਗੀ, ਕੋਈ ਫਰਮ ਹੈਗੀ ਹੈ, ਕੋਈ ਇੰਡਸਟਰੀ ਹੈਗੀ ਹੈ, ਉਹਦੇ ਕੋਲੇ ਬਹੁਤ ਸਾਰੇ ਗਰੁੱਪ ਦੇ ਵਿੱਚ ਕੋਈ EMPLOYEES ਕੰਮ ਕਰਦੇ ਹੈਗੇ ਆ, ਤਾਂ ਉਹਨਾਂ ਆਪਦੇ EMPLOYEES ਦੀ ਬੈਨੀਫਿਟ ਦੀ ਖਾਤਰ ਜਿਹੜੀ ਕੰਪਨੀ ਹੈਗੀ ਆ, ਉਹ ਗਰੁੱਪ ਇੰਸ਼ੋਰੈਂਸ ਕਰਵਾਉਂਦੇ, ਕਿਸੇ ਕੰਪਨੀ ਨਾਲ ਤਾਲਮੇਲ ਕਰਦੇ, ਕਿਸੇ ਇੰਸ਼ੋਰੈਂਸ ਕੰਪਨੀ ਦੇ ਨਾਲ ਤਾਲਮੇਲ ਕਰਕੇ ਉਹ ਜੁਆਇੰਟਲੀ ਸਾਰੇ ਬੰਦਿਆਂ ਵੱਲੋਂ ਹੀ ਜਿਹੜਾ ਹੈਗਾ ਕੰਪਨੀ ਵੱਲੋਂ ਔਨ ਬਿਹਾਫ ਆਫ ਦਾ ਇੰਪਲਾਇਰ ਵੱਲੋਂ ਹੀ ਜਿਹੜੀ ਪੇਮੈਂਟ ਹੈਗੀ ਹੈ ਟੈਕਸ ਦੇ ਤੌਰ ਤੇ ਕੀਤੀ ਜਾਂਦੀ ਹੈ ਉਸ ਕੰਪਨੀ ਨੂੰ, ਤਾਂ ਕਿ ਜੇ ਕੋਈ ਜਿਸ ਮਕਸਦ ਲਈ ਜਿਹੜੀ ਇੰਸ਼ੋਰੈਂਸ ਕੀਤੀ ਜਾਂਦੀ ਹੈ, ਹੈਲਥ ਲਈ ਕੀਤੀ ਜਾਂਦੀ ਹੈ ਜਾਂ ਲਾਈਫ ਲਈ ਕੀਤੀ ਜਾਂਦੀ ਹੈਗੀ ਆ, ਉਹਦਾ ਜਿਹੜਾ ਜੋ ਵੀ ਕਵਰ ਕਰਨਾ, ਉਹਨਾਂ ਨੇ ਮੈਡੀਕਲ ਕਵਰ ਕਰਨਾ ਹੈ, ਮੈਡੀਕਲ ਐਗਜ਼ਾਮੀਨੇਸ਼ਨ ਵਗੈਰਾ ਕਰਾਉਣ ਦੀ ਇੱਥੇ ਲੋੜ ਨਹੀਂ ਹੁੰਦੀ ਹੈਗੀ। ਇਹ ਜਿਹੜੀ ਹੈਗੀ ਹੈ ਇਕੱਠੀ ਜਿਹੜੇ ਕੰਪਨੀ ਬਿਹਾਫ ਤੇ ਜਦੋਂ ਇਕੱਠੇ ਬੰਦਿਆਂ ਦੀ ਜਿਹੜੀ ਪਾਲਿਸੀ ਦਿੱਤੀ ਜਾਂਦੀ ਹੈ ਇੰਸ਼ੋਰੈਂਸ ਵੱਲੋਂ, ਉਹਨੂੰ ਗਰੁੱਪ ਪਾਲਿਸੀ ਆਫ ਗਰੁੱਪ ਇੰਸ਼ੋਰੈਂਸ ਕਹਿ ਦਿੰਦੇ ਅਸੀਂ। ਸਰ ਇਹਦੇ ਸੈਕਸ਼ਨ ਦਾ ਕੀ ਸੰਬੰਧ ਇਸ ਐਕਟ ਨਾਲ ਜੀ? ਹਾਂਜੀ, ਇਹਨਾਂ ਦਾ ਕੀ ਸੰਬੰਧ ਸਰ? ਇਹਨਾਂ ਦਾ ਸੰਬੰਧ ਇਹ ਹੈ ਵੀ ਸਾਰਿਆਂ ਡਾਕੂਮੈਂਟਾਂ ਤੇ ਉਹ ਸਟੈਂਪ ਲੱਗਦਾ ਹੈ ਜੋ ਆਪਾਂ ਪੜ੍ਹ ਰਹੇ ਹਾਂ। ਠੀਕ ਹੈ ਸਰ। ਜੋ ਆਪਾਂ ਪੜ੍ਹ ਰਹੇ ਹਾਂ ਨਾ, ਇਹਦਾ ਸੰਬੰਧ ਸਟੈਂਪ ਐਕਟ ਨਾਲ ਇਸੇ ਕਰਕੇ ਹੈ ਵੀ ਜਿੰਨੇ ਵੀ ਆਪਾਂ ਇਹ ਪੜ੍ਹ ਰਹੇ ਹਾਂ ਵਰਡ, ਠੀਕ ਹੈ, ਇਹਨਾਂ ਸਾਰਿਆਂ ਤੇ ਸਟੈਂਪ ਲੱਗਦੇ ਨੇ। ਠੀਕ ਹਾਂ, ਸਾਡੇ ਅਸਲ 'ਚ ਸਰ ਦਿਮਾਗ 'ਚ ਇਹ ਹੁੰਦੀ ਬੈਠੀ ਵੀ ਜਿੱਦਾਂ ਰਜਿਸਟਰੀ ਤੇ ਸਟੈਂਪ ਲੱਗੀ ਤਾਂ ਉਹੀ ਸ਼ਾਇਦ ਸਟੈਂਪ ਹੈ, ਪਰ ਸਿੱਧੀ ਟਿਕਟ ਤੋਂ ਵੀ ਸ਼ੁਰੂ ਹੋ ਜਾਂਦਾ ਸਰਕਾਰ ਦਾ। ਨਹੀਂ, ਸਿੱਧੀ ਟਿਕਟ ਤੋਂ ਵੀ ਸ਼ੁਰੂ ਹੋ ਜਾਂਦਾ ਹੈ। ਹਾਂਜੀ, ਇਹ ਜਿਹੜਾ ਸਟੈਂਪ ਐਕਟ ਹੈ ਇੰਨਾ ਸੌਖਾ ਨਹੀਂ ਹੈਗਾ, ਥੋੜਾ ਇਹ ਕਾਫੀ ਕੰਪਲੀਕੇਟਡ ਹੈਗਾ। ਇਹਦੀ ਹੁਣ ਅੱਧੇ ਬੰਦੇ ਤਾਂ ਆਪਾਂ ਐਸੇ ਤੁਝੇ ਰਹਿੰਦੇ, ਪ੍ਰਨੋਟ ਕੀ ਹੈ ਜੀ, ਬਿਲ ਆਫ ਐਕਸਚੇਂਜ ਕੀ ਹੈ ਜੀ, ਫਲਾਣਾ ਜੀ, ਧਮਕੜਾ ਜੀ, ਨੈਗੋਸ਼ੀਏਬਲ ਇੰਸਟਰੂਮੈਂਟ ਕੀ ਹੈ ਜੀ, ਥੋੜੇ ਬਾਰ-ਬਾਰ ਇਹਦੇ 'ਚ ਯੂਟਿਲਾਈਜ਼ ਹੁੰਦੇ ਆ। ਜਦੋਂ ਕੋਈ ਬੇਸਿਕ ਨੌਲੇਜ ਨਹੀਂ ਹੁੰਦੀ ਫਿਰ ਆਪਾਂ ਨੂੰ ਨਹੀਂ ਸਮਝ ਲੱਗਦੀ ਹੈਗੀ ਇਸ ਗੱਲ ਦੀ, ਠੀਕ ਹੈ। ਪਾਲਿਸੀ ਆਫ ਗਰੁੱਪ ਇੰਸ਼ੋਰੈਂਸ ਹੋ ਗਿਆ। ਪਾਲਿਸੀ ਆਫ ਸੀ ਇੰਸ਼ੋਰੈਂਸ, ਸੀ ਪਾਲਿਸੀ, ਆਪਾਂ ਸ਼ਿਪ ਦੇ ਵਿੱਚ ਕੋਈ ਮਾਲ ਭੇਜਦੇ ਹਾਂ, ਠੀਕ ਹੈ ਜੀ, ਸ਼ਿਪ ਦੇ ਕੋਈ ਮਾਲ ਲੋਡ ਕਰਵਾਉਂਦੇ ਆ, ਮੀਨਸ ਐਨੀ ਇੰਸ਼ੋਰੈਂਸ ਮੇਡ ਅਪੋਨ ਐਨੀ ਸ਼ਿਪ ਔਰ ਵੈਸਲ, ਕਿਸੇ ਸ਼ਿਪ ਦਾ ਜਿਹੜਾ ਇੰਸ਼ੋਰੈਂਸ ਹੋ ਰਿਹਾ ਹੈ, ਵੈਦਰ ਫਾਰ ਦਾ ਮੈਰੀਨ ਔਰ ਇਨਲੈਂਡ ਨੈਵੀਗੇਸ਼ਨ ਔਰ ਅਪੋਨ ਦਾ ਮਸ਼ੀਨਰੀ, ਟੈਕਲ, ਫਰਨੀਚਰ, ਸ਼ਿਪ ਦੇ ਵਿੱਚ ਜੋ ਫਰਨੀਚਰ ਹੈ, ਮਸ਼ੀਨਰੀ ਹੈ, ਠੀਕ ਹੈ ਜੀ। ਸ਼ਿਪ ਦੇ ਵਿੱਚ ਕੀ ਕੁਛ ਨਹੀਂ ਹੁੰਦਾ, ਪੂਰੇ ਮਤਲਬ ਕਿ ਸ਼ਹਿਰ ਵਸਾਇਆ ਹੋਇਆ ਹੁੰਦਾ ਹੈਗਾ, ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਕਵਰ ਕੀਤੀ ਜਾ ਰਹੀ ਹੈ, ਕਿਸ ਚੀਜ਼ ਦਾ ਤੁਸੀਂ ਇੰਸ਼ੋਰੈਂਸ ਕਰਵਾ ਰਹੇ ਹੋ, ਠੀਕ ਹੈ। ਜੋ ਵੀ ਪਾਲਿਸੀ ਕਵਰੇਜ ਹੁੰਦੀ ਹੈ ਉਸ ਨੂੰ ਅਸੀਂ ਪਾਲਿਸੀ ਆਫ ਸੀ ਇੰਸ਼ੋਰੈਂਸ ਕਹਿ ਦਿੰਦੇ ਹਾਂ। ਇਨਕਲੂਡਸ ਐਨੀ ਇੰਸ਼ੋਰੈਂਸ ਗੁਡਸ, ਮਸ਼ੀਨ, ਮਰਚੈਂਡਾਈਜ਼, ਪ੍ਰੋਪਰਟੀ ਆਫ ਐਨੀ ਟ੍ਰਾਂਜ਼ਿਟ, ਬਹੁਤ ਕੁਛ ਆ ਜਾਂਦਾ ਜੀ। ਸੀ ਇੰਸ਼ੋਰੈਂਸ ਬਹੁਤ ਕੁਛ ਆ ਜਾਂਦਾ, ਬਹੁਤ ਕੁਛ ਕਵਰ ਹੁੰਦਾ ਹੈ। ਜਿਹੜਾ ਵੀ ਸ਼ਿਪ ਦੇ ਵਿੱਚ ਜੋ ਵੀ ਸਮਾਨ ਹੁੰਦਾ, ਤੁਸੀਂ ਕਿਸੇ ਚੀਜ਼ ਨੂੰ ਵੀ ਕਵਰ ਕਰਵਾ ਸਕਦੇ ਜਾਂ ਕੰਪਨੀ ਦੀ ਜੋ ਸਹਿਮਤੀ ਹੈਗੀ ਵੀ ਕੰਪਨੀ ਕਿਹੜੀ ਕਿਹੜੀ ਚੀਜ਼ ਕਵਰ ਕਰਦੀ ਹੈਗੀ ਹੈ ਤੁਹਾਡੀ ਪਾਲਿਸੀ ਦੇ ਵਿੱਚ, ਠੀਕ ਹੈ। ਪਾਵਰ ਅਟਾਰਨੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਾਵਰ ਅਟਾਰਨੀ ਦੇਖੋ ਹੁਣ ਆਪਾਂ ਆ ਗਏ ਨਾ ਉਸ ਗੱਲ ਤੇ, ਹੁਣ ਇਹਨੂੰ ਸਭ ਨੂੰ ਪਤਾ ਹੈਗਾ ਪਾਵਰ ਅਟਾਰਨੀ ਦੇ ਸਟੈਪ ਲੱਗਦੇ ਆ, ਕਿੰਨੇ ਲੱਗਦੇ ਆ, ਘੱਟ ਲੱਗਦੇ ਆ, ਵੱਧ ਲੱਗਦੇ ਆ। ਇਸ ਕਰਕੇ ਇਹ ਵਰਡ ਵੀ ਯੂਜ਼ ਆ ਗਿਆ। ਜਿੰਨੇ ਵੀ ਆਪਾਂ ਉੱਪਰ 20 ਕਲਾਸਾਂ ਪੜ੍ਹੀਆਂ, ਸੈਕਸ਼ਨ ਸਬ ਸੈਕਸ਼ਨ 20 ਪੜ੍ਹੇ ਆ, ਉੱਪਰ ਸਭ ਦੇ ਉੱਪਰ ਹੀ ਜਿਹੜਾ ਹੈਗਾ ਸਟੈਂਪ ਡਿਊਟੀ ਲੱਗਦਾ ਹੈਗੀ ਆ। ਪਾਵਰ ਅਟਾਰਨੀ ਪਰ ਸਟੈਂਪ ਲੱਗਦਾ ਜਦੋਂ ਆਪਾਂ ਪਾਵਰ, ਇੱਕ ਬੰਦਾ ਆਪਣੀਆਂ ਪਾਵਰਸ ਚਾਹੇ ਉਹ ਕਿਸੇ ਚੀਜ਼ ਦੀਆਂ ਪਾਵਰ ਹੋਣ ਦੂਜੇ ਵਿਅਕਤੀ ਨੂੰ ਦੇ ਦਿੰਦਾ ਹੈਗਾ, ਠੀਕ ਹੈ। ਇਨਕਲੂਡਸ ਐਨੀ ਇੰਸਟਰੂਮੈਂਟ empowering a specified person to act for and in the name of the person executing it, ਮੇਰੀ ਬਿਹਾਫ ਤੇ ਕੋਈ ਵਿਅਕਤੀ ਜਾ ਕੇ ਜਦੋਂ ਕੋਈ ਡਾਕੂਮੈਂਟ ਨੂੰ ਐਗਜ਼ੀਕਿਊਟ ਕਰਦਾ ਹੈ, ਜੇ ਉਹ ਸੇਲ ਕਰਦਾ ਹੈ, ਮੌਰਗੇਜ ਕਰਦਾ ਹੈ, ਠੀਕ ਹੈ, ਉਹਨੂੰ ਅਸੀਂ ਪਾਵਰ ਅਟਾਰਨੀ ਕਹਿੰਦੇ ਹਾਂ। ਉਹਦੇ ਉੱਪਰ ਸਟੈਂਪ ਲੱਗਦਾ ਹੈ। ਪ੍ਰੋਮਾਈਜ਼ਰੀ ਨੋਟ, ਪ੍ਰੋਮਾਈਜ਼ਰੀ ਨੋਟ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਪਹਿਲਾਂ ਤੁਸੀਂ ਪਿੰਡਾਂ 'ਚ ਆਪਾਂ ਦੇਖਣ ਵਾਲੇ ਇਹਨੂੰ ਪ੍ਰਨੋਟ ਕਿਹਾ ਜਾਂਦਾ ਹੈ, ਠੀਕ ਹੈ। ਪ੍ਰਨੋਟ ਦੇ ਉੱਪਰ ਵੀ ਸਟ੍ਰਿਕਟਾਂ ਲੱਗਦੀਆਂ ਨੇ। ਪ੍ਰਨੋਟ ਕੀ ਹੁੰਦਾ ਹੈ? ਇੱਕ ਵਿਅਕਤੀ ਪ੍ਰਨੋਟ ਦਿੰਦਾ ਹੈ, ਉਹ ਆਪਦੇ ਆਪ ਨੂੰ ਪ੍ਰੋਮਿਸ ਕਰਦਾ ਹੈ। ਇਹਦਾ ਨਾਮ ਪ੍ਰੋਮਾਈਜ਼ਰੀ ਕਿਉਂ ਬਣਿਆ? ਉਹ ਪ੍ਰੋਮਿਸ ਕਰਦਾ ਹੈ ਵੀ ਆਈ ਹੈਵ ਟੂ ਪੇ ਦਿਸ ਸਮ ਆਫ ਅਮਾਊਂਟ, ਠੀਕ ਹੈ, ਵੀ ਇੰਨੀ ਪੇ ਕਰਾਂਗਾ, ਕਦੋਂ ਕਰਾਂਗਾ, ਉਹ ਸ਼ਰਤਾਂ ਲਿਖੀਆਂ ਜਾਂਦੀਆਂ ਨੇ। ਹੜ੍ਹ ਦੀ ਫਸਲ ਬੀਜ ਕੇ ਕਰਾਂਗਾ, ਹੜ੍ਹ ਦੀ ਫਸਲ ਵੱਢ ਕੇ ਕਰਾਂਗਾ, ਸਾਉਣ ਦੀ ਫਸਲ ਵੱਢ ਕੇ ਕਰਾਂਗਾ,
ठीक है, खेतीबाड़ी के मकसद लिए कोई पैसा लैंदा है ਜਾਂ ਵਿਆਹ ਸ਼ਾਦੀ ਲਈ ਕੋਈ ਵਿਅਕਤੀ ਪੈਸੇ ਲੈਂਦਾ, ਕਿਸੇ ਲੈਂਡਰ ਤੋਂ ਪੇਮੈਂਟ ਲੈਂਦਾ ਹੈਗਾ, ਉਹਨੂੰ ਨੋਟ ਭਰ ਕੇ ਦਿੰਦਾ, ਜਿਹਨੂੰ ਅਸੀਂ ਪ੍ਰੋਮਾਈਜ਼ਰੀ ਨੋਟ ਕਹਿ ਦਿੰਦੇ ਹਾਂ। ਠੀਕ ਹੈ, ਉਹ ਪ੍ਰੋਮਿਸ ਕਰਦਾ ਪੇਮੈਂਟ ਦੇਣ ਦਾ, ਮਤਲਬ ਜਿਹੜਾ ਪ੍ਰੋਮਾਈਜ਼ਰੀ ਨੋਟ ਹੈ ਉਹ ਸਿਰਫ ਉਧਾਰ ਦੇ ਚੱਕਰ ਦੇ ਵਿੱਚ ਹੀ ਲਿਆ ਜਾਂਦਾ, ਦਿਆ ਜਾਂਦਾ ਹੈ। ਜਿਹੜਾ ਪੇਮੈਂਟ ਦੇਣ ਵਾਲਾ ਵਿਅਕਤੀ ਹੈ ਉਹਦੇ ਹੱਕ ਦੇ ਵਿੱਚ ਹੁੰਦਾ। ਠੀਕ ਹੈ, ਜਿਹੜਾ ਪੇਮੈਂਟ ਦੇ ਰਿਹਾ ਬੰਦਾ, ਜਿਹਨੇ ਦੇਣੀ ਹੈਗੀ, ਜਿਹੜਾ ਉਧਾਰ ਲੈਂਦਾ ਉਹਦੇ ਵੱਲੋਂ ਪ੍ਰੋਮਿਸ ਕੀਤਾ ਜਾਂਦਾ ਟੂ ਪੇ ਦਾ ਅਮਾਊਂਟ। ਇਟ ਇਜ਼ ਆਲਸੋ ਇਨਕਲੂਡਸ ਅ ਨੋਟ promising the payment of any sum of money out of any particular fund which may not be available or upon any condition or contingency। कोई शर्त भी लगाई जा सकती है ਇਹਦੇ ਵਿੱਚ ਵੀ ਕਦੋਂ ਪੇਮੈਂਟ ਕਰਾਂਗਾ ਮੈਂ, ਇਹ ਜਿਵੇਂ ਫਸਲ ਵੱਢ ਕੇ ਕਰਾਂਗਾ, ਸੋਨੇ ਦੀ ਫਸਲ ਵੱਢ ਕੇ ਕਰਾਂਗਾ, ਜਾਂ ਐਗਰੀਕਲਚਰ ਈਅਰ ਦੇ ਐਂਡ ਤੇ ਕਰਾਂਗਾ। ਠੀਕ ਹੈ, ਇਹਨੂੰ ਅਸੀਂ ਪ੍ਰਨੋਟ ਕਹਿ ਦਿੰਦੇ ਹਾਂ। ਪ੍ਰਨੋਟ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਵੈਸੇ ਆਮ ਤੌਰ ਤੇ ਨੌਲੇਜ ਹੋਈ ਹੈਗੀ ਹੈ। ਰਸੀਦ ਕੀ ਹੈ? ਰਸੀਦ ਜੋ ਕੋਈ ਰਸੀਦ ਦਿੰਦੇ ਅਸੀਂ, ਚਾਹੇ ਉਹ पेमेंट लैके रसीद देती, चाहे कोई अमाउंट लैके कोई समान लैके रसीद देती, चाहे कोई चीज़ लैके रसीद देती, चाहे कोई वेयर एनी मनी और बिल ऑफ एक्सचेंज, चैक, प्रोमाइजरी नोट एज एक्नॉलेज टू हैव बीन रिसीव्ड। जो कोई व्यक्ति कोई किसी का कोई चैक लै लैंदा, कोई रसीद वसूल कर लैंदा है, ठीक है, कोई प्रोमाइजरी नोट लै लैंदा हैगा, ਉਹਦੇ बदले च कोई रसीद दिंदे भी हाँ मैं नोट तो वसूल पा लिया। ठीक है, मैं बिल ऑफ एक्सचेंज, मैं ड्राफ्ट ले लिया, मैं चैक ले लिया। ठीक है, ਉਹਦੇ बदले च बंदा ਉਹਦੇ ਰਸੀਦ ਪੇ ਕਰਦਾ ਵੀ ਹਾਂ ਤੁਹਾਡੇ ਹਵਾਲੇ ਹੋ ਗਿਆ, ਉਹ ਵਾਲਾ ਅਸੈਪਟ ਕਰਦਾ ਵੀ ਹਾਂ ਮੈਨੇ ਇਹ ਵਸੂਲ ਪਾ ਲਿਆ, ਉਹਨੂੰ ਅਸੀਂ ਰਸੀਦ ਕਹਿ ਦਿੰਦੇ। ਮਤਲਬ ਕਿ ਇਕਨੋਲਜਮੈਂਟ। ਡਾਕਖਾਨੇ ਦੇ ਵਿੱਚ ਵੀ ਰਸੀਦ ਸਾਨੂੰ ਮਿਲਦੀ ਹੈ ਜਦੋਂ ਅਸੀਂ ਕੋਈ ਚੀਜ਼ ਪੇ ਕਰਦੇ ਔਰ ਆਪਣਾ ਡਾਕਖਾਨੇ 'ਚ ਭੇਜਣ ਲਈ ਭੇਜਦੇ ਹਾਂ। ਠੀਕ ਹੈ, ਉਹ ਵੀ ਸਾਨੂੰ ਰਸੀਦ ਦਿੰਦੇ ਨੇ। ਅਸੀਂ ਕਿਤੇ ਜਾ ਕੇ ਕਿਸੇ ਵੀ ਕਾਊਂਟਰ 'ਤੇ ਪੇਮੈਂਟ ਕਰਦੇ ਹਾਂ, ਠੀਕ ਹੈ, ਕੋਈ ਸਮਾਨ ਪਰਚੇਜ ਕਰਦੇ ਹਾਂ, ਜਿਹੜੀ ਰਸੀਦ ਪੇ ਕੀਤੀ ਸਾਨੂੰ ਦਿੱਤੀ ਜਾਂਦੀ ਹੈ ਕੋਈ ਸਮਾਨ ਦੇ ਬਦਲੇ ਦੇ ਵਿੱਚ, ਅਸੀਂ ਪੇਮੈਂਟ ਕਰਦੇ ਹਾਂ। ਠੀਕ ਹੈ, ਅਸੀਂ ਪੇਮੈਂਟ ਕਰਦੇ ਹਾਂ, ਕਿਸੇ ਕੋਈ ਬਿੱਲ ਭਰਿਆ, ਅਸੀਂ ਕੋਈ ਬਿਜਲੀ ਦਾ ਬਿੱਲ ਭਰਿਆ, ਕੋਈ ਪਾਣੀ ਦਾ ਬਿੱਲ ਭਰਿਆ, ਕੋਈ ਆਪਣਾ ਜਿਹੜਾ ਹੈਗਾ ਮੋਬਾਈਲ ਦਾ ਬਿੱਲ ਭਰਿਆ, ਸਾਨੂੰ ਉਹ ਪੇਮੈਂਟ ਦੇ ਬਦਲੇ 'ਚ ਰਸੀਦ ਦਿੱਤੀ ਜਾਂਦੀ ਆ। ਦੈਟ ਇਜ਼ ਆਲ ਦਾ ਰਸੀਦ। ਹੁਣ ਰਸੀਦਾਂ ਦੇ ਉੱਪਰ ਵੀ ਟਿਕਟਾਂ ਲੱਗਦੀਆਂ ਨੇ। ਆਪਾਂ ਕਹਾਂਗੇ ਇਹ ਰਸੀਦ ਇੱਥੇ ਕਿਉਂ ਯੂਜ਼ ਕਰ ਰਹੇ ਹਾਂ ਅਸੀਂ, ਰਸੀਦ ਦੇ ਉੱਪਰ ਵੀ ਟਿਕਟ ਲੱਗਦੀ ਹੈ। ਜੂਲੀ ਰਸੀਦ ਕਿਹੜੀ ਹੁੰਦੀ ਹੈ? ਜਿਹਦੇ ਉੱਪਰ ਸਟੈਂਪਿੰਗ ਲੱਗੀ ਹੋਵੇ। ਕਿੰਨੇ ਪੈਸੇ ਦੀ ਸਟੈਂਪਿੰਗ, ਜਿਵੇਂ ਪਹਿਲਾਂ 20 ਪੈਸੇ ਦੀ ਲੱਗਦੀ ਸੀ, ਹੁਣ ਕਿੰਨੀ ਲੱਗਦੀ ਹੈ? ਟਾਈਮ ਟੂ ਟਾਈਮ ਵੱਖਰੀਆਂ ਜਿਹੜੀਆਂ ਲਿਸਟਾਂ ਪਾਉਂਦੇ, ਜਿਹੜੇ ਸ਼ਡਿਊਲ ਹੈਗਾ, ਸ਼ਡਿਊਲ ਚੇਂਜ ਹੁੰਦਾ ਰਹਿੰਦਾ ਸਾਡਾ। ਸੈਟਲਮੈਂਟ ਕੀ ਹੈ? ਸੈਟਲਮੈਂਟ ਦੋ ਪਾਰਟੀਆਂ ਦੇ ਵਿਚਕਾਰ, ਦੋ ਫਰਮਾਂ ਦੇ ਵਿਚਕਾਰ, ਦੋ ਕੰਪਨੀਆਂ ਦੇ ਵਿਚਕਾਰ, ਦੋ, ਠੀਕ ਹੈ, ਜਦੋਂ ਕੋਈ ਆਪਸੀ ਕੋਈ ਡਿਸਪਿਊਟ ਹੁੰਦਾ ਉਹ ਸੈਟਲ ਹੋ ਜਾਂਦਾ ਹੈ। ਠੀਕ ਹੈ, ਕਿਸੇ ਸ਼ਰਤਾਂ ਨੂੰ ਤੈਅ ਕਰਕੇ ਕੋਈ ਹਸਬੈਂਡ ਵਾਈਫ ਦਾ ਕੋਈ ਡਿਸਪਿਊਟ ਹੈ ਉਹ ਸੈਟਲ ਹੋ ਜਾਂਦਾ ਹੈ। ਠੀਕ ਹੈ, ਉਹਨੂੰ ਅਸੀਂ ਸੈਟਲਮੈਂਟ ਕਹਿੰਦੇ ਹਾਂ। ਸੈਟਲਮੈਂਟ ਕਰਨ ਦੇ ਵਾਸਤੇ ਵੀ ਸਟੈਂਪ ਲੱਗਦੇ ਨੇ। ਜਦੋਂ ਕੋਈ ਸੈਟਲਮੈਂਟ ਹੁੰਦੀ ਹੈ, ਕੋਈ ਐਗਰੀਮੈਂਟ ਆਫ ਸੈਟਲਮੈਂਟ ਹੁੰਦਾ ਹੈ, ਉਹਦੇ ਉੱਪਰ ਵੀ ਸਟੈਂਪ ਡਿਊਟੀ ਲੱਗਦੀ ਹੈ। ਮੀਨਸ ਐਨੀ ਨੋਨ ਟੈਸਟਾਮੈਂਟਰੀ ਡਿਸਪੋਜੀਸ਼ਨ। ਨੋਨ ਟੈਸਟਾਮੈਂਟਰੀ ਪਹਿਲਾਂ ਗੱਲ ਕਰਕੇ ਹਟਿਆ ਵੀ ਬਿੱਲ ਨੂੰ ਛੱਡ ਕੇ ਬਾਕੀ ਡਾਕੂਮੈਂਟ ਸਾਰੇ ਨੋਨ ਟੈਸਟਾਮੈਂਟਰੀ ਆ ਜਾਂਦੇ ਨੇ। ਰਾਈਟਿੰਗ ਦੇ ਵਿੱਚ ਹੋਵੇ, ਚਾਹੇ ਉਹ ਪ੍ਰੋਪਰਟੀ ਮੂਵੇਬਲ ਹੋਵੇ, ਚਾਹੇ ਪ੍ਰੋਪਰਟੀ ਇਮੂਵੇਬਲ ਹੋਵੇ। ਠੀਕ ਹੈ, ਇਨ ਕੰਸੀਡਰੇਸ਼ਨ ਆਫ ਮੈਰਿਜ, ਚਾਹੇ ਸ਼ਾਦੀ ਦਾ ਕੋਈ ਆਪਸੀ ਐਗਰੀਮੈਂਟ ਹੋਵੇ, ਫਾਰ ਦਾ ਪਰਪਸ ਆਫ ਡਿਸਟਰੀਬਿਊਟਿੰਗ ਦਾ ਪ੍ਰੋਪਰਟੀ ਆਫ ਦਾ ਸੈਲਰ ਅਮੰਗ ਹਿਸ ਫੈਮਿਲੀ, ਜਾਂ ਸੈਟਲਰ ਜਾਂ ਫੈਮਿਲੀ ਦੇ ਮੈਂਬਰਾਂ ਦੀ ਕੋਈ ਪ੍ਰੋਪਰਟੀ ਵੰਡੀ ਗਈ ਹੈਗੀ ਹੈ। ਠੀਕ ਹੈ, ਕੋਈ ਡਿਸਪਿਊਟ ਸੀ ਉਹਨਾਂ ਨੇ ਸੈਟਲ ਕਰ ਲਿਆ ਆਪਣਾ ਡਿਸਪਿਊਟ। ਫॉर एनी रिलीजियस और चैरिटेबल पर्पस, ਕਿਸੇ ਰਿਲੀਜੀਅਸ ਚੈਰੀਟੇਬਲ ਪਰਪਸ 'ਚ ਕੋਈ ਐਗਰੀਮੈਂਟ ਲਿਖਿਆ ਗਿਆ, ਸੈਟਲਮੈਂਟ ਕੋਈ ਹੋ ਗਈ, ਇਹ ਸਾਰੇ ਜਿਹੜੇ ਹੈਗੇ ਨੇ ਜੋ ਐਗਰੀਮੈਂਟ ਕੋਈ ਲਿਖਿਆ ਜਾਂਦਾ, ਰਾਈਟਿੰਗ 'ਚ ਲਿਖਿਆ ਜਾਂਦਾ ਹੈਗਾ, ਕੋਈ ਡਿਸਪਿਊਟ ਸੈਟਲ ਹੁੰਦਾ ਹੈ, ਉਸ ਨੂੰ ਅਸੀਂ ਸੈਟਲਮੈਂਟ ਕਹਿ ਦਿੰਦੇ ਹਾਂ। ਇਹਨਾਂ ਸਾਰਿਆਂ ਦੀ ਕੋਈ ਸੈਟਲਮੈਂਟ ਹੁੰਦੀ ਹੈ ਤਾਂ ਇਹਦੇ ਉੱਪਰ ਵੀ ਜਿਹੜੀ ਹੈਗੀ ਹੈ ਲੋੜ ਦੇ ਮੁਤਾਬਕ, ਉਸ ਸਮੇਂ ਦੇ ਮੁਤਾਬਕ ਜਦੋਂ ਕੀਤਾ ਜਾਂਦਾ ਉਦੋਂ ਜਿਹੜੀ ਡਿਊਟੀ ਚਾਰਜੇਬਲ ਹੁੰਦੀ ਹੈ। ਠੀਕ ਹੈ, ਉਦੋਂ ਸਟੈਂਪ ਲੱਗਦੇ ਜਾਂ ਟਿਕਟਾਂ ਲੱਗਦੀਆਂ। ਸ਼ੋਲਜਰ ਦੀ ਗੱਲ ਕੀਤੀ ਹੈ, ਸਿਪਾਹੀ ਨੂੰ ਕਿਹਾ ਗਿਆ ਜਿਹੜਾ ਨਾਨ ਕਮਿਸ਼ਨਡ ਆਫੀਸਰ ਹੋਵੇ, ਰੈਂਕ ਬਿਲੋ ਦਾ ਰੈਂਕ ਆਫ ਨਾਨ ਕਮਿਸ਼ਨਡ ਆਫੀਸਰ ਹੂ ਇਜ਼ ਇਨਰੋਲਡ ਅੰਡਰ ਦਾ ਇੰਡੀਅਨ ਆਰਮੀ ਐਕਟ 1911। ਇੰਡੀਅਨ ਆਰਮੀ ਐਕਟ 1911 ਦੇ ਤਹਿਤ ਜਿਹਦੀ ਇਨਰੋਲਮੈਂਟ ਹੋਈ ਹੋਵੇ ਪਰ ਉਹ ਬਿਲੋ ਦਾ ਰੈਂਕ ਆਫ ਨਾਨ ਕਮਿਸ਼ਨਡ ਆਫੀਸਰ ਹੋਵੇ, ਉਸਨੂੰ ਅਸੀਂ ਸ਼ੋਲਜਰ ਕਹਿ ਦਿੰਦੇ ਹਾਂ। ਨੈਕਸਟ ਹੈ ਚੈਪਟਰ 2, stamp duties of the liability of instruments to duty. Instruments chargeable with duty. ਕਿਹੜੇ ਇੰਸਟਰੂਮੈਂਟ ਨੇ ਜਿਨ੍ਹਾਂ ਦੇ ਉੱਪਰ ਚਾਰਜੇਬਲ ਡਿਊਟੀ ਲੱਗਦੀ ਹੈ? ਫੋਲੋਇੰਗ ਇੰਸਟਰੂਮੈਂਟ ਸ਼ੈਲ ਬੀ ਚਾਰਜੇਬਲ ਵਿਦ ਡਿਊਟੀ ਆਫ ਦਾ ਅਮਾਊਂਟ ਇੰਡੀਕੇਟਡ ਇਨ ਸ਼ਡਿਊਲ। ਸਾਡਾ ਜਿਹੜਾ ਸ਼ਡਿਊਲ ਬਣਿਆ ਹੋਇਆ ਪਿਛਲੇ ਪਾਸੇ ਲਿਸਟ ਲੱਗੀ ਵੀ ਹੈ, ਇਹ ਐਕਟ ਦੇ ਖਤਮ ਹੋਣ ਤੇ ਨਾਲ ਇੱਕ ਲਿਸਟ ਲੱਗੀ ਹੋਈ ਹੈ, ਪਰ ਉਹਦੇ ਵਿੱਚ ਬਹੁਤ ਸਾਰੀਆਂ ਅਮੈਂਡਮੈਂਟਸ ਹੋ ਚੁੱਕੀਆਂ ਨੇ। ਜਿਵੇਂ ਕਿ ਹੁਣ ਤੁਸੀਂ
ਮੇਰੇ ਵਾਲੀ ਜਿਹੜੀ ਗ੍ਰੀਨ ਬੁੱਕ ਹੈਗੀ ਆ ਉਹਦੇ ਵਿੱਚ ਦੇਖੋ ਉਹ ਨਵੇਂ ਚਾਰਜ ਜਿਹੜੇ ਹੈਗੇ ਨੇ ਸਟੈਂਪ ਡਿਊਟੀ ਕਿਸ ਡਾਕੂਮੈਂਟ ਤੇ ਸੇਲ ਤੇ ਕਿੰਨੀ ਲੱਗਣੀ ਹੈ, ਮੌਰਗੇਜ ਤੇ ਕਿੰਨੀ ਲੱਗਣੀ ਹੈ, ਪਾਰਟੀਸ਼ਨ ਤੇ ਕਿੰਨੀ ਲੱਗਣੀ ਹੈ, ਐਗਰੀਮੈਂਟ ਤੇ ਕਿੰਨੀ ਲੱਗਣੀ ਹੈ, ਜੇ ਐਗਰੀਮੈਂਟ ਰਜਿਸਟਰ ਕਰਵਾਉਣਾ ਤਾਂ ਕਿੰਨੀ ਲੱਗਣੀ ਹੈ। ਠੀਕ ਹੈ, ਉਹਦਾ ਤੁਸੀਂ ਜਿਹੜਾ ਸ਼ਡਿਊਲ ਹੈਗਾ ਉਹ ਨਵਾਂ ਸ਼ਡਿਊਲ ਹੈਗਾ, ਉਹ ਨਵੇਂ ਸ਼ਡਿਊਲ ਦੇ ਅਕੋਰਡਿੰਗ ਹੁਣ ਜਿੱਥੇ ਦਿੱਤਾ ਹੈਗਾ ਆਪਣਾ ਜਿਹੜਾ ਸ਼ਡਿਊਲ ਹੈਗਾ ਇਹ ਬਹੁਤ ਪੁਰਾਣਾ ਸ਼ਡਿਊਲ ਹੋ ਚੁੱਕਿਆ ਹੈ, ਸਾਰਾ ਅਮੈਂਡ ਹੋ ਚੁੱਕਿਆ ਹੈ। ਠੀਕ ਹੈ, ਉਹਦੇ ਵਿੱਚ ਨਵੇਂ ਜਿਹੜੇ ਰੇਟ ਹੈਗੇ ਉਹ ਸਾਰੇ ਦਰਸਾਏ ਗਏ ਆ ਬੁੱਕ ਦੇ ਵਿੱਚ। ਐਵਰੀ ਇੰਸਟਰੂਮੈਂਟ ਮੈਂਸ਼ਨ ਇਨ ਦਾ ਸ਼ਡਿਊਲ, जो शेड्यूल मेंशन किए गए हैं सारे इंस्ट्रूमेंट एग्जीक्यूटेड इन इंडिया और आफ्टर फर्स्ट डे ऑफ जुलाई 1899 जो 1 जुलाई 1899 यानी कि ये जो एक्ट है जो लागू होया उस तो बाद जो कोई इंस्ट्रूमेंट जो है एग्जीक्यूट किया जाता है वो शेड्यूल के अकॉर्डिंग जो है स्टैंप लगता है। इसी तरह बिल ऑफ एक्सचेंज जिन्हें भी बिल ऑफ एक्सचेंज है जिमें ਆਪਾਂ ਕੋਈ ਵਿਅਕਤੀ ਲਿਖ ਕੇ ਦਿੰਦਾ ਕਿਸੇ ਨੂੰ ਪਾਵਰ ਦਿੰਦਾ ਹੈਗਾ ਵੀ ਉਸ ਨੂੰ ਪੇਮੈਂਟ ਕੀਤੀ ਜਾਵੇ, ਜਾਂ ਪ੍ਰੋਮਾਈਜ਼ਰੀ ਨੋਟ ਪਰ ਨੋਟ ਜਿਹਨੂੰ ਕਹਿ ਲਈ ਆਪਾਂ ਉਹਦੇ ਉੱਪਰ ਵੀ ਟਿਕਟਾਂ ਲੱਗਦੀਆਂ ਹੈਗੀਆਂ ਨੇ ਔਨ ਔਰ ਆਫਟਰ ਦਾ ਡੇ ਐਂਡ ਅਸੈਪਟਡ ਔਰ ਪੇਡ, ਜਦੋਂ ਪੇ ਕੀਤਾ ਜਾਂਦਾ ਤੇ ਦੂਜਾ ਬੰਦਾ ਉਸ ਨੂੰ ਅਸੈਪਟ ਕਰ ਲੈਂਦਾ ਹੈਗਾ ਉਸ ਵੇਲੇ ਜੋ ਰੇਟ ਆਫ ਪੇਮੈਂਟ ਹੈਗਾ ਉਸ ਦਾ ਸਟੈਂਪ ਡਿਊਟੀ ਦਾ ਉਹ ਪੇਮੈਂਟ ਉਸ ਤੇ ਲਈ ਜਾਂਦੀ ਨੇ ਐਜ਼ ਪਰ ਦਾ ਸ਼ਡਿਊਲ। ਐਵਰੀ ਇੰਸਟਰੂਮੈਂਟ ਐਗਜ਼ੀਕਿਊਟਡ ਆਊਟ ਆਫ ਇੰਡੀਆ, ਜੇ ਕੋਈ ਇੰਡੀਆ ਤੋਂ ਬਾਹਰ ਜਾ ਕੇ ਕੋਈ ਜਿਹੜਾ ਹੈਗਾ ਕੋਈ ਐਗਰੀਮੈਂਟ ਹੈ ਕੋਈ ਇੰਸਟਰੂਮੈਂਟ ਬਣਿਆ, ਠੀਕ ਹੈ, ਔਨ ਔਰ ਆਫਟਰ ਦਾ ਡੇ ਇਸੇ ਡੇਟ ਨੂੰ ਜਿਹੜਾ ਜਦੋਂ ਇਹ ਜਿਹੜਾ ਐਕਟ ਲਾਗੂ ਹੋ ਗਿਆ, ਠੀਕ ਹੈ, ਰਿਲੇਟਿੰਗ ਟੂ ਦਾ ਐਨੀ ਪ੍ਰੋਪਰਟੀ ਸਿਚੁਏਟ ਇਨ ਇੰਡੀਆ, ਕੋਈ ਇੰਡੀਆ ਦੀ ਪ੍ਰੋਪਰਟੀ ਦੇ ਰਿਗਾਰਡਿੰਗ, ਠੀਕ ਹੈ, ਜਦੋਂ ਇੰਡੀਆ 'ਚ ਰਿਸੀਵ ਹੋ ਜਾਂਦਾ ਹੈਗਾ ਡਾਕੂਮੈਂਟ, ਜੇ ਬੇਸ਼ੱਕ ਬਾਹਰ ਜਾ ਕੇ ਕਿਸੇ ਨੇ ਲਿਖਿਆ ਹੋਵੇ ਪਰ ਜਦੋਂ ਉਹ ਇੰਡੀਆ 'ਚ ਰਿਸੀਵ ਹੋ ਜਾਂਦਾ ਪਰ ਉਹਦੇ ਤੇ ਉਨੀ ਡਿਊਟੀ ਲੱਗਦੀ ਹੈ ਜਦੋਂ ਉਹ ਇੰਡੀਆ 'ਚ ਆ ਚੁੱਕਿਆ ਹੋਵੇ, ਜਿਹੜੀ ਉਸ ਵੇਲੇ ਡਿਊਟੀ ਲਾਗੂ ਹੋਈ ਹੋਵੇ। ਕੁਝ ਡਾਕੂਮੈਂਟ ਕਹੇ ਇਹਨੇ ਵੀ ਇਹਨਾਂ ਦੇ ਉੱਪਰ ਜਿਹੜਾ ਹੈਗਾ ਸਟੈਂਪ ਡਿਊਟੀ ਨਹੀਂ ਲੱਗਦੀ, ਪ੍ਰੋਵਾਈਡਡ ਦੈਟ ਨੋ ਡਿਊਟੀ ਸ਼ੈਲ ਬੀ ਚਾਰਜੇਬਲ ਇਨ ਰਿਸਪੈਕਟ ਆਫ ਜਿਹੜੇ ਇਹ ਦੋ ਨੰਬਰ ਦਿੱਤੇ ਹੈਗੇ 1 ਤੇ 2 ਸਬਸੈਕਸ਼ਨ ਜਿਹੜੇ ਹੈਗੇ ਆ ਇਹਨਾਂ ਉੱਪਰ ਸਟੈਂਪ ਡਿਊਟੀ ਨਹੀਂ ਲੱਗਦੀ। ਕਿਹੜੀਆਂ ਐਸੀਆਂ ਪ੍ਰਾਪਰਟੀ ਹੋਣੀਆਂ ਜਿਵੇਂ ਗਵਰਨਮੈਂਟ ਹੈਗੀ ਹੈ, ਸਰਕਾਰ ਦੇ ਹੱਕ ਦੇ ਵਿੱਚ ਕੋਈ ਪ੍ਰਾਪਰਟੀ ਹੋਈ ਹੈ, ਐਨੀ ਇੰਸਟਰੂਮੈਂਟ ਐਗਜ਼ੀਕਿਊਟਡ ਬਾਈ ਔਰ ਔਨ ਬਿਹਾਫ ਆਫ ਦਾ, ਜਾਂ ਸਰਕਾਰ ਨੇ ਕੀਤਾ ਜਾਂ ਸਰਕਾਰ ਦੇ ਹੱਕ ਦੇ ਵਿੱਚ ਹੋਇਆ ਇਨ ਫੇਵਰ ਆਫ ਦਾ ਗਵਰਨਮੈਂਟ ਇਨ ਦਾ ਕੇਸਿਸ ਬਟ ਫॉर ਦਾ ਐਗਜ਼ੈਂਪਸ਼ਨ ਆਫ ਦਾ ਗਵਰਨਮੈਂਟ ਵੁੱਡ ਬੀ ਲਾਇਬਲ ਟੂ ਪੇ। ਪਰ ਜੇ ਸਰਕਾਰ ਉਹਨੂੰ ਐਗਜ਼ੈਂਪਟ ਅਦਰਵਾਈਜ਼ ਪੇਏਬਲ ਹੋਵੇ ਪਰ ਸਰਕਾਰ ਦੇ ਹੱਕ ਦੇ ਵਿੱਚ ਹੋਇਆ ਹੋਵੇ ਤਾਂ ਉਹਦੇ ਉੱਪਰ ਸਟੈਂਪ ਡਿਊਟੀ ਨਹੀਂ ਲੱਗਦੀ। ਇਸ ਤਰ੍ਹਾਂ ਐਨੀ ਇੰਸਟਰੂਮੈਂਟ ਫॉर ਆ ਸੇਲ, ਕੋਈ ਸੇਲ ਦਾ ਇੰਸਟਰੂਮੈਂਟ ਹੋਵੇ, ਕੋਈ ਟ੍ਰਾਂਸਫਰ ਦਾ ਹੋਵੇ, ਡਿਸਪੋਜੀਸ਼ਨ ਐਬਸੋਲੂਟਲੀ, ਕੋਈ ਮੌਰਗੇਜ ਹੋਵੇ, ਠੀਕ ਹੈ, ਕੋਈ ਸ਼ਿਪ ਦਾ ਕੋਈ ਹੈਗਾ, ਕੋਈ ਸ਼ਿਪ ਦੀ ਸੇਲ ਪਰਚੇਜ ਹੋਈ ਹੋਵੇ ਜਾਂ ਵੈਸਲ ਦੀ ਕੋਈ ਜਿਹੜੇ ਹੈਗੇ ਆ ਉਹਨਾਂ ਦੇ ਵੀ ਜਿਹੜਾ ਇਹ ਮਰਚੈਂਟ ਸ਼ਿਪਿੰਗ ਐਕਟ ਹੈਗਾ ਉਹਦੇ ਅਕੋਰਡਿੰਗ, ਠੀਕ ਹੈ, ਉਹਦੇ ਉੱਪਰ ਵੀ ਜਿਹੜੀ ਸਟੈਂਪ ਡਿਊਟੀ ਹੈ ਉਹ ਨਹੀਂ ਲੱਗਦੀ, ਉਹਦੇ ਉੱਪਰ ਐਗਜ਼ੈਂਪਸ਼ਨ ਕੀਤੀ ਗਈ ਗਵਰਨਮੈਂਟ ਵੱਲੋਂ। Several instruments used in single transaction of sale, mortgage or settlement। ਹੁਣ ਆਪਾਂ ਦੇਖਦੇ ਹਾਂ ਸਾਡੇ ਕੋਲੇ several instruments ਨੇ used in single transaction, transaction ਇੱਕ ਹੋਈ ਹੈ ਪਰ instrument ਕਈ ਹੋ ਗਏ, ਇੱਕ ਜ਼ਮੀਨ ਦੇ ਲਈ ਅਲੱਗ-ਅਲੱਗ ਡਾਕੂਮੈਂਟ ਬਣਾਉਣੇ ਪੈ ਗਏ ਇਹ ਕਹਿ ਲਈਏ ਆਪਾਂ, ਠੀਕ ਹੈ। several instruments used in single transaction of sale, ਸੇਲ ਦੀ ਟ੍ਰਾਂਜੈਕਸ਼ਨ ਇੱਕ ਹੈਗੀ ਹੈ, ਸੈਵਰਲ ਇੰਸਟਰੂਮੈਂਟ ਬਣਾਉਣੇ ਪੈ ਗਏ, ਮੌਰਗੇਜ ਚਾਹੇ ਸੇਲ ਹੋਵੇ ਚਾਹੇ ਮੌਰਗੇਜ ਹੋਵੇ ਚਾਹੇ ਸੈਟਲਮੈਂਟ ਹੋਵੇ। ਵੇਅਰ ਇਨ ਕੇਸ ਆਫ ਐਨੀ ਸੇਲ, ਮੌਰਗੇਜ ਔਰ ਸੈਟਲਮੈਂਟ ਸੈਵਰਲ ਇੰਸਟਰੂਮੈਂਟਸ ਆਰ ਇੰਪਲਾਈਡ ਫॉर ਕੰਪਲੀਟਿੰਗ ਦਾ ਟ੍ਰਾਂਜੈਕਸ਼ਨ, ਉਹ ਟ੍ਰਾਂਜੈਕਸ਼ਨ ਨੂੰ ਕੰਪਲੀਟ ਕਰਨ ਦੀ ਖਾਤਰ, ਠੀਕ ਹੈ। ਦ ਪ੍ਰਿੰਸੀਪਲ ਇੰਸਟਰੂਮੈਂਟ ਓਨਲੀ ਸ਼ੈਲ ਬੀ ਚਾਰਜੇਬਲ, ਜਿਹੜਾ ਮੇਨ ਮੂਹਰਲੇ ਪਾਸੇ ਲੱਗ ਗਿਆ ਡਾਕੂਮੈਂਟ ਫਰੰਟ ਤੇ ਲੱਗ ਗਿਆ, ਠੀਕ ਹੈ, ਉਹਦੇ ਨਾਲ ਬਾਕੀ ਖਾਲੀ ਪੇਜ ਲੱਗ ਗਏ, ਜਿਹੜਾ ਫਰੰਟ ਤੇ ਪੇਜ ਲੱਗ ਗਿਆ ਮੇਨ ਪੇਜ ਲੱਗ ਗਿਆ। ਦਾ ਪ੍ਰਿੰਸੀਪਲ ਇੰਸਟਰੂਮੈਂਟ ਜਿਹੜਾ ਮੇਨ ਇੰਸਟਰੂਮੈਂਟ ਹੈਗਾ ਓਨਲੀ ਸ਼ੈਲ ਬੀ ਚਾਰਜੇਬਲ ਵਿਦ ਦਾ ਡਿਊਟੀ ਪ੍ਰਸਕ੍ਰਾਈਬਡ ਇਨ ਦਾ ਸ਼ਡਿਊਲ 1। ਤੁਸੀਂ ਦੇਖਿਆ ਆਪਾਂ ਜਦੋਂ ਰਜਿਸਟਰੀ ਕੋਈ ਲਿਖਦੇ ਆ ਇੱਕ ਡਾਕੂਮੈਂਟ ਮੇਨ ਵੱਡਾ ਲੱਗ ਜਾਂਦਾ ਹੈਗਾ, ਜੇ ਉਹਦੇ ਨਾਲ ਜਿਵੇਂ ਆਪਾਂ ਨੂੰ 5000 ਰੁਪਏ ਦਾ ਸਟੈਂਪ ਚਾਹੀਦਾ ਹੈਗਾ, ਠੀਕ ਹੈ, 5000 ਦਾ ਸਟੈਂਪ ਇੱਕੋ ਪੇਪਰ ਸਾਡੇ ਕੋਲੇ ਆ ਗਿਆ, ਠੀਕ ਹੈ, ਉਹਦੇ ਉੱਪਰ ਅਸੀਂ ਰਜਿਸਟਰੀ ਲਿਖਣੀ ਪੈ ਗਈ ਤਾਂ ਜਦ ਜਿਹੜੇ ਨਾਲ ਇੱਕ ਦੋ ਪੇਪਰ ਪਟੀਸ਼ਨ ਪੇਪਰ ਜਿਹੜਾ ਲੱਗ ਗਿਆ ਉੱਥੇ ਗੱਲ ਕਰੀ ਜਾਂਦੇ ਆ ਵੀ ਜਿਹੜਾ ਮੇਨ ਪੇਪਰ ਲੱਗ ਗਿਆ ਉਹਦੇ ਤੇ ਜਿਹੜਾ ਇੰਸਟਰੂਮੈਂਟ ਹੈਗਾ ਪੂਰੀ ਜਿਹੜਾ ਲੱਗਣਾ ਚਾਹੀਦਾ ਸੀਗਾ ਉਹ ਲੱਗ ਗਿਆ,
The parties may determine which of the instruments so implied be deemed to be the principal instrument. Next है Section 5, instruments relating to several distinct matters. ਵੱਖ-ਵੱਖ ਮੈਟਰ ਹੈਗੇ ਨੇ, ਇੰਸਟਰੂਮੈਂਟ ਇੱਕ ਹੈਗਾ, ਠੀਕ ਹੈ, ਵੱਖ-ਵੱਖ ਮੈਟਰ ਹੈਗੇ, ਇੰਸਟਰੂਮੈਂਟ ਇੱਕ ਹੈਗਾ। ਉਹਦੇ ਤੇ ਕੀ ਹੋਏਗਾ, ਐਗਰੀਗੇਟ ਅਮਾਉਂਟ ਜਿਹੜੀ ਹੈਗੀ ਉਹ ਲੱਗ ਜਾਏਗੀ, ਟੋਟਲ ਵੈਲਿਊ ਕੱਢ ਕੇ ਕਿਸ ਤੇ ਕਿੰਨੀ ਲੱਗਣੀ ਸੀ, ਕਿਸ ਤੇ ਕਿੰਨੀ ਲੱਗਣੀ ਸੀ, ਕਿਸ ਤੇ ਕਿੰਨੀ ਲੱਗਣੀ ਸੀ। ਐਗਰੀਗੇਟ ਅਮਾਉਂਟ ਆਫ ਦਾ ਡਿਊਟੀਜ਼ with which separate instruments each comprising or relating to one of such matter would be chargeable under this act. ਟੋਟਲ ਜਿੰਨੇ ਇੰਸਟਰੂਮੈਂਟ ਬਣੇ ਉਹਦੇ ਸਾਥੇ ਇੱਕ ਇੰਸਟਰੂਮੈਂਟ ਬਣ ਗਿਆ ਸਾਰਿਆਂ ਦਾ, ਸੈਵਰਲ ਡਿਸਟਿੰਕਟ ਮੈਟਰ ਸੀਗੇ, ਠੀਕ ਹੈ, ਉਹਨਾਂ ਮੈਟਰਾਂ ਦੇ ਰਿਗਾਰਡਿੰਗ ਜਿੰਨੀ ਡਿਊਟੀ ਬਣਨੀ ਸੀ ਉਹ ਸਾਰੀ ਦੀ ਸਾਰੀ ਇੱਕੋ ਇੰਸਟਰੂਮੈਂਟ ਲੱਗ ਜਾਂਦੀ ਹੈ। ਇੰਸਟਰੂਮੈਂਟਸ ਆਪਾਂ ਬਾਰ-ਬਾਰ ਇਹੀ ਗੱਲ ਕਰਦੇ ਵੀ ਇੰਸਟਰੂਮੈਂਟਸ ਕਿਹਨੂੰ ਯੂਜ਼ ਕਰ ਰਹੇ ਹਾਂ। ਇੰਸਟਰੂਮੈਂਟ ਆਪਾਂ ਕੋਈ ਐਗਰੀਮੈਂਟ ਲਿਖ ਰਹੇ ਹਾਂ, ਕੋਈ ਰਜਿਸਟਰੀ ਲਿਖ ਰਹੇ ਹਾਂ, ਕੋਈ, ਠੀਕ ਹੈ, ਉਹ ਸਾਰੇ ਇਹ ਇੰਸਟਰੂਮੈਂਟ ਕਹਾਉਂਦੇ ਨੇ। ਇੰਸਟਰੂਮੈਂਟਸ ਕਮਿੰਗ ਵਿਦ ਇਨ ਸੈਵਰਲ ਡਿਸਕ੍ਰਿਪਸ਼ਨਸ ਇਨ ਸ਼ਡਿਊਲ 1। ਸ਼ਡਿਊਲ 1 ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰੇਟ ਦੱਸਿਆ ਗਿਆ ਹੈ। ਇੰਸਟਰੂਮੈਂਟ ਕਮਿੰਗ ਵਿਦ ਇਨ ਸੈਵਰਲ ਡਿਸਕ੍ਰਿਪਸ਼ਨਸ, ਇੰਸਟਰੂਮੈਂਟ ਇੱਕ ਹੈ ਔਰ ਉਹ 2 ਜਾਂ 3 ਪੁਆਇੰਟਾਂ ਦੇ ਵਿੱਚ ਕਵਰ ਹੁੰਦਾ ਹੈ। ਜਿਹੜਾ ਤੁਹਾਡਾ ਸ਼ਡਿਊਲ ਬਣਿਆ ਹੋਇਆ ਹੈ, ਜਿਹਦੇ ਸ਼ਡਿਊਲ ਦੇ ਵਿੱਚ ਕੀ ਲਿਖਿਆ ਹੋਇਆ, ਸ਼ਡਿਊਲ ਦੇ ਵਿੱਚ ਡਿਊਟੀ ਲਿਖੀ ਹੋਈ ਦੱਸੀ ਹੋਈ ਕਿੰਨੇ ਪੈਸੇ ਦਾ ਸਟੈਂਪ ਲੱਗੇਗਾ, ਜੇ ਐਗਰੀਮੈਂਟ ਹੋਣਾ ਤਾਂ ਕਿੰਨੇ ਪੈਸੇ ਦਾ ਸਟੈਂਪ ਲੱਗੇਗਾ, ਠੀਕ ਹੈ, ਜੇ ਮੌਰਗੇਜ ਹੋਣੀ ਤਾਂ ਕਿੰਨੇ ਪੈਸੇ ਦਾ ਸਟੈਂਪ ਲੱਗੇਗਾ, ਸੇਲ ਹੋਣੀ ਕਿੰਨੇ ਪੈਸੇ ਦਾ ਸਟੈਂਪ ਲੱਗੇਗਾ। ਹੁਣ ਇਹਦੇ ਵਿੱਚ ਗੱਲ ਕੀਤੀ ਗਈ ਹੈ ਵੀ ਜੇ ਇੰਸਟਰੂਮੈਂਟ ਕਮਿੰਗ ਵਿਦ ਇਨ ਸੈਵਰਲ ਡਿਸਕ੍ਰਿਪਸ਼ਨਸ ਇਨ ਸ਼ਡਿਊਲ 1, ਜੇ ਇੱਕ ਇੰਸਟਰੂਮੈਂਟ ਹੈਗਾ ਉਹ ਕਈ ਜਿਹੜੀਆਂ ਤੁਹਾਡੇ ਸੀਰੀਅਲ ਨੰਬਰ ਨੂੰ ਕਵਰ ਕਰਦਾ ਹੈ ਸ਼ਡਿਊਲ ਦੇ ਮੁਤਾਬਕ, subject to the provisions of the last preceding sections, an instrument so framed as to come within 2 or more of the descriptions in the schedule 1 shall bear the duties chargeable thereunder are different, ਜਿੱਥੇ ਅਲੱਗ-ਅਲੱਗ ਡਿਊਟੀਆਂ ਚਾਰਜ ਹੁੰਦੀਆਂ ਨੇ। ਮੰਨ ਲਓ ਜਿਹੜਾ ਤੁਹਾਡਾ ਡਾਕੂਮੈਂਟ ਹੈ ਉਹ ਸੀਰੀਅਲ ਨੰਬਰ 1, ਸੀਰੀਅਲ ਨੰਬਰ 2, ਸੀਰੀਅਲ ਨੰਬਰ 3 ਦੇ ਨਾਲ ਡੀਲ ਕਰਦਾ ਹੈ, ਠੀਕ ਹੈ। ਇੱਥੇ ਕੀ ਹੋਏਗਾ, ਜਿਹੜੇ ਸੀਰੀਅਲ ਦੇ ਵਿੱਚ ਸਭ ਤੋਂ ਵੱਧ ਡਿਊਟੀ ਲੱਗੇਗੀ ਉਹਦੇ ਮੁਤਾਬਕ ਤੁਹਾਨੂੰ ਸਟੈਂਪ ਡਿਊਟੀ ਦੇਣੀ ਪਏਗੀ। ਕਿਸੇ ਸੀਰੀਅਲ ਦੇ ਵਿੱਚ ਤੁਹਾਡੀ ਡਿਊਟੀ ਘੱਟ ਵੀ ਹੋ ਸਕਦੀ ਹੈ, ਕਿਸੇ 'ਚ ਵੱਧ ਵੀ ਹੋ ਸਕਦੀ ਹੈ, ਪਰ ਹਾਈਐਸਟ ਡਿਊਟੀ ਵੀ ਹੈਵ ਟੂ ਪੇ। ਨੈਕਸਟ ਹੈ ਪਾਲਿਸੀਜ਼ ਆਫ ਸੀ ਇੰਸ਼ੋਰੈਂਸ। ਆਪਾਂ ਪਹਿਲਾਂ ਪੜ੍ਹ ਕੇ ਹਟੇ ਹਾਂ। ਪਾਲਿਸੀਜ਼ ਆਫ ਸੀ ਇੰਸ਼ੋਰੈਂਸ ਕੀ ਹੁੰਦੀ ਹੈ, ਕਵਰ ਐਨੀ ਟਾਈਮ ਬਿਯੋਂਡ 30 days after the ship shall have arrived, extend to cover any time beyond 30 days, ਜੋ 30 ਦਿਨ ਹੋ ਜਾਂਦੇ ਨੇ, 30 ਦਿਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਹਿੰਦੇ ਇਸ ਦੀ ਜਿਹੜੀ ਇਨਫੋਰਸਮੈਂਟ ਹੈਗੀ ਹੈ। shall have arrived at her destination and been here with duty of policy, ਜਿੰਨੀ ਵੀ ਉਸ ਪਾਲਿਸੀ ਜਿਹੜੀ ਪਾਲਿਸੀ ਕੀਤੀ ਹੈ ਸੀ ਇੰਸ਼ੋਰੈਂਸ, ਜਿਹੜੀ ਕੋਈ ਕੰਪਨੀ ਸੀ ਇੰਸ਼ੋਰੈਂਸ ਕਰਦੀ ਹੈ, ਠੀਕ ਹੈ, ਜਿਹੜੀ ਵੀ ਪਾਲਿਸੀ ਕਰਦੀ ਹੈ, ਹਰ ਪਾਲਿਸੀ ਦਾ ਜਿਹੜਾ ਰੇਟ ਹੈਗਾ ਉਹ ਸ਼ਡਿਊਲ 'ਚ ਦਰਸਾਇਆ ਜਾਂਦਾ ਹੈ, ਠੀਕ ਹੈ, ਉਹਦੇ ਮੁਤਾਬਕ ਜਿਹੜੀ ਸੀ ਇੰਸ਼ੋਰੈਂਸ ਦੀ ਪਾਲਿਸੀ ਦੇ ਉੱਪਰ ਵੀ ਜਿਹੜੇ ਸਟੈਂਪ ਡਿਊਟੀ ਲੱਗਦੀਆਂ ਹੈਗੀਆਂ ਨੇ। ਨੈਕਸਟ ਹੈ ਬੌਂਡਸ, ਡਿਬੈਂਚਰਸ ਔਰ ਅਦਰ ਸਿਕਿਉਰਿਟੀਜ਼ issued on loan under article 1879, bonds, debentures, ਬੌਂਡ ਜਾਰੀ ਕੀਤੇ ਜਾਂਦੇ ਨੇ, ਡਿਬੈਂਚਰ ਜਾਰੀ ਕੀਤੇ ਜਾਂਦੇ ਨੇ, ਅਦਰ ਸਿਕਿਉਰਿਟੀਜ਼, ਹੋਰ ਸਿਕਿਉਰਿਟੀਆਂ ਇਸ਼ੂ ਕੀਤੀਆਂ ਜਾਂਦੀਆਂ ਨੇ ਔਨ ਦਾ ਲੋਨ ਅੰਡਰ ਐਕਟ 11/1879। ਇਹ 'ਚ ਕੀ ਹੈ, ਬਾਈ ਇਸ਼ੂ ਆਫ ਬੌਂਡਸ, ਡਿਬੈਂਚਰਸ ਔਰ ਅਦਰ ਸਿਕਿਉਰਿਟੀ ਸ਼ੈਲ ਬੀ ਇਨ ਰਿਸਪੈਕਟ ਆਫ ਸੱਚ ਲੋਨ ਵੀ ਚਾਰਜੇਬਲ ਵਿਦ ਡਿਊਟੀ। ਜਿੰਨੇ ਵੀ ਇਹ ਜਿਹੜੇ ਬੌਂਡ ਜਾਰੀ ਕੀਤੇ ਜਾਂਦੇ ਹੈ, ਡਿਬੈਂਚਰ ਜਾਰੀ ਕੀਤੇ ਜਾਂਦੇ ਆ ਜਾਂ ਸਿਕਿਉਰਿਟੀ ਜਾਰੀ ਕੀਤੀਆਂ ਜਾਂਦੀਆਂ ਨੇ ਲੋਨ ਦੇ ਰੂਪ ਦੇ ਵਿੱਚ, ਇਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਹੈ ਵੀ ਚਾਰਜੇਬਲ ਵਿਦ ਦਾ ਡਿਊਟੀ 1% ਕਿਹਾ ਗਿਆ ਇੱਥੇ ਟੋਟਲ ਅਮਾਊਂਟ ਆਫ ਦਾ ਬੌਂਡਸ, ਠੀਕ ਹੈ। ਮੇ ਵੀ ਇਹ ਚੇਂਜ ਹੋ ਚੁੱਕੀ ਹੋਵੇ ਪਰ ਇੱਥੇ ਜਿਹੜਾ ਕਰਾਉਣਾ ਇਹ ਹੈਗਾ ਦਿੱਤਾ ਗਿਆ 1% ਹੈ। ਇਹਦੇ ਵਿੱਚ ਇਹਨੇ ਜਿਹੜੀ ਅਮੈਂਡਮੈਂਟ ਕੀਤੀ 1910 ਅਮੈਂਡਮੈਂਟ ਹੋਈ ਹੈ, 8 ਆਨਾ ਪਰ 8% ਕਰ ਦਿੱਤੀ, ਪਰ ਹੁਣ ਜਾ ਕੇ ਇਹ ਹੋਰ ਵੀ ਵੱਧ ਗਈ ਹੋਣੀ ਹੈ, ਠੀਕ ਹੈ, ਪਰ ਇਹ ਇਹਦਾ ਕੋਈ ਜ਼ਿਆਦਾ ਰੈਲੀਵੈਂਟ ਕੁਐਸਚਨ ਨਹੀਂ ਹੈਗਾ। ਨੈਕਸਟ ਹੈਗਾ ਸਿਕਿਉਰਿਟੀਜ਼ ਡੈਲਟ ਇਨ depository note liable to be stamp duty. Securities dealt in depository note
डिपॉजिटरी नॉट लाइबल टू स्टैंप ड्यूटी। ਹੁਣ ਕੁਝ ਡਾਕੂਮੈਂਟ ਕੁਝ ਆਪਣਾ ਅਸੀਂ ਆਪਣੇ ਪੇਪਰ ਹੁੰਦੇ ਜਿਵੇਂ ਸੇਲ ਡੀਡ ਹੈ ਰੱਖ ਦਿੱਤੀ ਕਿਸੇ ਬੈਂਕ ਦੇ ਕੋਲੇ, ਠੀਕ ਹੈ, ਡਿਪੋਜ਼ਿਟ ਕਰਾਤੀ ਸਿਕਿਉਰਿਟੀ ਦੇ ਪੱਖ ਦੇ ਵਿੱਚ, ਸਿਕਿਉਰਿਟੀ ਵਜੋਂ ਉਹ ਤੋਂ ਲੋਨ ਲੈ ਲਿਆ ਅਸੀਂ, ਠੀਕ ਹੈ। ਜਦੋਂ ਅਸੀਂ ਕੋਈ ਸਿਕਿਉਰਿਟੀ ਡਿਪੋਜ਼ਿਟ ਕਰਾਉਂਦੇ ਹਾਂ, ਇੱਦਾਂ ਕੋਈ ਡਾਕੂਮੈਂਟ ਆਪਦਾ ਡਿਪੋਜ਼ਿਟ ਕਰਵਾਉਂਦੇ ਹਾਂ, ਕੋਈ ਅਸੀਂ ਆਪਣੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਦੇ ਦਿੱਤੀ ਉਹਨਾਂ ਨੂੰ ਐਜ ਏ ਸਿਕਿਉਰਿਟੀ, ਠੀਕ ਹੈ, ਉਹਦੇ ਉੱਪਰ ਸਟੈਂਪ ਕਹਿੰਦੇ ਡਿਊਟੀ ਨਹੀਂ ਲੱਗਦੀ ਹੈਗੀ। Securities dealt in depository not liable to stamp duty। ਜਦੋਂ ਕੋਈ ਇੱਦਾਂ ਦਾ ਕੋਈ ਆਪਣਾ ਡਾਕੂਮੈਂਟ ਅਸੀਂ ਸਿਕਿਉਰਿਟੀ ਦੇ ਰੂਪ ਦੇ ਵਿੱਚ ਅਸੀਂ ਡਿਪੋਜ਼ਿਟ ਕਰਨੇ ਆ, ਸਿਕਿਉਰਿਟੀ ਦੇ ਵਿੱਚ ਦੇ ਲਈ ਕਿਸੇ ਇਸ ਤੋਂ ਪੇਮੈਂਟ ਲੈਣੇ ਆ, ਉਹਦੇ ਕੋਲੇ ਐਜ ਏ ਸਿਕਿਉਰਿਟੀ ਕੋਈ ਡਾਕੂਮੈਂਟ ਡਿਪੋਜ਼ਿਟ ਕਰਵਾ ਦਿੰਦੇ ਆ, ਤਾਂ ਉਹਦੇ ਉੱਪਰ ਜਿਹੜੀ ਸਟੈਂਪ ਡਿਊਟੀ ਹੈਗੀ ਆ ਉਹ ਨਹੀਂ ਦਿੱਤੀ, ਪੇ ਕੀਤੀ ਜਾਂਦੀ। Shall not be liable to duty under this act। नेक्स्ट आएगा सेक्शन 9, पावर टू रिड्यूस, रिमिट और कंपाउंड ड्यूटीज। ये देखो गवर्नमेंट को पावर हैगी है, कितने भी जी स्टैंप ड्यूटी घटाई जा सकती है, कितने बढ़ाई जा सकती है, ठीक है, कंपाउंड भी की जा सकती है, रिमिट भी की जा सकती है। गवर्नमेंट स्टेट गवर्नमेंट कह लीजिए आप, मे बाय रूल, और स्टेट गवर्नमेंट हो चाहे सेंट्रल गवर्नमेंट हो, मे बाय रूल और ऑर्डर पब्लिश इन द ऑफिशियल गजट, पब्लिश करेगी, ऑफिशियल गजट जारी करेगी। रिड्यूस और रिमिट, होल और एनी पार्ट, रिमिट रिड्यूस भी कर सकती है, रिमिट भी कर सकती है, पूरी भी कर सकती है, और कोई हिस्सा भी कर सकती है। ड्यूटीज विद विच एनी इंस्ट्रूमेंट और एनी पर्टिकुलर क्लास ऑफ इंस्ट्रूमेंट्स हैज टू बी पेड, किसी भी डॉक्यूमेंट के ऊपर कोई लगने वाली ड्यूटी हैगी है, उन्होंने घटाया बताया जा सकता है, सरकार की है पावर हैगी। ਇੱਦਾਂ ਨਹੀਂ ਕਿਹਾ ਜਿਹੜੇ ਡਿਵੈਂਚਰਸ ਹੁੰਦੇ ਆ, ਬੌਂਡਸ ਹੁੰਦੇ ਆ, ਮਾਰਕੀਟੇਬਲ ਸਿਕਿਉਰਿਟੀਜ਼ ਹੁੰਦੀਆਂ, ਉਹਦੇ 'ਚ ਵੀ ਸਰਕਾਰ ਦੀ ਮਰਜ਼ੀ ਹੈ, ਸਰਕਾਰ ਘਟਾ ਵਧਾ ਸਕਦੀ ਹੈ। ਤਾਂ ਗਵਰਨਮੈਂਟ ਮੀਨਸ ਗਵਰਨਮੈਂਟ ਦੀ ਪਰਿਭਾਸ਼ਾ ਦੱਸੀ ਹੈ, ਸਟੇਟ ਗਵਰਨਮੈਂਟ ਵੀ ਹੋ ਸਕਦੀ ਹੈ, ਸੈਂਟਰਲ ਗਵਰਨਮੈਂਟ ਵੀ ਹੋ ਸਕਦੀ ਹੈ। ਨੈਕਸਟ ਹੈਗਾ ਡਿਊਟੀਜ਼ ਹਾਊ ਟੂ ਬੀ ਪੇਡ, ਜਾਂ ਡਿਊਟੀਆਂ ਹੈਗੀਆਂ ਨੇ ਕਿਵੇਂ ਪੇ ਕੀਤੀਆਂ ਜਾਂਦੀਆਂ ਨੇ। ਦੇਖੋ ਹੁਣ ਤਾਂ ਤੁਸੀਂ ਦੇਖੋਗੇ ਜਿਹੜੀ ਡਿਊਟੀ ਪੇ ਹੁੰਦੀ ਹੈ ਸਟਾਕ ਹੋਲਡਿੰਗ ਕਾਰਪੋਰੇਸ਼ਨ। ਸਰ ਹਾਂਜੀ ਸਰ, ਇਹਦੇ ਜਿਹੜਾ 8th ਸੈਕਸ਼ਨ ਸੀ, ਇਹਦੇ ABCD 5 ਪਾਰਟ ਬਣਾਏ, F ਤੱਕ ਬਣਾਏ ਆ। 9th ਦੇ ਵੀ ਇਦਾਂ ਹੀ ਆ, ਤੁਹਾਡੀ ਬੁੱਕ ਦੇ ਵਿੱਚ ਦੇਖੋ ਤਾਂ ਹੈਗੇ। ਹਾਂਜੀ, ਜਿਹੜਾ 8th ਸੈਕਸ਼ਨ ਹੈ ਉਹਦੇ F ਤੱਕ ਬਣਾਏ ਆ ਇਹਨਾਂ ਨੇ, 8A 8B 8C D E F। ਮੇਰੀ ਬੁੱਕ 'ਚ ਨਹੀਂ ਹੈਗੇ ਇਹ, ਤੁਸੀਂ ਪੜ੍ਹ ਲਿਓ, ਕੋਈ ਗੱਲ ਨਹੀਂ, ਜੇ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਪੁੱਛ ਲਿਓ। ਠੀਕ ਹੈ ਸਰ, ਠੀਕ ਹੈ। ਹਾਂ, ਮੇਰੀ ਬੁੱਕ 'ਚ ਇਹ ਹੈ ਨਹੀਂਗੇ। ਸਿੰਪਲ ਜਿਹਾ, ਸਾਨੂੰ ਇਹ 'ਚ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ, ਇਹ 'ਚ ਸਿੰਪਲ ਜੀ ਗੱਲ ਕਹੀ ਹੈ, ਇਹਦੇ 'ਚ ਸਿੰਪਲ ਤਰੀਕਾ ਦੱਸਿਆ ਹੈਗਾ। ਮੈਂ ਤਾਂ ਹੀ ਤੁਹਾਨੂੰ, ਜੇ ਆਪਾਂ ਜ਼ਿਆਦਾ ਇਹਨੂੰ ਡਿਟੇਲ 'ਚ ਪੜ੍ਹਾਂਗੇ ਹੋਰ ਉਲਝੀ ਜਾਵਾਂਗੇ। ਇਹ ਹੈਗਾ ਵੀ ਅਸਲ ਰਜਿਸਟਰੀ ਨੂੰ ਅਸੀਂ ਬੈਂਕ ਦੇ ਵਿੱਚ ਰੱਖ ਦਈਏ, ਡਿਪੋਜ਼ਿਟ ਕਰਾ ਦਈਏ ਆਪਣੇ ਅਸਲ ਡਾਕੂਮੈਂਟ ਨੂੰ, ਚਾਹੇ ਉਹ ਸਾਡੀ ਰਜਿਸਟਰੀ ਹੈ, ਠੀਕ ਹੈ, ਜੇ ਸਾਡੇ ਕੋਲ ਕੋਈ ਹੋਰ ਸਿਕਿਉਰਿਟੀ ਹੈਗੀ ਹੈ, ਜੇ ਸਾਡੇ ਕੋਲ ਕੋਈ ਆਪਦੇ ਡਿਬੈਂਚਰ ਹੈਗੇ, ਜੇ ਸਾਡੇ ਕੋਲ ਕੋਈ ਸ਼ੇਅਰ ਹੈਗੇ ਨੇ, ਠੀਕ ਹੈ, ਜੇ ਕੋਈ ਸਾਡੇ ਕੋਲ ਕੋਈ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੈਗੀ ਹੈ, ਜੇ ਉਸ ਨੂੰ ਕਿਸੇ ਥਾਂ ਤੇ ਅਸੀਂ ਡਿਪੋਜ਼ਿਟ ਕਰਵਾ ਦਈਏ ਤਾਂ ਉਹਦੇ ਉੱਪਰ ਕਿਹਾ ਹੈਗਾ ਵੀ ਸਟੈਂਪ ਡਿਊਟੀ ਨਹੀਂ ਲੱਗਦੀ। ਅੱਗੇ ਜਾ ਕੇ ਫਿਰ ਇਹਨੇ ਥੋੜਾ ਐਕਸਪਲੇਨ ਕਰਦਾ ਹੈ, ਉਹਨੂੰ ਕੋਈ ਇਦਾਂ ਦਾ ਹੋਏਗਾ। ਹੋਰ ਕੋਈ ਮੇਨ ਗੱਲ ਇਹੀ ਹੈਗੀ ਹੈ, ਪਾਵਰ ਟੂ ਸਰਕਾਰ ਕੋਲ ਪਾਵਰ ਹੈਗੀ ਹੈ ਵੀ ਕਿਸੇ ਵੀ ਸਟੈਂਪ ਡਿਊਟੀ ਨੂੰ, ਠੀਕ ਹੈ, ਰਿਮਿਟ ਵੀ ਕਰ ਸਕਦੇ, ਰਿਡਿਊਸ ਵੀ ਕਰ ਸਕਦੇ, ਘਟਾ ਵਧਾ ਵੀ ਸਕਦੀ ਹੈਗੀ ਹੈ, ਪਰ ਗਜ਼ਟ ਨੋਟੀਫਿਕੇਸ਼ਨ ਜਾਰੀ ਕਰੇਗਾ ਗਵਰਨਮੈਂਟ ਵੱਲੋਂ। ਹੁਣ ਹੈਗਾ ਸੈਕਸ਼ਨ 10, ਡਿਊਟੀਜ਼ ਹਾਊ ਟੂ ਬੀ ਪੇਡ। ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਹੁਣ ਸਾਡੇ ਰਜਿਸਟ੍ਰੇਸ਼ਨ ਐਕਟ ਦੀ ਗੱਲ ਕਰਦੇ ਹਾਂ, ਸਟੈਂਪ ਐਕਟ ਦੀ ਜਿਹੜੀ ਡਿਊਟੀ ਹੈਗੀ ਹੈ, ਜਦੋਂ ਸਾਡੀਆਂ ਰਜਿਸਟਰੀਆਂ ਵਗੈਰਾ ਹੁੰਦੀਆਂ ਨੇ, ਇਹਦੀ ਜਿਹੜੀ ਪਾਵਰ ਹੈ, ਪਹਿਲਾਂ ਤਾਂ ਦੇਖੋ ਇਹਦੇ ਅਸਟਾਮ ਵਿਕਦੇ ਹੁੰਦੇ ਸੀਗੇ, ਠੀਕ ਹੈ, ਅਸਟਾਮ ਆਪਾਂ ਮੰਗਵਾਉਂਦੇ ਸੀਗੇ, ਡਿਸਟ੍ਰਿਕਟ ਪੱਧਰ ਤੇ ਖਜ਼ਾਨੇ ਜਾਂਦੇ ਸੀ, ਫਿਰ ਸਬ ਟ੍ਰੇਜਰੀਆਂ 'ਚ ਜਾਂਦੇ ਸੀਗੇ, ਅੱਗੇ ਟ੍ਰੈਜਰੀਆਂ ਤੋਂ ਫਿਰ ਅੱਗੇ ਜਿਹੜੇ ਸਟੈਂਪ ਵੈਂਡਰਸ ਕੋਲੇ ਆ ਜਾਂਦੇ ਸੀਗੇ, ਅਲੱਗ-ਅਲੱਗ ਸਟੈਂਪ ਵੈਂਡਰਸ ਕੋਲੇ ਕਿੰਨੀ ਕੈਪੈਸਿਟੀ ਹੈ, ਖਜ਼ਾਨੇ ਕੋਲੇ ਕਿੰਨੀ ਕੈਪੈਸਿਟੀ ਹੈਗੀ ਹੈ, ਠੀਕ ਹੈ। ਹੁਣ ਇੱਕ ਨਵਾਂ ਸਿਸਟਮ ਜਿਵੇਂ ਆਪਾਂ ਗੱਲ ਕਰ ਲਈਏ ਰਜਿਸਟਰੀਆਂ ਦੇ ਵਿੱਚ, ਸਟਾਕ ਹੋਲਡਿੰਗ ਕਾਰਪੋਰੇਸ਼ਨ ਜਿਹੜੀ ਸਾਡਾ ਕੰਟਰੋਲ ਕਰਦੀ ਹੈ ਸਾਰਾ, ਸਰਕਾਰ ਦਾ ਕੋਈ ਐਗਰੀਮੈਂਟ ਹੋਇਆ ਇਸ ਕੰਪਨੀ ਦੇ ਨਾਲ, ਸਟਾਕ ਹੋਲਡਿੰਗ ਕਾਰਪੋਰੇਸ਼ਨ ਦੇ ਨਾਲ, ਜਿਹੜਾ ਸਟੈਂਪ ਸਾਰਾ ਵਿਕਦਾ ਹੈਗਾ, ਸਾਡਾ ਸਟੈਂਪ ਸਾਰਾ ਸਾਨੂੰ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਨੇ, ਠੀਕ ਹੈ, ਸਟੇਟ ਦੇ ਬਿਹਾਫ ਤੇ ਸਟਾਕ ਹੋਲਡਿੰਗ ਕਾਰਪੋਰੇਸ਼ਨ ਜਾਰੀ ਕਰਦੀ ਹੈਗੇ ਆ। ਉਹਦਾ ਜਿਹੜਾ ਅਕਾਊਂਟ ਹੈ, ਜਦੋਂ ਸਾਡੀਆਂ ਅਸੀਂ ਰਜਿਸਟਰੀਆਂ ਕਰਦੇ ਹਾਂ, ਉਹਨੂੰ ਲੌਕ ਇਨ ਵੀ ਕੀਤਾ ਜਾਂਦਾ ਹੈ,
ठीक है। ਉਹ ਸਾਰਾ ਅਕਾਊਂਟ ਜਿਹੜਾ ਹੈਗਾ ਤਾਂ ਕਿ ਕੋਈ ਦੁਬਾਰਾ ਸਟੈਂਪ ਯੂਜ਼ ਨਾ ਹੋ ਜਾਵੇ, ਉਹ ਸਾਰਾ ਅਕਾਊਂਟ ਸਾਰਾ ਸਿਸਟਮ ਸਟਾਕ ਹੋਲਡਿੰਗ ਕਾਰਪੋਰੇਸ਼ਨ ਦੇਖਦੀ ਹੈ। ਤੇ ਹੁਣ ਇਹ ਸਿਸਟਮ ਜਿਹੜਾ ਹੈਗਾ ਪੁਰਾਣਾ ਚੱਲਿਆ ਆ ਰਿਹਾ ਹੈ, ਇਹਦੇ ਵਿੱਚ ਕਿਹਾ ਗਿਆ ਵੀ ਡਿਊਟੀਜ਼ ਹਾਰ ਟੂ ਬੀ ਪੇਡ। ਹੁਣ ਸਿਸਟਮ ਬਹੁਤ ਬਦਲ ਚੁੱਕਿਆ, ਠੀਕ ਹੈ ਜੀ। ਇੱਥੇ ਅਕੋਰਡਿੰਗ ਟੂ ਦਾ ਪ੍ਰੀਜ਼ਨਸ ਹੈਨ ਕੰਟੇਨਡ when no such provision is applicable there to the state government way by rules act। ਹੁਣ ਦੇਖੋ ਸਟੇਟ ਗਵਰਨਮੈਂਟ ਨੂੰ ਗੱਲ ਕਰਤੀ ਵੀ ਸਟੇਟ ਗਵਰਨਮੈਂਟ ਨੇ ਦੇਖਣਾ ਹੈ ਵੀ ਕਿਵੇਂ ਜਿਹੜੀ ਸਟੈਂਪ ਡਿਊਟੀ ਹੈਗੀ ਹੈ ਇਹ ਪੇ ਕੀਤੀ ਜਾਣੀ ਹੈਗੀ ਹੈ। ਜਿਵੇਂ ਕਿ ਹੁਣ ਅੱਜ ਦੇ ਟਾਈਮ 'ਚ ਮੈਂ ਆਪਾਂ ਗੱਲ ਕਰ ਚੁੱਕਿਆ ਵੀ ਸਟਾਕ ਹੋਲਡਿੰਗ ਕਾਰਪੋਰੇਸ਼ਨ ਸਾਡੇ ਪੰਜਾਬ ਦਾ ਜਿਹੜਾ ਮੇਨ ਕੰਮ ਹੈ ਰਜਿਸਟਰੀਆਂ ਦਾ, ਤਾਂ ਉਹ ਦੇਖਦੀ ਹੈ। ਬਾਕੀ ਜਿਹੜੇ ਸਟੈਂਪ ਪੇਪਰ ਹੈਗੇ, ਸਟੈਂਪ ਵੈਂਡਰ ਹੈਗੇ ਆ, ਸਾਡੇ ਖਜ਼ਾਨੇ ਹੈਗੇ ਨੇ, ਖਜ਼ਾਨੇ ਦੇ ਸਟੈਂਪ ਪੇਪਰ ਆਉਂਦੇ ਆ, ਠੀਕ ਹੈ। ਟਿਕਟਾਂ ਵੀ ਆਉਂਦੀਆਂ ਨੇ ਉੱਥੋਂ ਜਿਹੜੇ ਹੈਗੇ ਜਾਰੀ ਕੀਤੀਆਂ, ਸਟੈਂਪ ਡਿਊਟੀ ਪੇ ਕੀਤੀ ਜਾਂਦੀ ਹੈ। ਵੈਂਡਰਸ ਨੂੰ ਲਾਇਸੈਂਸ ਦਿੱਤੇ ਗਏ ਗਵਰਨਮੈਂਟ ਵੱਲੋਂ। ਵੈਂਡਰ ਦੇ ਜਿਹੜੇ ਲਾਇਸੈਂਸ ਨੇ ਰਜਿਸਟਰੀ, ਜਿਹੜੇ ਸਾਡੇ ਰਜਿਸਟਰਾਰ ਸਬ ਰਜਿਸਟਰਾਰ ਹੁੰਦੇ ਆ, ਉਹ ਸਮੇਂ ਤੇ ਵੈਂਡਰ ਦੇ ਜਿਹੜੇ ਰਜਿਸਟਰ ਨੇ ਉਹ ਵੀ ਚੈੱਕ ਕਰਦੇ ਆ। ਹਰ ਜਿਹੜਾ ਸਟੈਂਪ ਵੈਂਡਰ ਹੁੰਦਾ ਉਹਨੂੰ ਆਪਣਾ ਜਿਹੜਾ ਰਜਿਸਟਰ ਮੇਨਟੇਨ ਕਰਨਾ ਪੈਂਦਾ, ਕਿੰਨੇ ਸਟੈਂਪ ਵੈਂਡਰ ਨੇ ਸਟੈਂਪ ਪਰਚੇਜ ਕੀਤੇ ਸੀ, ਕਿੰਨੇ ਉਹਨੂੰ ਸੇਲ ਕਰਦੇ ਸੀ, ਕਿੰਨੇ ਹਰ ਮਹੀਨੇ ਜਿਹੜਾ ਗੋਸ਼ਵਾਰਾ ਉਹ ਬਾਕੀ ਕੱਢਿਆ ਜਾਂਦਾ। ਤਾਂ ਉਹਦੇ ਉਸ ਗੋਸ਼ਵਾਰੇ ਨੂੰ ਵੀ ਉਹ ਜਿਹੜੇ ਸਾਡੇ ਜੁਆਇੰਟ ਸਬ ਰਜਿਸਟਰ ਹੁੰਦਾ ਜਾਂ ਸਬ ਰਜਿਸਟਰ ਹੁੰਦਾ ਸਮੇਂ ਤੇ ਹਰ ਮਹੀਨੇ ਦੇ ਐਂਡ ਦੇ ਵਿੱਚ ਚੈੱਕ ਕਰਕੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਕਿ ਕੋਈ ਜਿਹੜਾ ਸਟੈਂਪ ਹੈ ਉਹ ਬੈਗ ਦੇ ਵਿੱਚ ਸੀਲ ਨਾ ਹੋ ਪਾਵੇ। ਇਸ ਕਰਕੇ ਜਦੋਂ ਅਸੀਂ ਕਦੇ ਜਿਹੜਾ ਸਟੈਂਪ ਰਜਿਸਟਰ ਹੈਗਾ ਉਹ ਸਾਈਨ ਕਰਨਾ ਹੈਗਾ, ਤੁਹਾਡੇ ਕੋਲ ਹਰ ਮਹੀਨੇ ਲਗਭਗ ਜਿਹੜੇ ਸਟਾਂਪ ਫੋਸ਼ ਹੁੰਦੇ ਆ ਉਹ ਆਪਦੇ ਰਜਿਸਟਰ ਲੈ ਕੇ ਆਉਂਦੇ ਆ, ਠੀਕ ਹੈ। ਤੁਸੀਂ ਨੂੰ ਚੈੱਕ ਕਰਨਾ ਹੁੰਦਾ, ਪਰ ਇੰਸ਼ੋਰ ਇਹ ਕਰ ਲੈਣਾ ਚਾਹੀਦਾ ਹੁੰਦਾ ਵੀ ਕੋਈ ਜਿਹੜਾ ਵਿੱਚ ਸੀਰੀਅਲ ਨੰਬਰ ਹੈਗਾ ਉਹ ਵੇਕੈਂਟ ਨਾ ਛੱਡਿਆ ਗਿਆ ਹੋਵੇ, ਖਾਲੀ ਨਾ ਛੱਡਿਆ ਹੋਵੇ, ਤਾਂ ਕਿ ਬਾਅਦ ਦੇ ਵਿੱਚ ਕੋਈ ਉਹਦੇ 'ਤੇ ਐਂਟਰੀ ਪਾ ਕੇ ਬੈਕ ਡੇਟ ਦੇ ਵਿੱਚ ਕਿਸੇ ਨੂੰ ਸਟੈਂਪ ਜਾਰੀ ਕਰ ਦਿੱਤਾ ਜਾਵੇ, ਠੀਕ ਹੈ। ਇਹ ਸਾਰਾ ਕੁਝ ਦੇਖਣਾ ਹੁੰਦਾ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਨੇ ਦੇਖਣਾ ਵੀ ਕਿਵੇਂ ਜਿਹੜੇ ਸਟੈਂਪ ਹੈਗੇ ਕਿਵੇਂ ਸੇਲ ਕਰਨੇ ਨੇ। The rules made under subsection 1 may among the matters regulate in case of any kind of instrument। ਸਰਕਾਰ ਨੇ ਦੇਖਣਾ ਹੈ ਵੀ ਕਿਹੜੇ ਡਾਕੂਮੈਂਟ ਦੇ ਉੱਪਰ ਕਿਹੜੀ ਸਟੈਂਪ ਲੱਗੇਗੀ, ਕਿ ਜਿਹੜੀਆਂ ਟਿਕਟਾਂ ਲੱਗਣਗੀਆਂ ਜਾਂ ਇੰਪ੍ਰੈਸ ਸਟੈਂਪ ਲੱਗੇਗੀ, ਠੀਕ ਹੈ, ਜਾਂ ਚਿਪਕਾਉਣ ਵਾਲੀ ਟਿਕਟਾਂ ਲੱਗਣਗੀਆਂ, ਕਿੰਨੀਆਂ ਟਿਕਟਾਂ ਲੱਗਣਗੀਆਂ। ਇਨ ਕੇਸ ਆਫ ਇੰਸਟਰੂਮੈਂਟ ਸਟੈਂਪ, ਪਹਿਲਾਂ ਤਾਂ ਗੱਲ ਆ ਗਈ ਇਹਦੇ ਵਿੱਚ ਸਬਸੈਕਸ਼ਨ 2 ਵੀ ਟਿਕਟ ਕਿਹੜੀ ਲੱਗੇਗੀ, ਚਿਪਕਾਉਣ ਵਾਲੀ ਲੱਗੇਗੀ ਜਾਂ ਇੰਪ੍ਰੈਸ ਸਟੈਂਪ ਲੱਗੇਗੀ। ਦੂਜੇ 'ਚ ਆ ਗਿਆ ਵੀ ਕਿੰਨੀਆਂ ਟਿਕਟਾਂ ਲੱਗਣਗੀਆਂ, ਠੀਕ ਹੈ ਜੀ। ਫਿਰ ਆ ਗਿਆ ਜੇਕਰ ਪ੍ਰੋਮਾਈਜ਼ਰੀ ਨੋਟ ਵਗੈਰਾ ਹੋਵੇ, ਬਿਲ ਆਫ ਐਕਸਚੇਂਜ ਹੋਵੇ, ਪ੍ਰੋਮਾਈਜ਼ਰੀ ਨੋਟ ਹੋਵੇ, ਤਾਂ ਜਿਹੜਾ ਉਹ ਸਾਈਜ਼ ਪੇਪਰ ਦਾ ਹੋਏਗਾ ਉਹ ਕੀ ਹੋਏਗਾ, A4 ਦਾ ਸਾਈਜ਼ ਹੋਏਗਾ, A3 ਸਾਈਜ਼ ਹੋਏਗਾ, ਕਿਹੜੇ ਸਾਈਜ਼ ਦੇ ਉੱਪਰ ਜਿਹੜਾ ਹੈਗਾ ਇਹ ਪ੍ਰੋਮਾਈਜ਼ਰੀ ਨੋਟ ਜਾਰੀ ਕੀਤਾ ਜਾਣਾ ਹੈ, ਠੀਕ ਹੈ। ਨੈਕਸਟ ਹੈ ਸੈਕਸ਼ਨ 11 ਯੂਜ਼ ਆਫ ਅਡਹੈਸਿਵ ਸਟੈਂਪਸ। ਅਡਹੈਸਿਵ ਕੀ ਹੁੰਦੀ ਹੈ? ਅਡਹੈਸਿਵ ਜਿਹਨੂੰ ਆਪਾਂ ਕੰਮ ਲਗਾ ਕੇ ਜਿਹੜੀ ਸਟੈਂਪ ਨੂੰ ਅਸੀਂ ਪੇਪਰ ਦੇ ਉੱਪਰ ਚਿਪਕਾ ਦਿੰਦੇ ਹਾਂ ਉਹਨੂੰ ਅਸੀਂ ਅਡਹੈਸਿਵ ਸਟੈਂਪ ਕਿਹਾ ਜਾਂਦਾ ਹੈਗਾ। ਇਹ ਕਿੱਥੇ ਯੂਜ਼ ਹੁੰਦੀਆਂ ਨੇ, ਇਹ ਵੀ ਜਿਹੜੇ ਆਪਣੇ ਸ਼ਡਿਊਲ ਬਣਾਏ ਜਾਂਦੇ ਨੇ ਉਹਦੇ ਵਿੱਚ ਦਰਜ ਕੀਤੇ ਨੇ, ਪਰ ਫਿਰ ਵੀ ਇੱਥੇ ਥੋੜਾ ਜਿਹਾ ਦਿੱਤਾ ਹੈਗਾ। ਇੰਸਟਰੂਮੈਂਟਸ ਚਾਰਜੇਬਲ ਵਿਦ ਡਿਊਟੀ ਨਾਟ ਐਕਸੀਡਿੰਗ 10 ਨया ਪੈਸਾ। ਛੋਟੇ ਇੰਸਟਰੂਮੈਂਟ ਜਿਹਨੂੰ ਆਪਾਂ ਗੱਲ ਕਰ ਲਈ, ਜਿੱਥੇ ਥੋੜੇ ਜਿਵੇਂ ਕੋਈ ਅਰਜੀ ਹੈ, ਅਰਜੀ ਦੇ ਉੱਪਰ ਟਿਕਟ ਲੱਗੀ ਹੈ, ਠੀਕ ਹੈ। ਇੱਥੇ ਗੱਲ ਕੀਤੀ ਗਈ ਹੈ ਵਿਦ ਡਿਊਟੀ ਨਾਟ ਐਕਸੀਡਿੰਗ 10 ਨया ਪੈਸਾ, ਜਿੱਥੇ 10 ਪੈਸੇ ਦੀ ਟਿਕਟ ਲਾਣੀ ਹੈ। ਇਹ ਗੱਲ ਕਦੋਂ ਦੀ ਕੀਤੀ ਗਈ ਹੈ? ਇਹ ਗੱਲ ਦੇਖੋ ਕਦੋਂ ਦੀ ਹੈ, ਇਹ 1958 ਦੀ ਗੱਲ ਕੀਤੀ ਗਈ ਹੈ, ਠੀਕ ਹੈ। 1958 ਦੀ ਇਹ ਸਾਰੀ ਚੇਂਜ ਹੋ ਚੁੱਕੀ ਆ ਹੁਣ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿੱਥੇ ਕੋਈ ਛੋਟੀ ਅਮਾਊਂਟ ਦੀ ਪੈਸੇ ਲੱਗਣੇ ਨੇ ਸਟੈਂਪ ਦੇ ਉੱਪਰ, 5 ਰੁਪਏ, 10 ਰੁਪਏ, 20 ਰੁਪਏ ਟਿਕਟਾਂ ਲੱਗਣੀਆਂ ਨੇ, ਤਾਂ ਅਸੀਂ ਜਿਹੜੀਆਂ ਇੰਪ੍ਰੈਸ ਸਟੈਂਪ ਅਸੀਂ ਲਗਾ ਸਕਦੇ ਹੁੰਦੇ ਹਾਂ, ਸੌਰੀ ਐਡਹੈਸਿਵ ਸਟੈਂਪ ਲਗਾ ਸਕਦੇ ਹਾਂ। ਇਸੇ ਤਰ੍ਹਾਂ ਬਿਲ ਆਫ ਐਕਸਚੇਂਜ ਹੈਗਾ, ਪ੍ਰੋਮਾਈਜ਼ਰੀ ਨੋਟ ਹੈਗਾ, ਠੀਕ ਹੈ। ਇਹਦੇ ਉੱਪਰ ਵੀ ਤੁਸੀਂ ਦੇਖੋ ਟਿਕਟਾਂ ਲੱਗਦੀਆਂ ਨੇ। ਐਂਟਰੀ ਐਜ਼ ਐਨ ਐਡਵੋਕੇਟ, ਵਕੀਲ ਹੁੰਦੇ ਆ, ਵਕੀਲ ਪੇਸ਼ ਹੁੰਦੇ ਆ ਪਾਰਟੀਆਂ ਦੇ ਬਿਹਾਫ ਤੇ, ਜਦੋਂ ਵਕੀਲ ਜਾ ਕੇ ਵਕਾਲਤਨਾਮਾ ਦਿੰਦਾ ਉਹਦੇ ਉੱਪਰ ਵੀ ਜਿਹੜੀਆਂ ਟਿਕਟਾਂ ਲੱਗਦੀਆਂ ਨੇ। ਅਟਾਰਨੀ ਹਾਈ ਕੋਰਟ ਦੇ ਵਿੱਚ ਕੋਈ ਇਨਰੋਲਮੈਂਟ ਹੁੰਦੀ ਹੈ ਤਾਂ ਉੱਥੇ ਵੀ ਟਿਕਟਾਂ ਲੱਗਦੀਆਂ ਹੈ। ਨੋਟਰੀਅਲ ਐਕਟਸ, ਨੋਟਰੀ ਪਬਲਿਕ ਵੱਲੋਂ ਜਿਹੜੇ ਕੋਈ ਡਾਕੂਮੈਂਟ ਕੀਤੇ ਜਾਂਦੇ ਆ, ਟੈਸਟ ਵਗੈਰਾ ਕੀਤੇ ਜਾਂਦੇ, ਉੱਥੇ ਵੀ ਟਿਕਟਾਂ ਯੂਜ਼ ਹੁੰਦੀਆਂ ਨੇ। ਫਿਰ ਅਗਰ ਟ੍ਰਾਂਸਫਰ ਬਾਈ ਇੰਡੋਰਸਮੈਂਟ ਸ਼ੇਅਰ, ਕੋਈ ਵਿਅਕਤੀ ਕੋਈ ਆਪਣੇ ਜਿਹੜੇ ਸ਼ੇਅਰ ਹੈਗੇ ਕਿਸੇ ਹੋਰ ਵਿਅਕਤੀ ਨੂੰ ਟ੍ਰਾਂਸਫਰ ਕਰਦਾ ਹੈਗਾ, ਇੰਡੋਰਸਮੈਂਟ ਲਗਾ ਕੇ ਦਿੰਦਾ ਨੀਚੇ, ਠੀਕ ਹੈ, ਵੀ ਆ ਜਿਹੜਾ ਸ਼ੇਅਰ ਦਾ ਕੱਲ੍ਹ ਨੂੰ ਜ਼ਿੰਮੇਵਾਰ ਇਹ ਹੈਗਾ, ਇਹ ਪੈਸੇ ਲੈ ਸਕਦਾ ਹੈਗਾ, ਉੱਥੇ ਵੀ ਟਿਕਟਾਂ ਪੇ ਕੀਤੀਆਂ ਜਾਂਦੀਆਂ ਨੇ। ਨੈਕਸਟ ਹੈ ਸੈਕਸ਼ਨ 12, ਇਹ 'ਚ ਕੀ ਹੈ? ਕੈਂਸਲੇਸ਼ਨ ਆਫ ਐਡਹੈਸਿਵ ਸਟੈਂਪਸ। ਦੇਖੋ ਜੀ ਟਿਕਟ ਲੱਗ ਗਈ, ਠੀਕ ਹੈ, ਉਹ ਯੂਟੀਲਾਈਜ਼ ਹੋ ਗਈ, ਜੇ ਉਹ ਟਿਕਟ ਸਾਬਤੀ ਲੱਗੀ ਰਹਿ ਗਈ ਤਾਂ ਉਸ ਨੂੰ ਕਿਤੇ ਵੀ ਵਿਅਕਤੀ ਦੁਆਰਾ ਪੱਟ ਕੇ ਕਿਤੇ ਹੋਰ ਯੂਜ਼ ਕੀਤੀ ਜਾ ਸਕਦੀ ਹੈ। ਇਸ ਕਰਕੇ ਜਿਹੜੀਆਂ
ਇਹ ਟਿਕਟਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੈਂਸਲ ਵੀ ਕਰਨਾ ਹੁੰਦਾ ਹੈ। ਕੈਂਸਲ ਕੌਣ ਕਰਦਾ ਹੈ? ਸਭ ਤੋਂ ਪਹਿਲਾਂ ਜਿਸ ਵਿਅਕਤੀ ਨੇ ਟਿਕਟਾਂ ਲਾਈਆਂ, ਜਿਹਨੇ ਕਿ ਟਿਕਟਾਂ ਸੇਲ ਕੀਤੀਆਂ, ਇਹ ਕਹਿ ਲਈਏ ਆਪਾਂ, ਜੇ ਕਿਸੇ ਡਾਕੂਮੈਂਟ ਦੇ ਉੱਪਰ ਕਿਸੇ ਵਿਅਕਤੀ ਨੇ ਟਿਕਟਾਂ ਲਗਾਤੀਆਂ, ਠੀਕ ਹੈ, ਜਿਹੜਾ ਲਾਉਣ ਵਾਲਾ ਵਿਅਕਤੀ ਹੈਗਾ ਉਹੀ ਉਹਦੇ ਉੱਪਰ ਨਾਮ ਲਿਖੇਗਾ ਵੀ ਕਿਹਦੇ ਬਿਹਾਫ ਤੇ ਜਿਹੜੀ ਟਿਕਟਾਂ ਕੌਣ ਅਰਜੀ ਦੇ ਰਿਹਾ ਹੈਗਾ, ਠੀਕ ਹੈ, ਕਿਹਦੇ ਬਿਹਾਫ ਤੇ ਇਹ ਟਿਕਟਾਂ ਯੂਟੀਲਾਈਜ਼ ਹੋ ਰਹੀਆਂ ਨੇ, ਉਹੀ ਉਹਦੇ ਉੱਪਰ ਨਾਮ ਲਿਖ ਦੇਗਾ, ਕਰੈਸ਼ ਕਰ ਦੇਗਾ ਉਸਨੂੰ, ਠੀਕ ਹੈ, ਜਿਹੜਾ ਟਿਕਟਾਂ ਲਗਾਵੇਗਾ। ਫਿਰ ਉਸ ਤੋਂ ਬਾਅਦ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਦੀ, ਜਿਹੜਾ ਬੰਦਾ ਅਰਜੀ ਦੇ ਰਿਹਾ ਹੈ। ਜੇ ਉਹਨੇ ਨਹੀਂ ਕੀਤੀਆਂ, ਜੇ ਉਹਨੇ ਟਿਕਟਾਂ ਨੂੰ ਕੈਂਸਲ ਨਹੀਂ ਕੀਤਾ ਜਿਹਨੇ ਲਗਾਈਆਂ ਸੀਗੀਆਂ, ਮੰਨ ਲਓ ਮੈंने ਕੋਈ ਅਰਜੀ ਲਿਖੀ, ਮੈंने ਜਿਹੜਾ ਸਟੈਂਪ ਵੈਂਡਰ ਹੈ ਉਹਨੂੰ ਕਹਿ ਦੇ ਤੇ ਟਿਕਟਾਂ ਲਾ ਦੇ 5 ਰੁਪਏ ਦੀਆਂ, ਉਹਨੇ ਟਿਕਟਾਂ ਲਾਤੀਆਂ, ਪਹਿਲਾਂ ਮੁੱਢਲੀ ਜ਼ਿੰਮੇਵਾਰੀ ਤਾਂ ਉਹਦੀ ਬਣ ਜਾਂਦੀ ਹੈ ਵੀ ਉਹ ਉਸੇ ਟਿਕਟ ਨੂੰ ਉਸੇ ਵੇਲੇ ਕ੍ਰਾਸ ਕਰ ਦੇਵੇ ਜਾਂ ਤਾਂ ਨਾਮ ਲਿਖ ਦੇ ਮੇਰਾ। ਜੇ ਉਹਨੇ ਨਹੀਂ ਲਿਖਿਆ ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ, ਮੈਂ ਅਰਜੀ ਲਿਖ ਰਿਹਾ, ਮੇਰੇ ਸਾਈਨ ਹੋਣੇ ਅਰਜੀ ਦੇ ਉੱਪਰ ਤੇ ਮੈਂ ਉਹਦੇ ਉੱਪਰ ਆਪਣਾ ਨਾਮ ਲਿਖਦਾ ਟਿਕਟਾਂ ਦੇ ਉੱਪਰ, ਅੱਗੇ ਮਿਸ ਯੂਟੀਲਾਈਜ਼ ਦੁਬਾਰਾ ਨਾ ਹੋਣ, ਠੀਕ ਹੈ। ਫਿਰ ਇਹ ਸਬਸੈਕਸ਼ਨ 2 ਦੀ ਹੈਗੀ ਹੈ ਵੀ ਐਨੀ ਇੰਸਟਰੂਮੈਂਟ ਬੀਰਿੰਗ ਐਨ ਐਡਰੈਸ ਸਟੈਂਪ, ਜੇ ਕਿਸੇ ਟਿਕਟ ਦੇ ਉੱਪਰ, ਕਿਸੇ ਅਰਜੀ ਦੇ ਉੱਪਰ, ਕਿਸੇ ਇੰਸਟਰੂਮੈਂਟ ਦੇ ਉੱਪਰ ਟਿਕਟਾਂ ਐਸੀਆਂ ਲੱਗੀਆਂ ਹੋਈਆਂ ਨੇ ਪਰ ਉਹ ਕ੍ਰਾਸ ਨਹੀਂ ਕੀਤੀਆਂ ਗਈਆਂ, ਤਾਂ ਉਹ ਇਹ ਸਮਝਿਆ ਜਾਏਗਾ ਵੀ ਇਹਦੇ ਉੱਪਰ ਟਿਕਟਾਂ ਲੱਗੀਆਂ ਨਹੀਂ ਹੋਈਆਂ। ਜਦੋਂ ਤੱਕ ਟਿਕਟਾਂ ਕ੍ਰਾਸ ਨਹੀਂ ਹੋਈਆਂ, ਜਾਣੀ ਕਿ ਕੈਂਸਲ ਨਹੀਂ ਹੋਈਆਂ, ਤਾਂ ਇਹੀ ਪ੍ਰਜ਼ੂਮ ਕੀਤਾ ਜਾਵੇਗਾ ਵੀ ਟਿਕਟਾਂ ਇੱਥੇ ਨਹੀਂ ਲੱਗੀਆਂ। ਫਿਰ ਦਾ ਪਰਸਨ ਰਿਕੁਆਇਰਿੰਗ ਸਬਸੈਕਸ਼ਨ 1, ਜਿਹੜੇ ਪਰਸਨ ਜਿਹਨੇ ਸਬਸੈਕਸ਼ਨ 1 ਦੇ ਵਿੱਚ ਜਾਂ 1 ਦੇ ਵਿੱਚ ਜਾਂ ਜਿਹਨੇ ਲਗਾਈਆਂ ਜਾਂ ਜਿਹਨੇ ਐਗਜ਼ੀਕਿਊਟ ਕੀਤੀ, ਠੀਕ ਹੈ, ਉਹ ਟਿਕਟਾਂ ਨੂੰ ਕੈਂਸਲ ਕਿਵੇਂ ਕਰੇਗਾ? ਕਿਵੇਂ ਕੈਂਸਲ ਕਰਨੇ? ਨਾਮ ਲਿਖ ਦੇਣਾ ਉੱਪਰ ਉਹਦੇ, ਸਾਈਨ ਕਰ ਦੇਣੇ, ਜਾਂ ਰਾਈਟਿੰਗ ਔਨ ਅਕ੍ਰੋਸ ਦਾ ਸਟੈਂਪ ਹਿਜ਼ ਨੇਮ ਔਰ ਇਨੀਸ਼ੀਅਲ ਔਰ ਦਾ ਨੇਮ ਔਰ ਇਨੀਸ਼ੀਅਲ ਆਫ ਦਾ ਫਰਮ। ਜੇ ਕਿਸੇ ਫਰਮ ਦੇ ਬਿਹਾਫ ਤੇ ਦਿੱਤੀਆਂ ਜਾ ਰਹੀਆਂ ਟਿਕਟਾਂ ਲਗਾਈਆਂ, ਕਿਸੇ ਫਰਮ ਵੱਲੋਂ ਅਰਜੀ ਦਿੱਤੀ ਜਾ ਰਹੀ ਹੈ, ਕਿਸੇ ਕੰਪਨੀ ਵੱਲੋਂ ਅਰਜੀ ਦਿੱਤੀ ਜਾ ਰਹੀ ਹੈ, ਤਾਂ ਫਰਮ ਦਾ ਨਾਮ ਲਿਖਿਆ ਜਾ ਸਕਦਾ ਹੈ, ਕੰਪਨੀ ਦਾ ਨਾਮ ਲਿਖਿਆ ਜਾ ਸਕਦਾ, ਠੀਕ ਹੈ, ਜਾਂ ਜਿਹੜਾ ਬੰਦਾ ਦੇ ਰਿਹਾ ਹੈ ਉਹਦਾ ਆਪਣਾ ਨਾਮ ਲਿਖਿਆ ਜਾਂਦਾ ਹੈ। ਜੋ ਆਪਣੇ ਸਾਈਨ ਕਰ ਦੇਵੇ, ਚਾਹੇ ਉਹ ਆਪਦਾ ਨਾਮ ਲਿਖ ਦੇ ਤੇ ਨਾਲ ਉਹਦੇ ਪਰ ਤਰੀਕ ਪਾਈ ਜਾਏਗੀ। then ਹੈਗਾ ਸੈਕਸ਼ਨ 13, ਇੰਸਟਰੂਮੈਂਟਸ ਸਟੈਂਪਡ ਵਿਦ ਇੰਪ੍ਰੈਸਡ ਸਟੈਂਪਸ ਹਾਊ ਟੂ ਬੀ ਰਿਟਰਨ। ਸਿੰਪਲ ਜੀ ਗੱਲ ਹੈ, ਜਦੋਂ ਕੋਈ ਸਟਾਂਪ ਹੈਗਾ ਜਿਹਦੇ ਉੱਪਰ ਇੰਪ੍ਰੈਸਡ ਸਟੈਂਪ ਬਣੀ ਵੀ ਹੈ, ਉੱਪਰ ਛਪੀ ਵੀ ਹੈ, ਪ੍ਰਿੰਟ ਛਪਿਆ ਪਿਆ, ਜਿਵੇਂ ਆਪਣਾ ਸਟਾਂਪ ਹੈਗਾ, ਉਹਦੇ ਉੱਪਰ ਡਾਕੂਮੈਂਟ ਨੂੰ ਅਸੀਂ ਕਿਵੇਂ ਲਿਖਦੇ ਹਾਂ? ਅਸੀਂ ਉਹਨਾਂ ਪਾਰਟ ਛੱਡ ਦਿੰਦੇ ਹਾਂ, ਬਸ ਇਹੀ ਗੱਲ ਹੈਗੀ, ਇਹਦੇ ਵਿੱਚ ਹੋਰ ਕੋਈ ਜ਼ਿਆਦਾ ਨਹੀਂ ਹੈ ਕਿ ਉਹਨਾਂ ਪਾਰਟ ਛੱਡ ਦੇਣ ਜਿਹਦੇ ਉੱਪਰ ਜਿਹੜਾ ਸਟਾਂਪ ਛਪਿਆ ਹੋਇਆ ਉਹਨੇ ਪਾਰਟ ਨੂੰ ਛੱਡ ਕੇ ਥੱਲੇ ਜਿਹੜਾ ਖਾਲੀ ਪੇਜ ਹੈ ਉਹਦੇ ਉੱਪਰ ਜਿਹੜਾ ਹੈਗਾ ਡਾਕੂਮੈਂਟ ਹੈ ਲਿਖਿਆ ਜਾਂਦਾ। ਸੈਕਸ਼ਨ 14, ਓਨਲੀ 1 ਇੰਸਟਰੂਮੈਂਟ ਟੂ ਬੀ ਔਨ ਸੇਮ ਸਟੈਂਪ। ਇੱਕ ਸਟੈਂਪ ਦੇ ਉੱਪਰ ਕਹਿੰਦੇ ਕਿ ਇੰਸਟਰੂਮੈਂਟ ਲਿਖਿਆ ਜਾ ਸਕਦਾ ਹੈ, ਨੋ ਸੈਕੰਡ ਇੰਸਟਰੂਮੈਂਟ। ਇੱਕ ਸਟਾਂਪ ਦੇ ਉੱਪਰ ਆਪਾਂ ਇੱਕੋ ਹੀ ਲਿਖਾਂਗੇ ਜੀ, ਨੋ ਸੈਕੰਡ ਇੰਸਟਰੂਮੈਂਟ ਚਾਰਜੇਬਲ ਵਿਦ ਡਿਊਟੀ ਸ਼ੈਲ ਬੀ ਰਿਟਨ ਅਪਨ ਏ ਪੀਸ ਆਫ ਸਟੈਂਪ ਪੇਪਰ। ਜੇ ਕੋਈ ਆਲਰੇਡੀ ਪਹਿਲਾਂ ਕੋਈ ਸਟੈਂਪ ਪੇਪਰ ਲਿਖਿਆ ਹੋਇਆ ਹੈ ਤਾਂ ਅਸੀਂ ਕਹਿੰਦੇ ਵੀ ਸਟੈਂਪ ਲੱਗੀ ਹੋਈ ਥੱਲੇ ਖਾਲੀ ਸਾਂ ਪਈ ਹੈ, ਅਸੀਂ ਹੋਰ ਨਵਾਂ ਐਗਰੀਮੈਂਟ ਕਰ ਲਈਏ ਕੋਈ ਇਹਦੇ ਵਿੱਚ, ਠੀਕ ਹੈ, ਵੱਖਰਾ ਸਟੈਂਪ ਲਿਖ ਲਈਏ ਕੋਈ ਹੋਰ, ਉਹ ਯੂਟੀਲਾਈਜ਼ ਨਹੀਂ ਸੈਕੰਡ ਟਾਈਮ ਕੋਈ, ਮਤਲਬ ਕਿ ਇਹ ਕਹਿ ਲਈਏ ਵੀ ਜਿਹੜਾ ਸਟਾਂਪ ਹੈਗਾ ਉਹ ਇੱਕੋ ਹੀ ਇੰਸਟਰੂਮੈਂਟ ਇੱਕ ਵਾਰੀ ਯੂਜ਼ ਹੋ ਸਕਦਾ, ਦੁਬਾਰਾ ਯੂਜ਼ ਨਹੀਂ ਹੋ ਸਕਦਾ। ਜੇ ਇੱਕ ਵਾਰੀ ਯੂਜ਼ ਹੋ ਗਿਆ ਤਾਂ ਦੁਬਾਰਾ ਯੂਜ਼ ਨਹੀਂ ਹੋ ਸਕਦਾ। ਇੰਸਟਰੂਮੈਂਟ ਰਿਟਰਨ ਕੰਟਰੀ ਟੂ ਸੈਕਸ਼ਨ 13-14, ਜੇ ਕੋਈ ਸੈਕਸ਼ਨ 13-14 ਜਿਹੜਾ ਆਪਾਂ ਪੜ੍ਹਿਆ ਉੱਪਰ ਇਹਦੇ ਖਿਲਾਫ ਜਾ ਕੇ ਕੋਈ ਇੰਸਟਰੂਮੈਂਟ ਲਿਖਿਆ ਜਾਂਦਾ ਤਾਂ ਉਹ ਅਨਸਟੈਂਪ ਮੰਨਿਆ ਜਾਏਗਾ ਵੀ ਇਹਦੇ ਉੱਪਰ ਸਟੈਂਪ ਡਿਊਟੀ ਨਹੀਂ ਲੱਗੀ ਹੈਗੀ, ਉਹਦੀ ਵੈਲਿਡਿਟੀ ਵੀ ਉਨੀ ਹੀ ਹੋਏਗੀ। ਬਗੈਰ ਸਟੈਂਪ ਤੋਂ ਕੋਈ ਅਸੀਂ ਕੋਈ ਡਾਕੂਮੈਂਟ ਲਿਖਦੇ ਹਾਂ, ਖਾਲੀ ਪੇਪਰ ਤੇ ਲਿਖ ਲਿਆ ਜਾਂ ਵਿਦਆਊਟ ਸਟੈਂਪ ਲਿਖ ਲਿਆ, ਗੱਲ ਇੱਕੋ ਹੀ ਹੈਗੀ ਹੈ। ਜਿਹਦੀ ਵੀ ਲੀਗਲ ਵੈਲਿਡਿਟੀ ਹੁੰਦੀ ਹੈ ਉਹ ਫਿਰ ਨਹੀਂ ਰਹਿੰਦੀ ਹੈਗੀ। ਡਿਨੋਟਿੰਗ ਡਿਊਟੀ, where the duty with which an instrument is chargeable or its exemption from the duty depends in any manner upon the duty actually paid in respect of both the instruments be denoted upon such first mentioned instrument by the applicant is made in writing to the collector for the purpose। ਇਹ ਕਿਹੜਾ ਡਿਨੋਟਡ ਡਿਊਟੀ ਕੀ ਹੁੰਦੀ ਹੈ? ਜਦੋਂ ਕਿਸੇ ਡਿਊਟੀ ਦੀ ਅਸੈਸਮੈਂਟ ਕੀਤੀ ਜਾਵੇ ਪਹਿਲਾਂ, ਵੀ ਸਾਨੂੰ ਨਹੀਂ ਪਤਾ ਤੇ ਡਿਊਟੀ ਲੱਗਣੀ ਕਿੰਨੀ ਹੈ, ਜਿਹੜੀ ਡਿਊਟੀ ਆਫਟਰ ਅਸੈਸਮੈਂਟ ਲਗਾਈ ਜਾਂਦੀ ਹੈ ਉਹਨੂੰ ਅਸੀਂ ਡਿਨੋਟਡ ਡਿਊਟੀ ਕਹਿ ਦਿੰਦੇ ਹਾਂ। ਪਹਿਲਾਂ ਅਸੈਸਮੈਂਟ ਹੋਏਗੀ ਫਿਰ ਪਤਾ ਲੱਗੇਗਾ ਵੀ ਕਿੰਨੀ ਡਿਊਟੀ ਲੱਗੇਗੀ, ਇਟ ਇਜ਼ ਕਾਲਡ ਡਿਨੋਟਿੰਗ ਡਿਊਟੀ। ਹੈ ਸੈਕਸ਼ਨ 17, ਇੰਸਟਰੂਮੈਂਟਸ ਐਗਜ਼ੀਕਿਊਟਡ ਇਨ ਇੰਡੀਆ। ਆਲ ਦਾ ਇੰਸਟਰੂਮੈਂਟਸ ਚਾਰਜੇਬਲ ਵਿਦ ਡਿਊਟੀ and executed by any person in India shall be stamped before or at the time of execution। ਜਦੋਂ ਐਗਜ਼ੀਕਿਊਸ਼ਨ ਹੋਣੀ ਹੈ, ਇਹ ਨਹੀਂ ਹੈਗਾ ਵੀ ਸਟਾਂਪ ਲੈ ਕੇ ਰੱਖ ਲਏ
6 ਮਹੀਨੇ ਪਹਿਲਾਂ ਤੇ ਅੱਜ ਆਪਾਂ ਉਹਨੂੰ ਯੂਜ਼ ਕਰ ਰਹੇ ਹੈਗੇ ਆ। ਠੀਕ ਹੈ, ਜਿੰਨੀ ਅੱਜ ਡਿਊਟੀ ਲੱਗਣੀ ਹੈ ਉਨਾ ਸਟਾਮ ਲੱਗੇਗਾ। ਇਹ ਨਹੀਂ ਹੈਗਾ ਜੀ ਉਸ ਵੇਲੇ ਸਟਾਮ ਅਸੀਂ 500 ਰੁਪਏ ਦਾ ਲੈ ਲਿਆ, ਅੱਜ ਉਹਦੇ ਡਾਕੂਮੈਂਟ ਜਿਹੜਾ ਅਸੀਂ ਲਿਖ ਰਹੇ ਹਾਂ, ਇੰਸਟਰੂਮੈਂਟ ਲਿਖ ਰਹੇ ਹਾਂ, ਅੱਜ ਉਹਦੇ 2000 ਰੁਪਏ ਦਾ ਸਟਾਮ ਲੱਗਦਾ ਹੈਗਾ। ਤਾਂ ਜਿਹੜਾ ਸਟਾਮ ਹੈਗਾ ਉਹ 2000 ਰੁਪਏ ਦਾ ਲੱਗਿਆ, 500 ਰੁਪਏ ਦੇ ਉੱਪਰ ਜਿਹੜਾ ਹੈਗਾ ਵੈਲਿਡ ਨਹੀਂ ਹੋਏਗਾ। ਨੈਕਸਟ ਹੈ ਆਊਟ ਆਫ ਇੰਡੀਆ ਇੰਸਟਰੂਮੈਂਟ ਅਦਰ ਦੈਨ ਬਿਲਸ ਐਂਡ ਨੋਟਸ ਐਗਜ਼ੀਕਿਊਟਡ ਆਊਟ ਆਫ ਇੰਡੀਆ। ਜੇ ਕੋਈ ਐਗਰੀਮੈਂਟ ਹੈ, ਕੋਈ ਨੋਟ ਹੈਗਾ, ਕੋਈ ਪ੍ਰੋਮਾਈਜ਼ਰੀ ਨੋਟ ਹੈ, ਜਾਂ ਕੋਈ ਬਿੱਲ ਐਕਸਚੇਂਜ ਹੈ ਪਾਰਟੀਆਂ ਵਿਚਕਾਰ ਹੋ ਗਿਆ, ਇੰਡੀਆ ਤੋਂ ਬਾਹਰ ਹੋ ਗਿਆ, ਠੀਕ ਹੈ, ਉਹਦੇ ਤੇ ਕਿੰਨੀ ਸਟੈਂਪ ਡਿਊਟੀ ਲੱਗੇਗੀ? ਮੇ ਬੀ ਸਟੈਂਪਡ ਵਿਦਿਨ 3 months ਆਫਟਰ ਇਟ ਹੈਜ਼ ਬੀਨ ਫਸਟ ਰਿਸੀਵਡ ਇਨ ਇੰਡੀਆ। ਜਦੋਂ ਉਹ ਇੰਡੀਆ ਦੇ ਵਿੱਚ ਆ ਗਿਆ, ਲਿਖਿਆ ਬੇਸ਼ੱਕ ਬਾਹਰ ਸੀਗਾ, ਪਰ ਜਦੋਂ ਇਹ ਇੰਡੀਆ ਵਿੱਚ ਆ ਗਿਆ, ਕੋਈ ਵਿਅਕਤੀ ਨੂੰ ਲੈ ਕੇ ਇੰਡੀਆ ਵਿੱਚ ਆ ਗਿਆ, ਉਸ ਤੋਂ 3 ਮਹੀਨੇ ਦੇ ਅੰਦਰ ਅੰਦਰ ਜਿਹੜੀ ਡਿਊਟੀ ਲੱਗਣੀ ਹੈ ਉਹ ਲੱਗੇਗੀ ਉਸ ਤੇ। ਜਦੋਂ ਉਹ ਐਗਜ਼ੀਕਿਊਟਿਵ ਬੇਸ਼ੱਕ ਉਹ ਬਾਹਰ ਹੋ ਗਿਆ, ਠੀਕ ਹੈ, ਪਰ ਜਦੋਂ ਇੰਡੀਆ ਵਿੱਚ ਆ ਗਿਆ 3 ਮਹੀਨੇ ਦਾ ਟਾਈਮ ਦਿੱਤਾ ਗਿਆ, 3 ਮਹੀਨੇ ਦੇ ਅੰਦਰ ਅੰਦਰ ਜਿਸ ਵੇਲੇ ਵੀ ਉਹਦੇ 'ਤੇ ਡਿਊਟੀ ਲਗਾਈ ਜਾ ਸਕਦੀ ਹੈ। ਮੇ ਬੀ ਸਟੈਂਪਡ ਵਿਦਿਨ 3 months after it has been first received in India. It may be taken within the set period of 3 months. The collector who shall stamp the same it may be taken within the set period of 3 months to the collector who shall stamp the same in such manner। ਤਾਂ ਫਿਰ ਕਲੈਕਟਰ ਕੋਲੇ ਪੇਸ਼ ਕੀਤਾ ਜਾਵੇਗਾ। ਕਲੈਕਟਰ ਦੇ ਜਾਂ ਕੰਸਰਨ ਅਧਿਕਾਰੀ ਹੈਗਾ ਵੀ ਉੱਥੇ ਜਦੋਂ ਪੇਸ਼ ਹੁੰਦਾ, ਜੋ ਡਿਊਟੀ ਉਸ ਵੇਲੇ ਦੀ ਲੱਗਦੀ ਹੈਗੀ ਹੈ, ਉਹ ਡਿਊਟੀ ਉਸ ਡਾਕੂਮੈਂਟ ਲਗਾਈ ਜਾਏਗੀ। ਬਿੱਲ ਐਂਡ ਨੋਟਸ ਟਰਨ ਆਊਟ ਆਫ ਇੰਡੀਆ। ਜੇ ਕੋਈ ਬਿੱਲ ਹੈ, ਕੋਈ ਨੋਟ ਹੈ, ਬਾਹਰ ਟਰਨ ਹੋ ਗਿਆ, ਐਂਡ ਸ਼ੈਲ ਬਿਫੋਰ ਹੀ ਪ੍ਰੈਜ਼ੈਂਟਸ ਦਾ ਸੇਮ for the acceptance or the payment endorses transfer otherwise in India। ਜਦੋਂ ਉਹ ਇੰਡੀਆ 'ਚ ਟ੍ਰਾਂਸਫਰ ਹੋ ਕੇ ਆ ਗਿਆ, ਠੀਕ ਹੈ ਜੀ, affix there to the proper stamp and cancel the same। ਉਹਦੇ ਪਰ ਪ੍ਰੋਪਰ ਸਟੈਂਪ ਲੱਗਣਗੀਆਂ, ਜੇ ਸਟੈਂਪ ਦੂਜੀਆਂ ਹੈਗੀਆਂ ਨੇ ਤਾਂ ਉਹਨੂੰ ਕੈਂਸਲ ਕੀਤਾ ਜਾਵੇਗਾ। not so relevant conversion section 20 conversion of amount expressed in foreign currencies। ਇਹ ਜਿਹੜੇ ਸੈਕਸ਼ਨ ਤੁਹਾਡੇ ਹੈਗੇ ਨੇ 20, 21, 22, 23 ਨਾਟ ਰੈਲੀਵੈਂਟ। ਬਈ 23 24 ਨੰਬਰ ਤੇ ਆ ਜਾਓ ਸਿੱਧੇ ਜੀ। Step how transfer in consideration of debt or subject to future payment etc to be charged। ਇਹ 'ਚ ਕਿਹਾ ਗਿਆ ਹੈਗਾ ਵੀ ਜਿਹੜੀ ਸਟੈਂਪ ਡਿਊਟੀ ਹੈਗੀ ਹੈ, how transfer in consideration of debt, ਕੋਈ ਕਰਜ਼ਾ ਹੈ, ਔਰ ਸਬਜੈਕਟ ਟੂ ਫਿਊਚਰ ਪੇਮੈਂਟ, ਕੋਈ ਪੇਮੈਂਟ ਪਹਿਲਾਂ ਅਦਾ ਕੀਤੀ ਵੀ ਹੈ, ਕੁਝ ਹੁਣ ਕੀਤੀ ਜਾ ਰਹੀ ਹੈ, ਕੁਝ ਪੇਮੈਂਟ ਆਲਰੇਡੀ ਪਹਿਲਾਂ ਪੇ ਕੀਤੀ ਗਈ ਹੈ। ਜਿਹੜੀ ਸਟੈਂਪ ਡਿਊਟੀ ਹੈਗੀ ਹੈ ਉਹ ਕੁੱਲ ਰਕਮ ਉੱਪਰ ਲੱਗੇਗੀ। ਇਹਦੇ ਵਿੱਚ ਇਹੀ ਕਿਹਾ ਗਿਆ ਵੀ ਜਿਹੜੀ ਸਟੈਂਪ ਡਿਊਟੀ ਹੈਗੀ ਹੈ ਉਹ ਕੁੱਲ ਰਕਮ ਉੱਪਰ ਲੱਗੇਗੀ। ਜੇਕਰ ਰਕਮ ਕੁਝ ਪਹਿਲਾਂ ਦਿੱਤੀ ਗਈ ਹੈ ਤੇ ਕੁਝ ਰਕਮ ਹੁਣ ਦਿੱਤੀ ਜਾ ਰਹੀ ਹੈਗੀ ਹੈ, ਤਾਂ ਜਿਹੜੀ ਸਟੈਂਪ ਡਿਊਟੀ ਹੈਗੀ ਹੈ ਉਹ ਟੋਟਲ ਅਮਾਊਂਟ ਤੇ ਲੱਗੇਗੀ, ਬੇਸ਼ੱਕ ਕੁਝ ਅਮਾਊਂਟ ਜਿਹੜੀ ਹੈਗੀ ਹੈ ਪਹਿਲਾਂ ਪੇ ਕੀਤੀ ਗਈ ਹੋਵੇ। provided that where the property is subject to a mortgage is transferred। ਮੰਨ ਲਓ ਕੋਈ ਪ੍ਰਾਪਰਟੀ ਹੈ, ਉਹ ਪਹਿਲਾਂ ਮੌਰਗੇਜ ਕੀਤੀ ਵੀ ਹੈ, ਫਿਰ ਮੌਰਗੇਜ ਹੀ ਪਰਚੇਜ ਕਰ ਲੈਂਦਾ ਹੈ। ਦੇਖੋ ਪ੍ਰੈਕਟੀਕਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਇਹਦੇ ਬਾਰੇ, ਪਰ ਪਤਾ ਕਿੱਥੇ ਲਿਖਿਆ, ਕਿੱਥੇ ਹੋਇਆ, ਲਿਖਿਆ ਹੋਇਆ ਇਸ ਸੈਕਸ਼ਨ ਦੇ ਵਿੱਚ। ਜੇ ਕੁਐਸਚਨ ਤੁਹਾਡੇ ਕੋਲ ਆ ਜਾਂਦਾ ਇਦਾਂ ਦਾ ਵੀ ਜੇ ਕੋਈ ਪਹਿਲਾਂ ਪ੍ਰਾਪਰਟੀ ਗਹਿਣੇ ਹੈਗੀ ਹੈ, ਪਰ ਬਾਅਦ ਚ ਉਹੀ ਜਿਹੜਾ ਗਹਿਣੇ ਵਾਲਾ ਹੈਗਾ ਮੌਰਗੇਜ ਹੀ ਮੁਰਤਿਨ ਜੇ ਉਹ ਪ੍ਰਾਪਰਟੀ ਨੂੰ ਪਰਚੇਜ ਕਰਦਾ, ਤਾਂ ਉਹਦੇ ਉੱਪਰ ਸਟੈਂਪ ਡਿਊਟੀ ਕਿੰਨੀ ਲੱਗੇਗੀ? ਉਹਦੇ ਉੱਪਰ ਸਟੈਂਪ ਡਿਊਟੀ ਲੱਗੇਗੀ ਉਨੀ ਜਿੰਨੀ ਪਹਿਲਾਂ ਮੌਰਗੇਜ ਡੀਡ ਤੇ ਪਹਿਲਾਂ ਸਟੈਂਪ ਡਿਊਟੀ ਲੱਗੀ ਵੀ ਹੈ, ਠੀਕ ਹੈ। ਉਹ ਅਮਾਊਂਟ ਘਟਾ ਕੇ ਬਾਕੀ ਜਿੰਨੀ ਡਿਊਟੀ ਬਣਦੀ ਹੈ ਉਸ ਵੇਲੇ ਦੀ, ਜਦੋਂ ਰਜਿਸਟਰੀ ਹੋਣੀ ਹੈ ਵੈਦ ਦੀ, ਬਾਕੀ ਜਿੰਨੀ ਡਿਊਟੀ ਬਣਦੀ ਹੈ ਉਹ ਡਿਊਟੀ ਲੱਗੇਗੀ। ਉਹਦੇ ਵਿੱਚੋਂ ਸਟੈਂਪ ਡਿਊਟੀ ਦੇ ਜਿੰਨਾ ਖਰਚਾ ਪਹਿਲਾਂ ਉਹਦਾ ਆਲਰੇਡੀ ਹੋਇਆ ਵੈ ਉਹਦੇ ਚੋਂ ਡਿਡਕਟ ਕੀਤਾ ਜਾਵੇਗਾ, ਘਟਾਇਆ ਜਾਵੇਗਾ, ਠੀਕ ਹੈ ਜੀ। ਪ੍ਰੈਕਟੀਕਲ ਦੇ ਵਿੱਚ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਦੇਖਦੇ ਹੀ ਹੋਵੋਗੇ, ਬਹੁਤ ਸਾਰਿਆਂ ਨੂੰ ਤੁਹਾਡੇ ਕਦੀ ਧਿਆਨ 'ਚ ਆਇਆ ਹੋਵੇਗਾ ਜਾਂ ਨਹੀਂ ਮੈਂ ਕਹਿ ਨਹੀਂ ਸਕਦਾ,
ਪਰ ਸਾਡੀ ਸਮਝ ਦੇ ਮੁਤਾਬਕ ਅਸੀਂ ਦੇਖਦੇ ਹਾਂ, ਅਸੀਂ ਰਜਿਸਟਰੀਆਂ ਵੀ ਕੀਤੀਆਂ ਨੇ। ਸਟੈਂਪ ਡਿਊਟੀ ਉਹਨੇ ਪੇ ਡਿਡਕਟ ਕੀਤੀ ਜਾਂਦੀ ਹੈ। ਜ਼ਿਆਦਾਤਰ ਹੁੰਦਾ ਵੀ ਕੋਈ ਬੰਦਾ ਕਰਜ਼ੇ 'ਚ ਦਬ ਗਿਆ, ਕਿਸੇ ਵੇਲੇ ਲੋਨ ਲਿਆ ਸੀ, ਜ਼ਮੀਨ ਗਹਿਣੇ ਕੀਤੀ ਸੀਗੀ, ਹੌਲੀ ਹੌਲੀ ਹੋਰ ਵੱਧਦਾ ਗਿਆ, ਉਹ ਲੋਨ ਉਹਦਾ ਵੱਧਦਾ ਗਿਆ, ਅਖੀਰ ਤੱਕ ਲੱਗਾ ਯਾਰ ਤੂੰ ਪ੍ਰੋਪਰਟੀ ਮੇਰੀ ਪਰਚੇਜ ਹੀ ਕਰ ਲੈ, ਮੈਨੂੰ ਬਾਕੀ ਜਿਹੜੇ ਪੈਸੇ ਦੇ ਦੇ, ਠੀਕ ਹੈ। ਜਦੋਂ ਬੰਦਾ ਖਰੀਦਦਾ ਹੈਗਾ ਉਹਦੇ ਉੱਪਰ ਜਿਹੜੀ ਸਟੈਂਪ ਡਿਊਟੀ ਹੈ, ਜਿੰਨੀਆਂ ਉਹਦੀਆਂ ਰਜਿਸਟਰੀਆਂ ਗਹਿਣੇ ਦੀਆਂ ਹੋ ਚੁੱਕੀਆਂ, ਜਿੰਨੀਆਂ ਰਜਿਸਟਰੀਆਂ ਉਹਦੀਆਂ ਗਹਿਣੇ ਦੀਆਂ ਵਾਰ ਹੋ ਗਈਆਂ, ਉਹ ਸਾਰੀਆਂ ਦੀ ਅਮਾਊਂਟ ਘਟਾ ਕੇ ਬਾਕੀ ਜਿਹੜੀ ਸੇਲ ਦੀ ਅਮਾਊਂਟ ਹੈਗੀ ਉਸ ਵੇਲੇ ਉਹ ਲਗਾਈ ਜਾਏਗੀ ਰਜਿਸਟਰੀ ਦੇ ਉੱਪਰ ਉਸ ਵੇਲੇ। ਜਿਵੇਂ ਕਿ ਐਗਜ਼ਾਮਪਲ ਦਿੱਤੀਆਂ ਇੱਕ ਦੋ, A owes B ₹1000, ਇਹਨੇ B ਨਾਮ ਦੇ ਵਿਅਕਤੀ ਨੂੰ 1000 ਰੁਪਇਆ ਉਧਾਰਾ ਦਿੱਤਾ, ਠੀਕ ਹੈ, ਉਧਾਰਾ ਲਿਆ। ਇਹਨੇ ਉਧਾਰਾ ਲਿਆ 1000 ਰੁਪਇਆ B ਤੋਂ, ਇਹ ਸੈਲਸ ਦਾ ਪ੍ਰੋਪਰਟੀ ਟੂ B। ਫਿਰ ਕੀ ਕਰਦਾ, ਇਹ ਜਿਹੜਾ ਹੈਗਾ ਉਹ ਆਪਦੀ ਪ੍ਰੋਪਰਟੀ ਨੂੰ ਸੈਲ ਕਰਦਾ ਹੈ। ਦ ਕੰਸੀਡਰੇਸ਼ਨ B ₹500, ਉਹ 500 ਰੁਪਏ ਸੇਲ ਕਰਦਾ ਹੈ। ਐਂਡ ਦ ਰਿਲੀਜ਼ ਆਫ ਦ ਪ੍ਰੀਵੀਅਸ ਡੈਟ ਆਫ ₹1000, ਉਹਦੇ ਵਿੱਚ ਨੋਟ ਕਰਦਾ ਹੈ ਵੀ 1000 ਰੁਪਏ ਜਿਹੜਾ ਮੇਰੇ ਕੋਲ ਪਹਿਲਾਂ ਆ ਚੁੱਕਿਆ ਹੈਗਾ, ਠੀਕ ਹੈ, 500 ਰੁਪਏ ਮੈਂ ਤੁਹਾਡੇ ਤੋਂ ਹੋਰ ਲੈਣਾ। ਉਸ ਚੀਜ਼ ਮੈਂਸ਼ਨ ਹੋ ਜਾਣਾ ਸਾਰਾ। ਫਿਰ ਇੱਥੇ ਜਿਹੜੀ ਡਿਊਟੀ ਲੱਗਣੀ ਹੈ ਉਹ ਕਿੰਨੀ ਲੱਗਣੀ ਹੈ, 1500 ਰੁਪਏ ਦੇ ਸਟਾਮ ਦੀ ਡਿਊਟੀ ਲੱਗੇਗੀ, ਕਿਉਂਕਿ ਜਿਹੜੀ ਕੰਸੀਡਰੇਸ਼ਨ ਅਮਾਊਂਟ ਹੈਗੀ ਹੈ 1000 ਰੁਪਏ ਪਹਿਲਾਂ ਦਿੱਤੀ ਗਈ ਤੇ 500 ਰੁਪਇਆ ਹੁਣ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਇਹ ਸੇਲਸ ਪ੍ਰੋਪਰਟੀ ਟੂ B ਫਾਰ ₹500, ਇਹ ਪ੍ਰੋਪਰਟੀ ਕੋਈ ਸੇਲ ਕਰ ਰਿਹਾ B ਨੂੰ 500 ਰੁਪਏ ਦੇ ਵਿੱਚ, ਵਿਚ ਇਜ਼ ਸਬਜੈਕਟ ਟੂ ਮੌਰਗੇਜ ਟੂ C, ਉਸ ਜਿਹੜੀ ਪ੍ਰੋਪਰਟੀ ਹੈ ਉਹ C ਕੋਲੇ ਮੌਰਗੇਜ ਹੈ ਫਾਰ ₹1000 ਰੁਪਏ ਦੇ ਵਿੱਚ, ਠੀਕ ਹੈ। ਐਂਡ ਅਨਪੇਡ ਇੰਟਰਸਟ ਟੂ ₹200 ਰੁਪਏ ਜਿਹੜਾ ਇੰਟਰਸਟ ਵੀ ਹੈਗਾ ਜਿਹੜਾ ਉਹਨੇ ਪੇ ਨਹੀਂ ਕੀਤਾ। ਸਟੈਂਪ ਡਿਊਟੀ ਇਜ਼ ਪੇਬਲ ਔਨ 1700 ਰੁਪਏ। ਇਹਦੀ ਅਮਾਊਂਟ ਕਿੰਨੀ ਬਣ ਗਈ, 500 ਰੁਪਏ ਤਾਂ ਹੁਣ ਉਹ ਲੈ ਰਿਹਾ ਹੈਗਾ, 1000 ਰੁਪਏ ਉਹਦੇ ਕੋਲ ਛੱਡਣਾ ਪੈ ਗਿਆ C ਦੇ ਕੋਲੇ, 200 ਰੁਪਇਆ ਛੱਡਣਾ ਪੈ ਗਿਆ ਵਿਆਜ ਦਾ, 1200 ਰੁਪਏ ਉਹ ਅਮਾਊਂਟ ਹੋ ਗਈ, 500 ਰੁਪਏ ਹੁਣ ਲੈ ਰਿਹਾ, 12 ਤੇ 5 1700 ਰੁਪਏ ਜਿਹੜੀ ਹੈਗੀ ਹੈ ਉਹ ਰਜਿਸਟਰੀ ਹੋਏਗੀ, 1700 ਰੁਪਏ ਦੇ ਉੱਪਰ ਸਟੈਂਪ ਲੱਗਣਗੇ, ਠੀਕ ਹੈ। ਇਹ ਤਾਂ ਜਿਹੜਾ A ਤੇ 1 ਤੇ 2 ਇਹ ਤਾਂ ਆ ਗਿਆ ਜਿਹੜਾ ਆਪਾਂ ਪੜ੍ਹਿਆ ਸੀਗਾ ਵੀ ਜਿਹੜੀ ਸਟੈਂਪ ਡਿਊਟੀ ਲੱਗਣੀ ਹੈ ਉਹ ਜੇ ਬੇਸ਼ੱਕ ਪਹਿਲਾਂ ਕੁਛ ਅੱਧੀ ਅਮਾਊਂਟ ਦਿੱਤੀ ਹੀ ਹੋਵੇ ਉਹਦੇ ਉੱਪਰ ਵੀ ਲੱਗੀ, ਪੂਰੀ ਅਮਾਊਂਟ ਦੇ ਉੱਪਰ ਸਟੈਂਪ ਡਿਊਟੀ ਲੱਗੇਗੀ। ਇਹ ਤਾਂ ਹੈਗਾ ਉਹ ਸੈਕਸ਼ਨ ਨਾਲ ਸੰਬੰਧਿਤ। ਅੱਗੇ ਤੀਜੀ ਜਿਹੜੀ ਐਗਜ਼ਾਮਪਲ ਹੈਗੀ ਹੈ ਮੌਰਗੇਜੀ, ਇਹ ਮੌਰਗੇਜ ਇਜ਼ ਅ ਹਾਊਸ ਆਫ ਵੈਲਿਊ ਆਫ ₹10,000 ਰੁਪਇਆ ਟੂ B, A mortgage a house of value of ₹10,000 to B for ₹5,000, 5,000 ਰੁਪਏ ਸੇਲ ਕਰ ਰਿਹਾ ਹੈ। B afterwards buys the house from A, stamp duty is payable on ₹10,000 less the amount stamp duty already paid for the mortgage। ਜਿਹਨੇ ਪਹਿਲਾਂ ਮੌਰਗੇਜ ਕੀਤੀ ਗਈ ਸੀਗੀ ਉਹ ਘਟਾ ਕੇ ਬਾਕੀ ਦੀ ਅਮਾਊਂਟ ਦੇ ਉੱਪਰ ਸਟੈਂਪ ਡਿਊਟੀ ਲੱਗੇਗੀ। वैल्यूएशन इन केस ऑफ एन्युटी, एन्युटी मतलब एनुअली या कोई सम periodically, where an instrument is executed to secure the payment of an annuity or other sum payable periodically, or where the consideration for the conveyance is an annuity or other sum payable periodically, amount secured by such instrument or the consideration for such conveyance where the sum is payable for a definite period, ये sum हैगा कि definite period लिए पे करना हैगा, previously ascertained such total amount, the total amount के ऊपर stamp लगेगा, where the sum is payable in perpetuity, first payment becomes due, जो first payment due हो जाती है ਉਹਦੇ पर ਜਿਹੜਾ payment stamp लगेगा। ਜਦੋਂ ਕੋਈ ਜਿਹੜੀ ਪੇਮੈਂਟ ਕਰਨੀ ਹੈ ਇਨਡੈਫੀਨਿਟ ਟਾਈਮ ਦੇ ਲਈ ਪੇ ਕਰਨੀ ਹੋਵੇ, ਠੀਕ ਹੈ, ਔਨ ਵਿਚ ਦਾ ਫਸਟ ਪੇਮੈਂਟ ਬਿਕਮਸ ਡਿਊ, ਜਦੋਂ ਫਸਟ ਪੇਮੈਂਟ ਜਿਹੜੀ ਡਿਊ ਹੋ ਜਾਂਦੀ ਹੈ ਉਸ ਵੇਲੇ ਜਿਹੜੀ ਡਿਊਟੀ ਬਣਦੀ ਹੈ ਉਹ ਲਗਾਈ ਜਾਏਗੀ। ਨਾਟ ਰੈਲੀਵੈਂਟ ਹੈ ਵੈਸੇ ਇਹ ਤੁਹਾਡੇ ਹੈ ਨਹੀਂ ਪਤਾ, ਕਦੇ ਕੰਮ 'ਚ ਨਹੀਂ ਅਸੀਂ ਦੇਖਿਆ ਨਾ ਕਦੀ ਆਇਆ ਹੈਗਾ। ਸਟੈਂਪ ਵੇਅਰ ਵੈਲਿਊ ਆਫ ਸਬਜੈਕਟ ਮੈਟਰ ਇਜ਼
ਇਨਡਿਟਰਮੀਨੇਟ। ਬਾਕੀ ਆਪਾਂ ਜੀ ਕੱਲ ਪੜਾਂਗੇ। ਇਸ ਸੈਕਸ਼ਨ 25 ਤੱਕ ਅਸੀਂ ਕੰਪਲੀਟ ਕੀਤਾ ਹੈਗਾ। ਸੌਰੀ ਕੱਲ ਨਹੀਂ, ਨੈਕਸਟ ਲੈਕਚਰ 'ਚ ਪੜਾਂਗੇ। ਇੱਥੇ ਜਿਹੜਾ ਅੱਜ ਦਾ ਲੈਕਚਰ ਹੈਗਾ ਅਸੀਂ ਖਤਮ ਕਰਾਂਗੇ। ਹਾਂਜੀ, ਕਿਸੇ ਦਾ ਕੋਈ ਕੁਐਸਚਨ ਹੈ ਜੀ ਕਰ ਸਕਦਾ ਹੈਗਾ। ਸਰ ਇੱਕ ਕੁਐਸਚਨ ਹੈ ਸਰ, ਉਹ ਲੱਗ ਸੀ ਸਰ, ਜਿਹੜੀ ਆਪਾਂ ਮਨਿਆਦੀ ਕਰਾਉਣ ਹੁੰਦੇ ਆ, ਇਹਦੇ ਕੀ ਵਰਤਦੇ ਪਰੰਪਰਾ ਯਾਨੀ ਕਿ ਪਹਿਲਾਂ ਤੱਕ ਸਿਲੈਕਟਿੰਗ ਦੇ ਰੂਪ ਚ ਲੈਂਦੇ ਸੀ। ਦੁਬਾਰਾ ਬੋਲੋ, ਕੌਣ ਬੋਲ ਰਿਹਾ? ਮੇਰੀ ਤੁਹਾਡੀ ਆਵਾਜ਼ ਨਹੀਂ ਸਮਝ ਆਈ। ਯਾਦਵਿੰਦਰ ਬੋਲ ਰਹੇ ਸਰ, ਦੁਰਬੇ ਤੋਂ ਜੀ। ਹਾਂ ਯਾਦਵਿੰਦਰ, ਦੁਬਾਰਾ ਬੋਲੋ ਚੰਗੀ ਤਰ੍ਹਾਂ, ਕੀ ਕਹਿ ਰਹੇ ਸੀ? ਸਰ ਜਿਹੜੀ ਅਕਸਰ ਆਪਾਂ ਮਨਿਆਦੀ ਪਬਲੀਕੇਸ਼ਨ ਕਰਾਉਂਦੇ ਆ, ਮਨਿਆਦੀ ਫੀਸ ਭਰਾਉਂਦੇ ਆ ਜੀ। ਪਬਲੀਕੇਸ਼ਨ, ਹਾਂਜੀ ਸਰ, ਮਨਿਆਦੀ ਫੀਸ ਇਹ ਕਿਸ ਰੂਪ ਚ ਲਈ ਜਾਂਦੀ ਹੈ? ਪਹਿਲਾਂ ਤਾਂ ਕਿਸੇ ਟਾਈਮ ਟਿਕਟਾਂ ਦੇ ਰੂਪ ਚ ਲੈਂਦੇ ਸੀ ਜੀ। ਆਪਾਂ ਕੈਸ਼ ਤਾਂ ਲੈ ਨਹੀਂ ਸਕਦੇ, ਹਾਂਜੀ, ਟਿਕਟਾਂ ਹੀ ਲੱਗਦੀਆਂ ਨੇ ਤੇ, ਟਿਕਟਾਂ ਹੀ ਲੱਗਦੀਆਂ, ਕੈਸ਼ ਤਾਂ ਆਪਾਂ ਲੈ ਨਹੀਂ ਸਕਦੇ ਮਨਾਦੀ ਫੀਸ। ਠੀਕ, ਤੇ ਹੁਣ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਸਰ ਵੀ ਹੈ ਕਿੰਨੀ ਹੈ ਜੀ ਹੁਣ। ਯਾਰ ਪਤਾ ਕੀ ਹੈ, ਇਹ ਬਹੁਤ ਸਾਰੇ ਸ਼ਡਿਊਲ ਚੇਂਜ ਹੋ ਚੁੱਕੇ ਹੈ। ਠੀਕ ਹੈ ਸਰ। ਠੀਕ ਹੈ, ਇਹ ਸਟੈਂਪ ਜਿਹੜਾ ਹੈਗਾ ਆਪਣੀ ਜਿਹੜੀ ਬ੍ਰਾਂਚ ਸ਼ਾਖਾ ਹੈਗੀ ਹੈ FCR ਆਫਿਸ ਦੀ, ਜਿਹੜਾ ਸਟੈਂਪ ਦਾ ਕੰਮ ਦੇਖਦੀ ਹੈ ਸਾਰਾ। ਠੀਕ ਹੈ ਸਰ। ਠੀਕ ਹੈ, ਉਹਨਾਂ ਤੋਂ ਹੀ ਸਮੇਂ-ਸਮੇਂ ਤੇ ਜਿਹੜੀਆਂ ਇੰਸਟਰਕਸ਼ਨਸ ਅਮੈਂਡਮੈਂਟ ਜਾਰੀ ਕੀਤੀਆਂ ਜਾਂਦੀਆਂ ਨੇ। ਬਹੁਤ ਸਾਰੀਆਂ ਡਿਊਟੀਆਂ ਤਾਂ ਮੇਰੀ ਉਹ ਬੁੱਕ 'ਚ ਕਵਰ ਹੁੰਦੀਆਂ ਨੇ, ਦੇਖਿਆ ਹੋਵੇਗਾ ਤੁਸੀਂ, ਕਾਫੀ ਸਾਰੀਆਂ ਡਿਊਟੀਆਂ ਕਵਰ। ਜਿਹੜਾ ਨਵਾਂ ਸ਼ਡਿਊਲ ਜ਼ਿਆਦਾਤਰ ਜਿਹੜੇ ਰੈਲੀਵੈਂਟ ਹੈਗੇ ਆ ਉਹ ਤਾਂ ਉਹਦੇ 'ਚ ਕਵਰ ਹੁੰਦੇ ਆ ਸਾਰੇ। ਬਾਕੀ ਜਿਹੜੇ ਨਹੀਂ ਕਵਰ ਹੁੰਦੇ, ਤੁਸੀਂ ਉੱਥੋਂ ਜਿਹੜਾ ਆਪਣੀ ਬ੍ਰਾਂਚ ਹੈਗੀ ਉਹ ਤੋਂ ਨਵਾਂ ਸ਼ਡਿਊਲ ਮੰਗਾ ਲਓ ਕੋਈ। ਠੀਕ ਹੈ, ਸ਼ਡਿਊਲ ਜਿਵੇਂ ਆਪਾਂ ਦਿੱਤਾ ਹੈਗਾ, ਇਹ ਸ਼ਡਿਊਲ ਹੈਗਾ ਜਿਹੜਾ ਚੇਂਜ ਹੈਗਾ, ਸ਼ਡਿਊਲ ਦੇ ਮੁਤਾਬਕ ਨਵਾਂ ਸ਼ਡਿਊਲ ਮੰਗਾ ਲਓ, ਉਹਦੇ ਤੇ ਸਾਰਾ ਕੁਝ ਆ ਜਾਏਗਾ ਵੀ ਆਹ ਸ਼ਡਿਊਲ ਹੁਣ ਹੈਗਾ ਇਸ ਵੇਲੇ ਦਾ। ਠੀਕ ਹੈ ਸਰ। ਥੈਂਕ ਯੂ ਸਰ। ਥੈਂਕ ਯੂ। ਮੇਰੇ ਤੋਂ ਕੱਲ ਕਿਸੇ ਨੇ ਕੋਈ ਕੁਐਸਚਨ ਪੁੱਛਿਆ ਸੀਗਾ। ਹੈਲੋ, ਮੇਰੀ ਆਵਾਜ਼ ਸੁਣ ਰਹੀ ਹੈ ਜੀ? ਸੁਣ ਰਹੇ ਸਰ, ਸੁਣ ਰਹੇ ਆਵਾਜ਼। ਹਾਂ, ਮੇਰੇ ਤੋਂ ਕੱਲ ਕਿਸੇ ਨੇ ਕੁਐਸਚਨ ਪੁੱਛਿਆ ਸੀਗਾ ਵੀ ਜਿਹੜੀ ਹੈਗੀ ਹੈ ਕੋਈ ਸਪੈਸੀਫਿਕ ਨੰਬਰ ਖਸਰਾ ਪਰਚੇਜ ਕਰਦਾ ਹੈ, ਉਸ ਵੇਲੇ ਮੈਂ ਥੋੜਾ ਬਿਜੀ ਸੀਗਾ, ਕੋਈ ਸਪੈਸੀਫਿਕ ਨੰਬਰ ਖਸਰਾ ਪਰਚੇਜ ਕਰਦਾ ਹੈ, then he is presumed to be the shareholder of the Keyworld। ਵੀ ਕਿੱਥੇ ਹੈਗਾ, ਕੀ ਇਹਦੇ ਵਿੱਚ ਸੰਬੰਧੀ ਕੋਈ ਜਜਮੈਂਟ ਹੈ ਜਾਂ ਕੋਈ ਲਾਅ ਹੈਗਾ, ਹੋਰ ਹੈਗਾ? ਮੈਂ ਪੁੱਛਿਆ ਸੀਗਾ ਸਰ, ਯਾਦਵਿੰਦਰ ਸਿੰਘ ਜੀ। ਓਕੇ, ਤੁਸੀਂ ਪੁੱਛਿਆ ਸੀ, ਠੀਕ ਹੈ। ਇਹਦੇ ਲਈ ਯਾਦਵਿੰਦਰ, ਤੁਸੀਂ ਇਹ ਜਿਹੜੀ ਮੇਰੀ ਗ੍ਰੀਨ ਬੁੱਕ ਤੁਹਾਡੇ ਕੋਲ ਹੈਗੀ ਹੈ? ਹਾਂਜੀ ਸਰ, ਹੈਗੀ ਹੈ, ਤਿੰਨੇ ਬੁੱਕ। ਹਾਂਜੀ। ਇੱਕ ਭਰਥੂਰਾਮ ਦੀ ਜਜਮੈਂਟ ਆਈ ਸੀ ਸਭ ਤੋਂ ਪਹਿਲਾਂ, ਭਰਥੂਰਾਮ ਦੀ ਜਜਮੈਂਟ ਆਈ ਸੀ 1997 ਦੀ, ਉਹ ਇਸ ਬੁੱਕ ਦੇ ਵਿੱਚ ਕੋਡਡ ਹੈਗੀ ਹੈ। ਇਸ ਬੁੱਕ ਦੇ ਵਿੱਚ ਲਾਸਟ ਦੇ ਵਿੱਚ ਕੁਝ ਜਜਮੈਂਟਸ ਹੈਗੀਆਂ ਨੇ ਜਿਹੜੀਆਂ ਇੰਪੋਰਟੈਂਟ ਜਜਮੈਂਟਸ ਹੈਗੀਆਂ ਨੇ। ਠੀਕ ਹੈ ਸਰ। ਇਹ ਜਿਹੜੀ ਜਜਮੈਂਟ ਹੈ 1997 ਦੀ ਹੈ, ਭਰਥੂਰਾਮ ਦੀ ਜਜਮੈਂਟ ਹੈਗੀ ਹੈ। ਭਰਥੂਰਾਮ ਦਾ ਕੋਈ ਕੇਸ ਚੱਲਦਾ ਸੀਗਾ, ਇਹ ਹਾਈ ਕੋਰਟ ਦੇ ਫੈਸਲਾ ਹੋਇਆ ਸੀਗਾ, ਭਰਥੂਰਾਮ। ਠੀਕ ਹੈ ਸਰ। ਬੁੱਕ ਹੈਗੀ ਹੈ ਇੱਥੇ ਆ ਪਈ, ਇੱਕ ਮਿੰਟ ਹੋਲਡ ਕਰੋ। ਠੀਕ ਹੈ ਸਰ। ਇੱਕ ਮਿੰਟ। ਹਾਂ, 1981 ਪੰਜਾਬ ਲਾਜ ਜਰਨਲ 204 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀਗੀ। ਭਰਥੂ ਰਾਮ ਹੈਗਾ ਅਪੀਲੈਂਟ ਵਰਸਸ ਰਾਮ ਸਰੂਪ ਰਿਸਪੋਂਡੈਂਟ ਸੀਗਾ। ਇਹਦੇ ਵਿੱਚ ਜਿਹੜਾ ਕੋਸ਼ੇਅਰ ਹੈਗਾ, ਇਹ ਗ੍ਰੀਨ ਬੁੱਕ ਚ ਹੈ ਸਰ? ਹਾਂ, ਗ੍ਰੀਨ ਬੁੱਕ ਦੇ ਵਿੱਚ ਆਹ ਬੁੱਕ ਹੈਗੀ, ਦੇਖੋ ਕਿੰਨੇ ਨੰਬਰ ਪੇਜ ਤੇ ਸਰ? ਇਹ ਬੁੱਕ ਹੈਗੀ ਹੈ, ਇਹਦੇ ਵਿੱਚ ਹੈਗਾ, ਇਹ ਬਹੁਤ ਇੰਪੋਰਟੈਂਟ ਜਜਮੈਂਟ ਹੈ, ਤਦੀ ਮੈਂ ਇੱਥੇ ਕੋਡਿੰਗ ਕੀਤੀ ਹੈ ਜੀ। ਇਹ ਹੈਗਾ ਪੇਜ ਨੰਬਰ ਹੈਗਾ ਤੁਹਾਡਾ 332 ਤੇ। ਇੱਕ ਮਿੰਟ ਸਰ। ਇਹਦੇ ਨਾਲ ਇੱਕ ਦੋ ਜਜਮੈਂਟਸ ਹੋਰ ਵੀ ਹੈਗੀਆਂ ਇਸੇ ਬੁੱਕ ਦੇ ਵਿੱਚ, ਜਿਹਦੇ ਵਿੱਚ ਸਰ ਕੁਐਸਚਨ ਨਹੀਂ ਨਾ ਮੈਂ ਕਲੀਅਰ ਹੋਇਆ, ਇਹਨਾਂ ਨੇ ਕੀ ਪੁੱਛਿਆ ਸਪੈਸੀਫਿਕ ਨੰਬਰ ਖਸਰੇ ਦਾ? ਇਹਨਾਂ ਨੇ ਪੁੱਛਿਆ ਸੀ, ਕੁਐਸਚਨ ਇਹ ਪੁੱਛਿਆ ਸੀ ਵੀ ਕੀ ਕਿਸੇ ਸਪੈਸੀਫਿਕ ਨੰਬਰ ਖਸਰਾ ਪਰਚੇਜ ਕਰਨ ਵਾਲੇ ਵਿਅਕਤੀ ਨੂੰ ਜੀ ਕੀ ਅਸੀਂ ਸ਼ੇਅਰ ਹੋਲਡਰ ਪ੍ਰੋਜ਼ਿਊਮ ਕਰ ਸਕਦੇ ਹਾਂ? ਉਹ ਚ ਹਾਈ ਕੋਰਟ ਦੇ ਆਰਡਰ ਆ, ਜਜਮੈਂਟਾਂ ਹੈ, ਜਿਹਦੇ ਵਿੱਚ ਅਸੀਂ ਉਸ ਨੂੰ ਸ਼ੇਅਰ ਹੋਲਡਰ ਹੀ ਪ੍ਰੋਜ਼ਿਊਮ ਕਰਨਾ ਹੈ, ਨਾ ਕਿ ਉਹ ਸਪੈਸੀਫਿਕ ਨੰਬਰ ਖਸਰਾ ਮਾਲਕ ਪ੍ਰੋਜ਼ਿਊਮ ਨਹੀਂ ਕਰਨਾ। ਜਦੋਂ ਅਸੀਂ ਕੋਈ ਪਾਰਟੀਸ਼ਨ ਕਰਨੀ ਹੈ ਜਾਂ ਕੋਈ ਅਸੀਂ ਕੁਐਸਚਨ ਡਿਸਾਈਡ ਕਰਨਾ ਹੈ ਤਾਂ ਅਸੀਂ ਸਾਂਝੇ ਖਾਤੇ ਲਈ ਪੁੱਛਿਆ ਉਹਨਾਂ ਜੀ। ਹਾਂ, ਤਾਂ ਅਸੀਂ ਕਿਸੇ ਖੇਵੜ ਦੇ ਵਿੱਚ ਜੇ ਕਿਸੇ ਨੇ ਕੋਈ ਸਪੈਸੀਫਿਕ ਨੰਬਰ, ਕੋਈ ਖਾਸ ਨੰਬਰ ਪਰਚੇਜ ਕੀਤਾ ਗਿਆ ਹੋਵੇ ਤਾਂ ਉਸ ਜਿਹੜਾ ਪਰਚੇਜ਼ਰ ਹੈਗਾ ਉਸ ਨੂੰ ਖਾਸ ਨੰਬਰ ਦੀ ਥਾਂ ਤੇ ਉਸ ਖੇਵੜ ਦਾ ਸ਼ੇਅਰ ਹੋਲਡਰ ਹੀ ਮੰਨਿਆ ਜਾਏਗਾ। ਇਹ ਹਾਈ ਕੋਰਟ ਦੀ ਜਜਮੈਂਟ ਹੈਗੀ ਜਿਹੜੀ ਮੈਂ ਇਹਦੇ ਵਿੱਚ ਬੁੱਕ ਦੇ ਵਿੱਚ ਪ੍ਰੋਡਿਊਸ ਹੋਈ ਵੀ ਹੈ। ਠੀਕ ਹੈ, ਇਹ 97 ਦੇ ਵਿੱਚ ਇਹ ਜਜਮੈਂਟ ਆਈ ਸੀਗੀ। ਉਸ ਵੇਲੇ ਭਰਥੂਰਾਮ ਦਾ ਜਿਹੜਾ ਫੇਮਸ ਹੈ, ਹਰ ਇੱਕ ਵਕੀਲ ਨੂੰ ਸ਼ਾਇਦ ਪਤਾ ਹੋਵੇ ਇਸ ਗੱਲ ਦਾ, ਕਿਉਂਕਿ ਬਹੁਤ ਫੇਮਸ ਜਜਮੈਂਟ ਸੀਗੀ ਇਹ। ਉਸ ਤੋਂ ਬਾਅਦ ਕਈ ਹਾਈ ਕੋਰਟ ਦੇ ਮਤਲਬ ਜਜਮੈਂਟਸ ਹੋਰ ਵੀ ਆ ਗਈਆਂ, ਉਹ ਵੀ ਇਹਦੇ ਵਿੱਚ
ਪ੍ਰੋਡਿਊਸ ਕੀਤੀਆਂ ਗਈਆਂ ਇਸ ਬੁੱਕ ਦੇ ਵਿੱਚ ਹੈਗੀਆਂ ਨੇ। ਠੀਕ ਤੇ ਹੈ ਜੀ। ਉਹਦੇ ਵਿੱਚ ਵੀ ਸਰ ਆ ਜਾਊਗੀ ਗੱਲਬਾਤ, ਜਿੱਦਾਂ ਅਸੀਂ ਕੋਈ ਪਾਰਟੀਸ਼ਨ ਸਾਡੇ ਕੋਲ ਆਉਂਦੀ ਹੈ ਜੁਆਇੰਟ ਓਨਰਸ਼ਿਪ ਦੇ ਵਿੱਚ, ਇੱਕ ਨੰਬਰ ਖਾਸ ਖਾਨਾ ਕਾਸਟ 'ਚ ਉਹਨੂੰ ਜਮਾ ਦਿੰਦੇ ਸੀ ਪੁਰਾਣੇ, ਮਤਲਬ ਪੁਰਾਣਾ ਮਾਲ ਮਹਿਕਮਾ ਸਾਡਾ, ਹਾਂ ਮੁਸ਼ਤਰੀ ਬਣਾ ਦਿੰਦੇ ਸੀ ਉਹਨੂੰ, ਬਾਇਆ ਦੀ ਮੁਸ਼ਤਰੀ ਕਰ ਐਸ ਪਰ ਰਜਿਸਟਰੀ। ਹਾਂਜੀ, ਜਿਸ ਵੇਲੇ ਪਾਰਟੀਸ਼ਨ ਕਰਦੇ ਫਿਰ ਮੁਸ਼ਤਰੀ ਮਾਲਕੀ ਦੇ ਖਾਨੇ ਜਾਂਦਾ, ਫਿਰ ਨੰਬਰ ਜਿਹੜਾ ਉਹਦਾ ਸਹੀ ਹੈ ਉਹਨੂੰ ਮਾਲਕੀ ਦੇ ਹਿਸਾਬ ਨਾਲ ਦੇਖੋ ਜਦੋਂ ਤੁਸੀਂ ਪਾਰਟੀਸ਼ਨ ਕਰਨੀ ਹੈ, ਯੂ ਆਰ ਨਾਟ ਬਾਉਂਡ, ਤੁਸੀਂ ਬਾਉਂਡ ਨਹੀਂ, ਜਦੋਂ ਤੁਸੀਂ ਨਕਸ਼ਾ ਆੜਾ ਕਰਨਾ ਉਹਨੇ ਬਣਾਉਣਾ ਹੈ, ਤੁਸੀਂ ਬਾਉਂਡ ਨਹੀਂ ਹੈਗੇ ਉੱਥੇ ਵੀ ਤੁਸੀਂ ਉਸ ਨੂੰ ਨੰਬਰ ਖਸਰਾ ਉਹੀ ਦੇਣਾ ਹੈ। ਪਰ ਉੱਥੇ ਕੀ ਹੈਗਾ, ਉੱਥੇ ਇੱਕ ਰੈਵਨਿਊ ਆਫੀਸਰ ਵੱਲੋਂ ਹੀ ਇੱਕ ਆਰਡਰ ਕਰ ਦਿੱਤਾ ਜਾਣਾ ਹੁੰਦਾ ਹੈ ਵੀ ਇਸ ਵਿਅਕਤੀ ਜਿਹੜਾ ਹੈਗਾ ਇਹ ਜਿਹਦੇ ਕੋਲ ਸਪੈਸੀਫਿਕ ਨੰਬਰ ਖਸਰਾ, ਪਰ ਉਹ ਤੁਹਾਡੀ ਰਿਪੋਰਟ ਦੇ ਆਧਾਰ ਤੇ ਕਰੇਗਾ। ਜਦੋਂ ਕਾਨੂੰਨ ਕੋ ਹਲਕਾ ਕੋਈ ਰਿਪੋਰਟ ਕਰੇਗਾ ਵੀ ਇਹ ਸਪੈਸੀਫਿਕ ਨੰਬਰ ਖਸਰਾ ਫਲਾਣੇ ਵਿਅਕਤੀ ਨੇ ਖਰੀਦ ਕੀਤਾ ਹੈ, ਪਰ ਮੈਨੂੰ ਨਕਸ਼ਾ ਆੜਾ ਬਣਾਉਣ ਦੇ ਵਿੱਚ ਆਹ ਦਿੱਕਤ ਆ ਰਹੀ ਹੈਗੀ ਹੈ ਵੀ ਜੇ ਪਾਰਟੀਕੂਲਰ ਨੰਬਰ ਖਸਰਾ ਮੈਂ ਇਸੇ ਵਿਅਕਤੀ ਨੂੰ ਦਿੰਦਾ ਤਾਂ ਮੈਨੂੰ ਆਹ ਪ੍ਰੋਬਲਮ ਆਉਂਦੀ ਹੈ ਵੀ ਜਿਹੜੀਆਂ ਪਾਰਟੀਆਂ ਦੇ ਜਿਹੜੇ ਸ਼ੇਅਰ ਹੈਗੇ ਨੇ ਉਹ ਪ੍ਰੋਪਰ ਤੱਕ ਨਹੀਂ ਮੰਨਦੇ ਹੈਗੇ। ਇਸ ਕਰਕੇ ਫਿਰ ਤੁਹਾਡੀ ਰਿਪੋਰਟ ਦੇ ਆਧਾਰ ਤੇ ਰੈਵਨਿਊ ਆਫੀਸਰ ਵੱਲੋਂ ਆਰਡਰ ਜਾਰੀ ਕੀਤਾ ਜਾਂਦਾ ਹੈ। ਬਿਲਕੁਲ ਠੀਕ ਹੈ, ਠੀਕ ਹੈ, ਫਾਈਲ ਦੇ ਉੱਪਰ ਵੀ ਇਸ ਨੂੰ ਸ਼ੇਅਰ ਹੋਲਡਰ ਪ੍ਰਜ਼ਿਊਮ ਕਰਕੇ ਜਿਹੜੀ ਪਾਰਟੀਸ਼ਨ ਕੀਤੀ ਜਾਵੇ। ਮਨਜ਼ੂਰੀ ਲੈ ਲੈਣੀ ਚਾਹੀਦੀ ਆ, ਆਪ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ। ਮੈਂ ਉਹੀ ਗੱਲ ਕਰਦਾ ਵੀ ਤੁਹਾਡੀ ਰਿਪੋਰਟ ਦੇ ਉੱਪਰ ਤੁਹਾਡੀ ਰਿਪੋਰਟ ਦੇ ਅਕੋਰਡਿੰਗ ਇੱਕ ਆਰਡਰ ਪਾਸ ਹੋ ਜਾਂਦਾ ਰੈਵਨਿਊ ਆਫੀਸਰ ਵੱਲੋਂ। ਠੀਕ ਹੈ, ਹਾਂਜੀ ਠੀਕ ਹੈ, ਥੈਂਕ ਯੂ। ਠੀਕ ਹੈ ਜੀ, ਕੱਲ ਅਸੀਂ ਡਿਸਕਸ ਕਰਾਂਗੇ ਪੇਪਰ ਨੰਬਰ 5। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।